सी दुतिया सोच नानक टेक गोपाल की गोविंद संकट मोच बाणी गुरु गुरु है बाणी विद बाणी अमृत सारे गुर बाणी का सेवक जन मानै प्रतख गुरु विस्तारे कोट प्राद हमारे खंड अनक विधि समझाव हम अज्ञान फलक मत थोड़ी तुम आपन विरद रखाव हम अज्ञान फलक मत थोड़ी तुम आपन विरद रखाव। युगो युग अटल सद्गुरु साहिब श्री गुरु ग्रंथ साहिब महाराज जी के पावन पवित्र दरबार दियां हाजिरियां भरदे हुए गुरु प्यारी साध संगत जीओ फतेह प्रवान करनी। वाहिगुरू जी का खालसा वाहिगुरू जी की फतेह। सतगुरु जी की बख्शिश सतगुरु जी की रहमत है जो सतगुरु जी के पावन पवित्र दरबार जो बैठने का यह सुभाग अपना सबना प्राप्त होया है। सतगुरु जी के पावन दरबार में जो बैठ के आप जी शाम के वक्त तो सतगुरु जी की पावन गुरबाणी के नितने पावन गुरबाणी के गीत श्रवण कर रहे थे। मनुखी जीवन के भले गरीब नवाज सतगुरु जी जो सानू के रबी बाणी की दात बख्शिश करते हैं जिस विचों सिद्ध घोष बाणी की अगली बार विचार कर रही है। आओ सतगुरु जी की पावन बाणी की विचार जोड़न का यत्न करिए। सब तो पहला अरदास करिए सतगुरु जी साढ़े सबना के अंदर आप वक्त के इस रबी बाणी की विचार के नाल साढ़े सबना की सांझ हो। गुरु नानक पातशाह जी के पावन बाणी जिस विच आपां 22 पौड़ियां की विचार समाप्त कर चुके हैं। पिछले दिन 3 पौड़ी को विचार आरंभ होनी है जिससे अपने शब्द की विचार का सांझ होनी है। टूक मात्र पिछले दिन गुरु अर्जन साहब सच्चे पातशाह जी का शहीदी गुरपुरब शहीदी दिहाड़ा अपना सबना ने मनाया है। गुरु साहब की याद में नगर कीर्तन भी तुसां पिछले दिन कटिया और सब साझा कर लिए। उस मुबारक गुरु अर्जन साहब सच्चे पातशाह जी के लासानी उपदेश ਅਤੇ गुरु साहब जी के जीवन के कुछ अंश ਜਿਹੜੇ ਨੇ ਉਹਨਾਂ गुरु अर्जन साहब सच्चे पातशाह जी की शहादत के मुख्य कारण ਜਿਹੜੇ ਨੇ ਉਹਨਾਂ ਤੇ ਟੂਕ ਮਾਤਰਾ ਆਪਾਂ विचार कर रहे हैं। टूक मात्र इसलिए क्योंकि शब्द विचार वाले पास आना है कि एक इतिहास तकरीबन तुसी बहुत बार सुनया हुआ है। इन सुख में आप ताजा करना पहले नगर कीर्तन में शनिवार वाले दिन तुसा हाजिरी करी है। ये मुख्य कारण यही है
ਤੁਹਾਨੂੰ ਗਿਆਨ ਹੋਵੇਗਾ ਕਿ ਨਗਰ ਕੀਰਤਨ ਦੀ ਅਸਲ ਦੇ ਵਿੱਚ ਆਰੰਭਤਾ ਕਿੱਥੋਂ ਹੋਈ, ਜੜ ਕੀ ਹੈ। ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗਵਾਲੀਅਰ ਕੈਦ ਨੇ, ਸਮੇਂ ਦੀ ਹਕੂਮਤ ਨੇ ਕੈਦ ਕੀਤਾ ਹੈ ਜਹਾਂਗੀਰ ਬਾਦਸ਼ਾਹ ਨੇ, ਕੁਛ ਦਿਨਾਂ ਦੇ ਕਹਿ ਕੇ ਸ਼ਾਹ ਜੇਲ੍ਹ ਨਾਲ ਗਵਾਲੀਅਰ ਵਿੱਚ ਕੈਦ ਕਰ ਲਿਆ। ਫਿਰ ਜਦੋਂ ਗੁਰੂ ਸਾਹਿਬ ਜੀ ਰਿਹਾ ਕਰਨ ਤੋਂ ਮੁਨਕਰ ਹੋ ਗਏ, ਉਸ ਵੇਲੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਕੋਈ ਕਦਮ ਤੇ ਸਿਆਣੇ ਕੋ ਸਿੱਖਾਂ ਨੂੰ ਨਾਲ ਲੈ ਕੇ ਇਹਦੀ ਕਰਮਤਾ ਦੀ ਜਿਹਨੂੰ ਅੱਜ ਅਸੀਂ ਨਗਰ ਕੀਰਤਨ ਦਾ ਦਿੱਤਾ। ਇਹਦਾ ਹੁੰਦਾ ਸੀ ਜਿਵੇਂ ਕੋਈ ਗੁਰੂ ਹੋਵੇ, ਗੁਰੂ ਸਾਹਿਬ ਜੀ ਦਾ, ਗੁਰੂ ਨਾਨਕ ਪਾਤਸ਼ਾਹ ਜੀ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ ਹੈ ਤੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੈ ਸਵੇਰੇ ਪ੍ਰਭਾਤ ਫੇਰੀਆਂ ਲੋਕ ਕਰਦੇ। ਇਹ ਜੜ ਹੈ ਨਗਰ ਕੀਰਤਨ। ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਕਿਉਂਕਿ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਹੈ, ਲੋਕਾਂ ਨੂੰ ਜਗਾਉਣਾ ਹੈ, ਲੋਕ ਇਕੱਠੇ ਹੋਣ, ਉਹਨਾਂ ਨੂੰ ਦੱਸਿਆ ਜਾਵੇ ਉਹ ਜਾਣ ਕਿ ਸਮੇਂ ਦੀ ਹਕੂਮਤ ਜਿਹੜੀ ਹੈ ਕੀ ਵਰਤਾਰਾ ਵਰਤਾ ਰਹੀ ਹੈ। ਫਿਰ ਇਹ ਪਿੰਡਾਂ ਦੇ ਵਿੱਚ ਪ੍ਰਭਾਤ ਫੇਰੀਆਂ ਦੇ ਰੂਪ ਵਿੱਚ ਜਿਹੜੇ ਸੀ ਕੀਰਤਨ ਜਿਹੜੇ ਸੀ ਉਹ ਜਾਣੇ ਸ਼ੁਰੂ ਹੋਏ। ਨਗਰ ਦਾ ਅਰਥ ਹੀ ਪਿੰਡ ਹੁੰਦਾ ਹੈ, ਨਗਰ ਕੀਰਤਨ ਦਾ ਮਤਲਬ ਇਹ ਹੈ। ਉਹ ਫਿਰ ਸੰਗਤਾਂ ਇਕੱਤਰ ਹੋਣਾ, ਜਦੋਂ ਸਾਰਿਆਂ ਨੇ ਇਕੱਤਰ ਹੋਣਾ ਉੱਥੇ ਫਿਰ ਵਿਚਾਰਾਂ ਹੋਣੀਆਂ, ਨਾਲੇ ਬਾਣੀ ਗਾਇਨ ਕਰਨੀ, ਬਾਣੀ ਦੀ ਵਿਚਾਰ ਸ਼ਬਦ ਦੀ ਵਿਚਾਰ ਕਰਨੀ, ਨਾਲ ਨਾਲ ਦੱਸਣਾ ਕਿ ਗੁਰੂ ਸਾਹਿਬ ਜੀ ਦੇ ਕਿਸ ਤਰ੍ਹਾਂ ਦੇ ਨਾਲ ਸਮੇਂ ਦੀ ਹਕੂਮਤ ਜਿਹੜੀ ਹੈ ਉਹ ਵਰਤਾਰਾ ਵਰਤਾ ਰਹੀ ਹੈ। ਤੇ ਲੋਕ ਜਿਹੜੇ ਸੀ ਸਿੱਖ ਸੰਗਤਾਂ ਜਿਹੜੀਆਂ ਸਿਰਫ ਸੁਚੇਤ ਹੋਣੀਆਂ ਸ਼ੁਰੂ ਹੋ ਗਈਆਂ, ਜਾਗਰੂਕ ਹੋਣੀਆਂ ਸ਼ੁਰੂ ਹੋ ਗਈਆਂ। ਉਹ ਐਸੀ ਅਕਾਲ ਪੁਰਖ ਦੀ ਰਹਿਮਤ ਵਰਤੀ ਕਿ ਉਹ ਬਹੁਤ ਵੱਡੇ ਵਿਸ਼ਾਲ ਨਗਰ ਕੀਰਤਨ ਦੇ ਰੂਪ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗਵਾਲੀਅਰ ਵਾਲੇ ਪਾਸੇ ਨੂੰ ਰਵਾਨਾ ਹੋ ਗਏ। ਜਾਣ ਦਾ ਹਕੂਮਤ ਦੇ ਗੋਲੀਆਂ ਸਿਰ ਪੁਕਾਰਨੀਆਂ ਸ਼ੁਰੂ ਹੋ ਗਈਆਂ। ਪਿੰਡਾਂ ਦੇ ਵਿੱਚ ਇਸ ਤਰੀਕੇ ਨਾਲ ਨਗਰ ਕੀਰਤਨ ਕਰ ਰਹੇ ਨੇ, ਲੋਕ ਸੁਚੇਤ ਹੋ ਰਹੇ ਨੇ, ਜਾਗਰੂਕ ਹੋ ਰਹੇ ਨੇ ਤੇ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਤੋਂ ਬਾਹਰ ਕੱਢਣ ਲਈ ਉਤਰਾਂ ਤਰ੍ਹਾਂ ਦੇ ਵਿਚਾਰ ਕਰਦੇ। ਇਹ ਸੁਣ ਕੇ ਜਹਾਂਗੀਰ ਬਾਦਸ਼ਾਹ ਨੂੰ ਇਹ ਮਹਿਸੂਸ ਹੋਇਆ ਮੇਰਾ ਤਖਤਾ ਪਲਟ ਸਕਦਾ। ਮੇਰ ਤੇ ਹੱਥ ਪ੍ਰਜਾ ਦੇ ਹੱਥ ਵਿੱਚ ਖੇਡ ਹੁੰਦੀ ਹੈ, ਉਹਨੇ ਤਖਤਾ ਪਲਟਣਾ ਹੁੰਦਾ ਹੈ। ਉਹਨੂੰ ਮਹਿਸੂਸ ਹੋਇਆ ਮੇਰਾ ਤਖਤਾ ਪਲਟ ਸਕਦਾ ਹੈ, ਕਿਸੇ ਤਰੀਕੇ ਨਾਲ ਗੁਰੂ ਸਾਹਿਬ ਨਾਲ ਸੰਧੀ ਕਰ ਲਓ। ਪਰ ਉਹ ਇਤਿਹਾਸ ਬਹੁਤ ਵਾਰ ਸੁਣਿਆ ਪੜ੍ਹਿਆ, ਉਹਨੇ ਗੁਰੂ ਸਾਹਿਬ ਜੀ ਨੂੰ ਜਦੋਂ ਰਾਹ ਆਉਂਦੇ ਦੇਖਿਆ, ਗੁਰੂ ਸਾਹਿਬ ਜੀ ਨੇ ਜਿਹੜੇ ਉੱਥੇ ਕੈਦੀ ਰਹੇ ਸੀ ਉਹਨਾਂ ਦੀ ਮਨ ਖਲਾਸੀ ਦੀ ਗੱਲ। ਸਿੱਖ ਪੰਥ ਦੇ ਜਿਹੜੇ ਸੁਲਝੇ ਹੋਏ ਵਿਦਵਾਨ ਸਨ, ਸੁਲਝੇ ਹੋਏ ਆਗੂ ਸਨ, ਉਹਨਾਂ ਨੇ ਮਹਿਸੂਸ ਕੀਤਾ ਇਹ ਜਿਹੜੇ ਨਗਰ ਕੀਰਤਨ ਹੈ ਇਹ ਇਹਦਾ ਅਰਥ ਹੈ ਕਿ ਜਾਗਰੂਕ ਕਰਨ ਵਾਸਤੇ, ਜਗਾਉਣ ਵਾਸਤੇ, ਲੋਕਾਂ ਨੂੰ ਸੁਚੇਤ ਕਰਨ ਵਾਸਤੇ ਇਹ ਬਹੁਤ ਸਹਾਈ ਹੁੰਦੇ। ਉੱਥੋਂ ਫਿਰ ਜਦੋਂ ਕੋਈ ਗੁਰਪੁਰਬ ਹੋਣਾ ਉਹਨਾਂ ਨੇ ਇਹ ਜਿਹੜਾ ਸੀ ਸ਼ੁਰੂ ਕੀਤਾ ਤਾਂ ਕਿ ਜਿਸ ਗੁਰੂ ਸਾਹਿਬ ਦਾ ਦਿਹਾੜਾ ਹੈ, ਜਿਸ ਗੁਰੂ ਸਾਹਿਬ ਦੀ ਯਾਦ ਵਿੱਚ ਜੁੜੇ ਆ, ਉਹਨਾਂ ਦੇ ਜੀਵਨ ਦੇ ਬਾਰੇ ਲੋਕਾਂ ਨੂੰ ਸੁਚੇਤ ਕੀਤਾ ਜਾਵੇ, ਜਾਗਰੂਕ ਕੀਤਾ ਜਾਵੇ। ਜਿਵੇਂ ਗੁਰੂ ਅਰਜਨ ਸਾਹਿਬ ਜੀ ਦੀ ਯਾਦ ਵਿੱਚ ਨਗਰ ਕੀਰਤਨ ਹੈ ਤੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਕਾਰਨ ਦਾ ਪਤਾ ਲੱਗੇ, ਲੋਕ ਇਕੱਤਰ ਹੋਏ, ਇਹਨਾਂ ਨੂੰ ਸੁਚੇਤ ਕੀਤਾ ਜਾਵੇ ਕਿ ਉਹਦੇ ਪਿੱਛੇ ਕਾਰਨ ਕੀ ਸੀ, ਸ਼ਹਾਦਤ ਕੀ ਰੀਜ਼ਨ ਸੀ ਗੁਰੂ ਸਾਹਿਬ ਨੇ ਕੁਰਤੀਆਂ ਕਰਨੇ ਤੇ ਜੋੜਿਆ ਬੈਠਾ ਤਾਂ ਧੀਰੇ ਧਾਰੇ ਸੀ ਸਰੀਰ ਉੱਤੇ ਪਾਈ ਉਪਰਲੀਆਂ ਰੇਖਾਂ ਦੇ ਵਿੱਚ ਉਭਾਰੇ ਕਰਦੇ। ਤੁਸੀਂ ਮਹਿਸੂਸ ਕਰੋ ਕਿਤੇ ਚੁੱਲ੍ਹੇ ਦੇ ਉੱਤੇ ਦੁੱਧ ਰੱਖਿਆ ਹੋਇਆ, ਉੱਪਰ ਲੱਗੇ ਤੇ ਪਤੀਲੀ ਨੂੰ ਪਕੜ ਕੇ ਕਿਸੇ ਲੋਕਾਂ ਤੇ ਹੈਂਡਲ ਲੈਣਾ ਤੇ ਪਹਿਲਾਂ ਨਾਲ ਪਤੀਲੀ ਦੂਜੀ ਗੋਲ ਨੂੰ ਵਾਲੀ ਹੁੰਦੀ ਸੀ, ਟਿੰਕਾਂ ਪਕੜ ਕੇ ਰੱਖਣੀ ਪੈਂਦੀ ਸੀ ਤੇ ਹੱਥ ਜਿਹੜੇ ਸੀ ਸਾੜਦੇ ਸੀ ਤੇ ਜਿਹੜਾ ਪਾਣੀ ਦੇ ਵਿੱਚ ਬੈਠਾ ਹੈ ਤੇ ਪਾਣੀ ਉੱਪਰ ਰਿਹਾ, ਰਿੱਝ ਰਿਹਾ, ਉਸ ਰਿੱਝੇ ਹੋਏ ਪਾਣੀ ਵਿੱਚ ਜਿਹੜਾ ਸਰੀਰ ਬੈਠਾ ਹੈ ਉਸ ਸਰੀਰ ਤੇ ਕੀ ਕੁਝ ਵਰਤਿਆ ਹੋਵੇਗਾ, ਉਹ ਪੀੜਾ, ਉਹ ਦਰਦ, ਉਹ ਸੇਕ,
ਕਿਤੇ ਥੋੜ੍ਹਾ ਜਿਹਾ ਮਹਿਸੂਸ ਕਰਨ ਦੀ ਕੋਸ਼ਿਸ਼ ਕਰੀ, ਅੰਦਰ ਦਾ ਹੋ ਜਾਂਦਾ ਹੈ। ਆਪਾਂ ਨਹਾਉਂਦੇ ਹਾਂ, ਠੰਡੇ ਮੁੱਢ ਚ ਰਹਿੰਦੇ ਹਾਂ, ਤੇ ਕਿਤੇ ਜ਼ਿਆਦਾ ਗਰਮ ਪਾਣੀ ਦਾ ਇੱਕ ਮੱਧ ਪੈ ਜਾਏ, ਇੱਕਦਮ ਸਾਨੂੰ ਕੋਸ਼ਿਸ਼ ਹੁੰਦੀ ਹੈ ਕਿ ਥੋੜ੍ਹਾ ਜਿਹਾ ਠੰਡਾ ਮਿਕਸ ਕਰ ਲਈਏ। ਤੇ ਜਿਹੜਾ ਵੀ ਤੁਹਾਡਾ ਸਰੀਰ ਵੀ ਪਾਣੀ ਦੇ ਵਿੱਚ ਉੱਪਰ ਵਾਲੇ ਕਰ ਰਿਹਾ ਹੈ, ਕਿਵੇਂ ਆਲੂ ਦੀ ਤਰ੍ਹਾਂ ਉਬਲਿਆ ਹੋਵੇਗਾ। ਇਹ ਇੰਨਾ ਕੁਛ ਜਿਹੜਾ ਹੋਇਆ, ਫਿਰ ਇੱਕ ਪਾਸੇ ਸਰੀਰ ਤਪਾਇਆ ਰੇਤਾਂ ਦੇ ਨਾਲ, ਤਤੀ ਤਵੀ ਦੇ ਉੱਤੇ ਉਬਲਦੇ ਪਾਣੀ ਵਿੱਚ ਉਬਾਲਿਆ ਗਿਆ, ਉਹਨੂੰ ਫਿਰ ਠੰਡੇ ਪਾਣੀ ਨਾਲ ਹੀ ਵਾਲੇ ਠੰਡੇ ਪਾਣੀ ਦੇ ਵਿੱਚ ਡਬੋ ਕੇ ਸ਼ਹੀਦ ਕੀਤਾ ਗਿਆ। ਇਹਦੇ ਕਾਰਨ ਕੀ ਹੈ? ਇਹਨਾਂ ਕੁਛ ਗੁਰੂ ਸਾਹਿਬ ਜੀ ਨੇ ਜਿਹੜਾ ਆਪਣੇ ਤਨ ਤੇ ਹੰਢਾਇਆ ਹੈ, ਸਮੇਂ ਦੀ ਹਕੂਮਤ ਨੇ ਜੋ ਕੁਛ ਬਤਾਇਆ ਉਹਨਾਂ ਉੱਤੇ, ਇਹਦੇ ਪਿੱਛੇ ਮੁੱਖ ਕਾਰਨ ਕੀ ਹੈ, ਇਹ ਪਤਾ ਲੱਗ ਜਾਵੇ ਸਾਨੂੰ, ਇਹਦੀ ਸਮਝ ਹੋਵੇ ਸਾਡੇ ਸਾਰੇ ਸਮਾਜ ਨੂੰ। ਇਹਦੇ ਲਈ ਨਗਰ ਕੀਰਤਨ, ਇਹਦੇ ਲਈ ਵਿਸ਼ੇਸ਼ ਸਮਾਗਮ ਹੁੰਦੇ ਨੇ, ਇਹ ਦਿਵਸ ਸਜਾਏ ਜਾਂਦੇ ਨੇ। ਬਾਣੀ ਬੜਾ ਖੂਬਸੂਰਤ ਇੱਕ ਵਚਨ ਨਹੀਂ ਹੈ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਸਪੁੱਤਰ ਦੀ ਨਿਸ਼ਾਨੀ ਹੈ ਆਪਣੇ ਵਡੇਰਿਆਂ ਦੀ, ਆਪਣੇ ਬਜ਼ੁਰਗਾਂ ਦੀਆਂ ਉਹ ਗਾਥਾਵਾਂ, ਉਹ ਕਹਾਣੀਆਂ, ਉਹਨਾਂ ਦੀਆਂ ਜੀਵਨੀਆਂ, ਉਹਨਾਂ ਨੂੰ ਜਿਉਂਦਿਆਂ ਰੱਖਦੇ ਨੇ। ਜਿਉਂਦਿਆਂ ਰੱਖਣ ਜਿਹੜੇ ਸਾਧਨ ਵਰਤੇ ਜਾਂਦੇ ਨੇ, ਉਹ ਨਗਰ ਕੀਰਤਨ ਹੈ, ਚਾਹੇ ਇਸ ਤਰ੍ਹਾਂ ਸਤ ਸੰਗਤ ਹੈ, ਉਹ ਚੀਜ਼ਾਂ ਨੂੰ ਜਿਉਂਦਿਆਂ ਰੱਖਣ ਲਈ ਉਹ ਖਤਮ ਨਹੀਂ ਹੋਣੀਆਂ ਚਾਹੀਦੀਆਂ। ਆਮ ਲੋਕ ਸਾਡੇ ਕੇ ਬਜ਼ੁਰਗ ਕਹਿੰਦੇ ਹੁੰਦੇ ਸੀ, ਜਿਨ੍ਹਾਂ ਕੌਮਾਂ ਦਾ ਇਤਿਹਾਸ ਖਤਮ ਹੋ ਜਾਂਦਾ ਹੈ ਨਾ, ਜਾਂ ਭੁੱਲ ਜਾਂਦੀਆਂ ਨੇ ਇਤਿਹਾਸ ਨੂੰ, ਉਹ ਕੌਮਾਂ ਹੀ ਖਤਮ ਹੋ ਜਾਂਦੀਆਂ ਨੇ। ਉਹ ਜਿਉਂਦਾ ਰਹੇ ਸਾਡਾ ਇਤਿਹਾਸ, ਉਹਦੇ ਲਈ ਇਹ ਉਪਰਾਲੇ ਤੁਸੀਂ ਕਰਦੇ ਹੋ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਮੁੱਖ ਕਾਰਨ ਟੂਕ ਮਾਤਰ ਆਪਾਂ ਸਾਂਝੇ ਕਰ ਲਈਏ। ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ, ਉਹਦੇ ਵਿੱਚ ਕਈ ਕਾਰਨਾਂ ਦਾ ਜ਼ਿਕਰ ਹੈ। ਇੱਕ ਕਾਰਨ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਪਰ ਸਭ ਤੋਂ ਵੱਡਾ ਜਿਹੜਾ ਮੁੱਖ ਕਾਰਨ ਹੈ ਨਾ, ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਵਾਉਣ ਵਾਲਾ ਜਹਾਂਗੀਰ ਖੁਦ ਆਪ ਆਪਣੇ ਹੱਥੀਂ ਲਿਖਦਾ ਹੈ। ਉਹ ਕਹਿੰਦਾ, ਬੜੇ ਚਿਰਾਂ ਤੋਂ ਮੈਂ ਇਸ ਤਾਂਘ ਵਿੱਚ ਸੀ, ਇਸ ਕੋਸ਼ਿਸ਼ ਵਿੱਚ ਸੀ, ਚਾਹੁੰਦਾ ਸੀ ਕਿ ਜਿਹੜੀ ਗੁਰੂ ਅਰਜਨ ਸਾਹਿਬ, ਕਿਉਂਕਿ ਉਹਦੀ ਭਾਸ਼ਾ ਦੇ ਵਿੱਚ ਉਹ ਆਪਣੇ ਵੱਲੋਂ ਇਹ ਕਹਿੰਦਾ ਕਿ ਇੱਕ ਦੁਕਾਨ ਹੈ ਝੂਠ ਦੀ, ਕਿਉਂਕਿ ਉਹ ਵਿਰੋਧੀ ਪੱਖ ਵਿੱਚ ਹੈ। ਉਹਦੇ ਲਈ ਉਹਦੇ ਮਜ਼ਹਬ ਤੋਂ ਇਲਾਵਾ ਬਾਕੀ ਸਭ ਝੂਠ ਹੈ, ਉਹ ਕਾਫਰ ਕਹਿੰਦੇ ਨੇ। ਇਸੇ ਲਈ ਮੈਂ ਬੜੇ ਚਿਰਾਂ ਤੋਂ ਚਾਹੁੰਦਾ ਸੀ ਦੁਕਾਨ ਬੰਦ ਕਰਨੀ। ਕਿਉਂ? ਕਿਉਂਕਿ ਬਹੁਤ ਸਾਰੇ ਦੂਜੇ ਤੇ ਚਲੋ ਗੁਰੂ ਅਰਜਨ ਸਾਹਿਬ ਜੀ ਨਾਲ ਜੁੜ ਹੀ ਰਹੇ ਨੇ, ਪਰ ਬਹੁਤ ਸਾਰੇ ਜਿਹੜੇ ਮੁਸਲਿਮ ਵੀਰ ਭਰਾ ਨੇ, ਉਹ ਜਦੋਂ ਗੁਰੂ ਅਰਜਨ ਸਾਹਿਬ ਜੀ ਦੀ ਵਿਚਾਰ ਸੁਣਦੇ ਨੇ, ਉਹਨਾਂ ਦੇ ਵਚਨ ਸੁਣਦੇ ਨੇ, ਉਹਨਾਂ ਦੀ ਸੰਗਤ ਕਰਦੇ ਨੇ, ਆਪ ਮੁਹਾਰੇ ਉਹਨਾਂ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ। ਇਹ ਮੈਨੂੰ ਬਰਦਾਸ਼ਤ ਨਹੀਂ। ਸਭ ਤੋਂ ਅਹਿਮ ਵੱਡਾ ਕਾਰਨ ਇਹੀ ਸੀ। ਬਾਕੀ ਫਿਰ ਬਹਾਨੇ ਬਣਾਏ ਜਾਂਦੇ ਨੇ, ਕਿਉਂਕਿ ਜੇ ਇਸ ਕਾਰਨ ਨੂੰ ਉਭਾਰ ਕੇ ਸਾਹਮਣੇ ਲਿਆਉਣਗੇ, ਉੱਥੇ ਉਹਨਾਂ ਦੀਆਂ ਦਲੀਲਾਂ ਖਤਮ ਹੋ ਜਾਂਦੀਆਂ, ਝੂਠੇ ਸਾਬਤ ਹੁੰਦੇ ਨੇ। ਫਿਰ ਬਹਾਨੇ ਕਿ ਜਹਾਂਗੀਰ ਦੇ ਪੁੱਤਰ ਨੂੰ ਇਹਨਾਂ ਨੇ ਪਨਾਹ ਦਿੱਤੀ, ਖੁਸਰੋ ਨੂੰ, ਇੱਕ ਕਾਰਨ ਇਹ ਬਣਾ ਦਿੱਤਾ। ਇੱਕ ਹੋਰ ਬਹੁਤ ਵੱਡਾ ਕਾਰਨ ਸੀ, ਉਹ ਇਹ ਸੀ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਕੋਲ ਕੁਝ ਗੁਰਸਿੱਖ ਆਏ, ਕਹਿਣ ਲੱਗੇ, ਮਹਾਰਾਜ ਸਿੱਖ ਗੁਰੂ ਦੀ ਬਾਣੀ ਪੜ੍ਹੇ, ਇਹ ਹੁਕਮ ਹੈ ਤੁਹਾਡਾ। ਆਪਾਂ ਦੇ ਬਾਣੀ ਅੰਦਰ ਰੋਜ਼ਾਨਾ ਪੜ੍ਹਦੇ ਹਾਂ, ਗੁਰੂ ਸਾਹਿਬ ਦਾ ਹੋਕਾ, ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ, ਕੀ ਕਰੋ ਆ ਕੇ? ਗਾਵੋ ਸੱਚੀ ਬਾਣੀ। ਸਿੱਖ ਨੇ ਬਾਣੀ ਗਾਉਣੀ ਹੈ। ਬਾਣੀ ਮਾਂ ਹੈ ਤੇ ਸਿੱਖ ਉਹਦਾ ਬੱਚਾ ਹੈ। ਗੁਰਬਾਣੀ ਮਾਂ ਹੈ, ਸਿੱਖ ਰੂਪੀ ਜੀਵਨ ਜਿਹੜਾ ਹੈ ਉਹਦਾ ਬੱਚਾ ਹੈ। ਇਸ ਵਾਸਤੇ ਬੜਾ ਗਹਿਰਾ ਰਿਸ਼ਤਾ ਹੈ। ਜਿਸ ਤਰ੍ਹਾਂ ਮਾਂ ਤੇ ਬੱਚੇ ਦਾ ਰਿਸ਼ਤਾ ਹੁੰਦਾ ਨਾ, ਉਹੀ ਸਮਝ ਲਓ ਸਾਡਾ ਬਾਣੀ ਦੇ ਨਾਲ ਰਿਸ਼ਤਾ ਹੈ, ਸਾਡੇ ਜੀਵਨ ਦਾ। ਗੁਰੂ ਰਹਿਮਤ ਕਰਿਆ ਨੁਕਤਾ ਸਾਡੀ ਸਮਝ ਵਿੱਚ ਆ ਜਾਵੇ। ਬਾਣੀ ਵਿੱਚ ਪਿਛਲੇ ਦਿਨੀ ਸ਼ਬਦ ਵੀ ਆਇਆ ਸੀ, ਆਪਾਂ ਸਾਂਝਾ ਕੀਤਾ ਸੀ ਸਿੱਧ ਗੋਸ਼ਟ ਵਿੱਚ ਹੀ, ਕਿ ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਸਤਿਗੁਰੂ
कै जन्मे भाव सतगुरु दे विचों जन्म होना। सतगुरु की है शब्द, शब्द विचों जिहड़ा साडा जीवन जन्म लैंदा है उस जीवन का नाम सिख है। सिख इस बॉडी का नाम नहीं है, सिख इस लिबास का नाम नहीं है, सिख उस जीवन का नाम है जिहड़ा जीवन मैं जिउंदा हाँ तो वो जीवन शब्द के मुताबिक है, बाणी के मुताबिक, उस जीवन का नाम सिख है। जे मैं गुरबाणी मुताबिक जीवन नहीं जिउंदा उस जीवन का नाम बेमुख है, उस जीवन का नाम जे गुनाहां नाल रंगिया होया जीवन है उस जीवन का नाम पापी है, गुनाहगार है। ये जीवन के नाम ने, बॉडी के नाम नहीं हैं। साडा एक बहुत वड्डा अफसोस रहा है, असी शरीर नूं ही सिख समझिया तो शरीर नूं ही समझते कि शायद कुछ होर है। बॉडी सबना दी एक सार है, हरेक बच्चा जदों जन्म लैंदा एक सार ही बॉडी है। जे केसां की गल करांगे तो वो तो सबना दी है, वो वक्री गल है कि कोई कटा लैंदा कोई नहीं कटांदा, पर बॉडी दे विच ते फर्क नहीं है। फर्क किहदे च है? जीवन दे विच, किरदार दे विच, करैक्टर दे विच। वो किरदार जिहड़ा है, वो जीवन जिहड़ा है, उहनूं सिख कहा जांदा है। उस जीवन नूं असीं संत कहने आ, उस जीवन नूं गुरमुख कहने आ, उस जीवन नूं भगत कहने आ। उस जीवन की गल है सारी। सौखा कर लवां, साडे चों कोई बाहर जावेगा, बाहर कोई पुछे भी अंदर किन्ने क जाने आ, वो कहेगा कि अंदर 25-30 गुरसिख बैठे आ। यही लफ्ज वरतेगा ना, 25-30 गुरसिख बैठे आ। वो ये तो नहीं कहेगा 25-30 शवतेग सिंह बैठे आ, या 25-30 किसी होर का नाम लैके कहे भी वो बैठे आ, क्योंकि वो शवतेग सिंह एक बॉडी का नाम है। पर जो 25-30 गुरसिख बैठे हैं, क्योंकि असीं सारे इस वेले गुरु की सिक्ख्या नाल जुड़े हुए हैं, गुरु की शरण में जुड़ के बैठे हैं, तो साडे सबना दे जीवन गुरसिख ने। क्योंकि गुरु की सिक्ख्या च साडी सोच, साडा स्रोत इस वेले जो असीं सुन रहे हैं, सोच रहे हैं, जो सुनते उन्होंने नाल नाल आपां सोचते भी पे हैं, विचारते भी पे भी की गल कही जा रही है। गुरु की सिक्ख्या नाल ही तो जुड़ी हुई सारी गल, तो आपे गुरसिख हो गया जीवन। गुरु बख्शिश करिया नुकते साडी समझ आ जाण। गुरु साहब जी ने शरीरां दी ते किते जिक्र ही नहीं गल कीती, गल ही उत्थे जीवन दी कीती है। सौखा कर लेने आपां गुरु जी नूं पुछ लैंदे आ, तुसीं रोजाना पढ़दे हो नितनेम दे विच चंगिआइयां करो रसना सांझी, चंगिआइयां बुरिआइयां वाचै धर्म हदूर। अगे की क्या? करमी आपो अपनी। कर्म की है? जीवन, किरदार, जो असीं करते हैं उन्होंने तो कर्म कहने। करमी आपो अपनी के नेड़े के दूर। इत्थे जन्म की गल नहीं, जन्म की गल होंदी फिर गुरगद्दी के उपर बाबा श्री चंद ही बैठते। इत्थे जीवन की गल है तो भाई लैणा जी है, गुरु अंगद साहब रूप हो के वरते। शरीर की गल होंदी तो पिरथी चंद वड्डा पुत्र सी, पर जो जीवन की गल चली है गुरु अर्जन पातशाह जी सामने ने। जीवन की खेड है, खेड ही असल में सारी जीवन की है। इसलिए बाणी में वार वार जीवन को मुख रखिया, सब किश जीवत को व्यवहार या जीवनों मैं जीवन पाया। इसलिए परमेश्वर को जग जीवन दाता राम कहा जाता है। खैर, बाणी का संबंध साडे जीवन नाल है, जिहड़ा साडा जीवन गुरबाणी के मुताबिक है समझ लेना वो सिख है। हुण समय की हुकूमत की कोशिश सी किसी तरह गुलाम बनाउणा, इन्हां अपने विच मिलाउणा है, फिर जिहड़ी चीज़ इन्हां नूं साडे तो वखरा करदी वो खत्म कर दिओ। वखरा की करदी है? जीवन। इन्हां दा जीवन जिहड़ा गुरबाणी वाला उन्होंने खत्म करना है। उहदे लई फिर तरीके वरते गए। गुरबाणी में ना जदों आपां समाप्ति के सलोक पढ़ते, जिन्होंने भोग के सलोक कहने आ, उन्हां विच पहला सलोक है गुरु तेग बहादुर पातशाह जी का। इनू मैं इंज महसूस करदा, मैं बड़े सुलझे विद्वानां कोले वचन सुने आ। वो कहते जिवें कोई लेख हुंदा है तो लेख के अखीर में उसका सार अंश लिखिया हुंदा है
ਵੀ ਇਸ ਲੇਖ ਵਿੱਚ ਕਿਹੜੇ ਕਿਹੜੇ ਵਿਸ਼ੇ ਦੇ ਉੱਤੇ ਗੱਲ ਕੀਤੀ ਗਈ ਹੈ, ਕਿਹੜੇ ਕਿਹੜੇ ਸਬਜੈਕਟ ਦੀ ਟੌਪਿਕ 'ਤੇ ਗੱਲ ਕੀਤੀ ਗਈ ਹੈ। ਇਹ ਜਿਹੜੇ ਭੋਗ ਦੇ ਸ਼ਲੋਕ ਨੇ ਨਾ, ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਅੰਸ਼ ਹੈ। ਇਹਨਾਂ ਵਿੱਚ ਦੱਸਿਆ ਗਿਆ ਹੈ, ਹਰੇਕ ਸ਼ਲੋਕ ਵਿੱਚ ਉਹ ਸਬਜੈਕਟ, ਉਸ ਟੌਪਿਕ ਦੀ ਗੱਲ ਕੀਤੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇਸੇ ਲਈ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ, ਤੁਸੀਂ ਵੀ ਸੁਣਦੇ ਰਹੇ ਜੇ, ਕਹਿੰਦੇ ਹੁੰਦੇ ਸੀ ਭਾਈ ਜੇ ਤੁਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਸੁਣ ਪਾਏ ਨਾ, ਚਲੋ ਭੋਗ ਦੇ ਸ਼ਲੋਕ ਜ਼ਰੂਰ ਸੁਣ ਲਓ। ਭੋਗ ਦੇ ਸ਼ਲੋਕ ਸੁਣ ਲਓਗੇ ਮਹਾਤਮ ਬਰਾਬਰ। ਭਾਵ ਕੀ ਹੁੰਦਾ ਸੀ? ਭਾਵ ਇਹੀ ਸੀ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ ਨਾ, ਉਹਨਾਂ ਸ਼ਲੋਕਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ। ਉਹਦੇ ਚੋਂ ਪਹਿਲਾ ਸ਼ਲੋਕ ਹੈ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਅੱਗੇ ਕੀ ਕਿਹਾ ਜੀ? ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕਉ ਮੀਨ। ਮੀਨ ਕਹਿੰਦੇ ਮਛਲੀ ਨੂੰ। ਮਛਲੀ ਦੀ ਐਗਜ਼ਾਮਪਲ ਦਿੱਤੀ ਗਈ। ਮਛਲੀ ਦੀ ਐਗਜ਼ਾਮਪਲ ਕਿਉਂ ਦਿੱਤੀ ਮਨੁੱਖ ਨੂੰ? ਗੁਰਬਾਣੀ ਤੇ ਕਹਿੰਦੀ ਹੈ ਮਨੁੱਖ ਜਿਹੜਾ ਮਾਨਸ ਕੋ ਪ੍ਰਭ ਦੀ ਵਡਿਆਈ। ਮਨੁੱਖ ਸਾਰਿਆਂ ਤੋਂ ਉੱਪਰ ਸੁਪਰੀਮ ਹੈ। ਜਿੰਨੀ ਬਾਕੀ ਰਚਨਾ ਹੈ, ਸਭ ਤੋਂ ਸ਼੍ਰੋਮਣੀ ਰਚਨਾ ਜਿਹੜੀ ਹੈ ਉਹ ਮਨੁੱਖ ਹੈ। ਮਨੁੱਖ ਨੂੰ ਇੰਜ ਕਿਹਾ ਗਿਆ ਹੈ, ਜਿਵੇਂ ਬਚਨ ਹੁੰਦਾ ਨਾਨਕ ਮੇਰ ਸਰੀਰ ਕਾ। ਉਹਦਾ ਤੁਸੀਂ ਮਾਲਾ ਵੇਖੀ ਹੋਵੇਗੀ ਤੇ ਉਹਦੇ 'ਚ ਇੱਕ ਮਣਕਾ ਹੁੰਦਾ ਜਿਹੜਾ ਸਭ ਤੋਂ ਸੁਪਰੀਮ ਹੁੰਦਾ, ਵੱਡਾ ਹੁੰਦਾ ਹੈ, ਸਿਖਰ 'ਤੇ ਹੁੰਦਾ ਹੈ। ਉਹ ਤੋਂ ਬਾਅਦ ਫਿਰ ਗਾਂ ਸ਼ੁਰੂ ਹੁੰਦੇ ਨੇ ਦੂਜੇ ਛੋਟੇ ਮਣਕੇ। ਉਹ ਮਨੁੱਖ ਸਮਝ ਲਓ ਤੁਸੀਂ, ਉਹ ਸੁਪਰੀਮ ਹੈ, ਸਭ ਤੋਂ ਵੱਡਾ ਹੈ। ਇਸੇ ਲਈ ਇਹ ਬਚਨ ਹੈ ਮਾਨਸ ਕੋ ਪ੍ਰਭ ਦੀ ਵਡਿਆਈ। 84 ਲੱਖ ਜੋਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ। ਇਸੇ ਲਈ ਮਨੁੱਖ ਜਿਹੜਾ ਹੈ, ਇਹਦੇ ਲਈ ਗੁਰਬਾਣੀ ਹੈ, ਇਹਦੇ ਲਈ ਸਤ ਸੰਗਤ ਹੈ, ਇਹਦੇ ਲਈ ਰੱਬੀ ਪੁਰਸ਼ ਆਏ, ਇਹਦੇ ਲਈ ਅਵਤਾਰ ਆਏ, ਇਹਦੇ ਲਈ ਗੁਰੂ ਸਾਹਿਬਾਨ ਜਿਹੜੇ ਨੇ ਸੰਸਾਰ ਵਿੱਚ ਆਏ। ਸਫਰ ਮਨੁੱਖ ਕਰਦਾ ਕਿਉਂਕਿ ਕਰਮ ਜੂਨੀ ਇਹੀ ਹੈ। ਖੈਰ, ਉਹਦੇ ਵਿੱਚ ਪਰ ਮਨੁੱਖ ਨੂੰ ਸਮਝਾਉਣ ਦੀ ਮਛਲੀ ਦੀ ਐਗਜ਼ਾਮਪਲ ਦਿੱਤੀ ਗਈ। ਐਗਜ਼ਾਮਪਲ ਤਾਂ ਕਿਸੇ ਵੱਡੇ ਦੀ ਦਿੱਤੀ ਜਾਂਦੀ, ਅਹਿਮ ਦੀ ਦਿੱਤੀ ਜਾਂਦੀ ਹੈ। ਮਛਲੀ ਦੀ ਐਗਜ਼ਾਮਪਲ ਕਿਉਂ ਦਿੱਤੀ ਗਈ? ਉਹਦਾ ਇੱਕ ਬਹੁਤ ਵੱਡਾ ਕਾਰਨ ਹੈ, ਰੀਜ਼ਨ ਉਹਦੇ ਪਿੱਛੇ। ਮਛਲੀ ਦੇ ਵਿੱਚ ਤੇ ਸਿੱਖ ਦੇ ਜੀਵਨ ਦੇ ਵਿੱਚ ਇੱਕ ਕਾਮਨ ਗੁਣ ਹੈ। ਕਿਹੜਾ? ਮਛਲੀ ਨੂੰ ਜਨਮ ਪਾਣੀ ਨਹੀਂ ਦਿੰਦਾ, ਮਛਲੀ ਦਿੰਦੀ ਹੈ। ਮਛਲੀ ਦੇ ਅੰਡਿਆਂ 'ਚ ਵੀ ਮਛਲੀ ਪੈਦਾ ਹੁੰਦੀ ਹੈ। ਮਛਲੀ ਨੂੰ ਜਨਮ ਮਛਲੀ ਦਿੰਦੀ ਹੈ, ਪਰ ਉਹਨੂੰ ਜੀਵਨ ਪਾਣੀ ਦਿੰਦਾ ਹੈ। ਜਨਮ ਬੇਸ਼ੱਕ ਮਛਲੀ ਨੇ ਦਿੱਤਾ ਹੈ, ਪਰ ਉਹ ਪਲਦੀ ਪਾਣੀ ਦੇ ਵਿੱਚ ਹੈ। ਜਦ ਤੱਕ ਉਹ ਪਾਣੀ ਵਿੱਚੋਂ ਮਰਦੀ ਨਹੀਂ ਹੈ, ਭਾਵੇਂ ਉਹਦੇ 'ਤੇ ਤੁਸੀਂ ਤਲਵਾਰ ਦਾ ਵਾਰ ਕਰੋ, ਭਾਵੇਂ ਕੋਈ ਵਾਰ ਕਰੋ, ਪਾਣੀ ਉਹਨੂੰ ਬਚਾ ਜਾਂਦਾ ਹੈ ਜਿੰਨਾ ਚਿਰ ਉਹ ਪਾਣੀ ਦੇ ਵਿੱਚ। ਇਸੇ ਤਰ੍ਹਾਂ ਇਸ ਸਿੱਖ ਦੇ ਸਰੀਰ ਨੂੰ ਜਨਮ ਤੇ ਉਹਦੇ ਮਾਤਾ ਪਿਤਾ ਨੇ ਦਿੱਤਾ ਹੈ, ਪਰ ਇਹਦੇ ਜੀਵਨ ਨੂੰ ਜਨਮ ਬਾਣੀ ਦਿੰਦੀ ਹੈ। ਇਹ ਬਾਣੀ ਵਿੱਚ ਹੀ ਪਲਦਾ ਹੈ, ਬਾਣੀ ਵਿੱਚ ਹੀ ਰਹਿੰਦਾ ਹੈ। ਜਿੰਨੇ ਮਰਜ਼ੀ ਕੋਈ ਯਤਨ ਕਰ ਲੈ, ਇਸ ਜੀਵਨ ਦੀ ਰਾਖੀ ਬਾਣੀ ਕਰਦੀ ਹੈ, ਸ਼ਬਦ ਕਰਦਾ ਹੈ। ਬਾਣੀ 'ਚ ਪੜ੍ਹਦੇ ਸਤਿਗੁਰ ਮੇਰਾ ਰਖਵਾਲਾ ਹੋਆ, ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੈ ਕਿੱਥੈ ਮੈਨੋ ਲਏ ਛਡਾਈ। ਵਾਹਿਗੁਰੂ। ਜਦੋਂ ਮਛਲੀ ਨੂੰ ਖਤਮ ਕਰਨਾ ਹੋਵੇ ਨਾ, ਦੋ ਤਰੀਕੇ ਨੇ। ਜਾਂ ਪਾਣੀ ਤੋਂ ਵੱਖਰਾ ਕਰ ਦਿਓ, ਪਾਣੀ ਖਤਮ ਹੋ ਗਿਆ ਤਾਂ ਮਛਲੀ ਆਪੇ ਤਰਫ ਤਰਫ ਮਰ ਜੂ, ਜਾਂ ਪਾਣੀ ਵਿੱਚ ਕੋਈ ਕੈਮੀਕਲ ਮਿਲਾ ਦਿਓ, ਮਛਲੀ ਦੀ ਮੌਤ ਦਾ ਕਾਰਨ ਬਣ ਜਾਏਗਾ, ਬਿਮਾਰ ਹੋ ਜਾਏਗੀ। ਸਿੱਖ ਨੂੰ ਵੀ ਜੇ ਕਿਤੇ ਉਹਦੇ ਜੀਵਨ ਨੂੰ ਖਤਮ ਕਰਨਾ ਹੈ, ਸਿੱਖੀ ਵਾਲੇ ਨੂੰ, ਜਾਂ ਬਾਣੀ ਤੋਂ ਦੂਰ ਲੈ ਜਾਓ, ਬਾਣੀ ਖਤਮ ਕਰ ਦਿਓ, ਜਾਂ ਉਹਦੇ ਵਿੱਚ ਮਿਲਾਵਟ ਕਰ ਦਿਓ। ਜਦੋਂ ਮਿਲਾਵਟ ਉਹਦੇ ਵਿੱਚ ਆ ਜਾਏਗੀ ਤੇ ਉਹ ਆਪੇ ਆਤਮਿਕ ਮੌਤੇ ਖਤਮ ਹੋ ਜਾਏਗਾ ਜੀ। ਸਰੀਰਕ ਜੀਵਨ ਤੇ ਰਹੇਗਾ, ਪਰ ਆਤਮਿਕ ਜੀਵਨ ਖਤਮ ਹੋ ਜਾਏਗਾ, ਬਾਣੀ ਵਾਲਾ ਸਿੱਖੀ ਵਾਲਾ ਜੀਵਨ ਖਤਮ ਹੋ ਜਾਏਗਾ। ਇਹ ਤਰੀਕਾ ਵਰਤਣ ਦੀ ਕੋਸ਼ਿਸ਼ ਕੀਤੀ। ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਰੱਬੀ ਬਾਣੀ ਇਹ ਗ੍ਰੰਥ ਤਿਆਰ ਕਰ ਰਹੇ ਸੀ, ਸਾਰੀ ਬਾਣੀ ਇਕੱਤਰ ਕਰ ਰਹੇ ਸੀ, ਲਿਖੀ ਜਾ ਰਹੀ ਸੀ, ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖ ਰਹੇ ਸਨ, ਉਸ ਵੇਲੇ ਫਿਰ
ਜਿਹੜੇ ਉਸ ਵੇਲੇ ਦੇ ਮੰਨੇ ਪਰਮੰਨੇ ਸ਼ੇਖ ਅਹਿਮਦ ਸਰਹੰਦੀ ਵਰਗੇ ਸੀ, ਕੱਟੜ ਜਿਹੜੇ ਸੀ ਆਪਣੇ ਮਜ਼ਹਬ ਦੇ ਵਿੱਚ, ਉਹਨਾਂ ਨੇ ਜਹਾਂਗੀਰ ਨਾਲ ਗੱਲ ਕਰਕੇ ਆਪਣੇ 4 ਆਦਮੀ ਭੇਜੇ, ਜਿਨ੍ਹਾਂ ਨੂੰ ਉਹ ਆਪਣੇ ਮਜ਼ਹਬ ਵਿੱਚ ਬੜੇ ਉੱਚੇ ਅਹੁਦੇ ਦੇ ਨਾਲ ਉਹਨਾਂ ਨੂੰ ਬੁਲਾਉਂਦੇ ਸੀ, ਸਨਮਾਨ ਦਿੰਦੇ ਸੀ। ਜਿਵੇਂ ਆਪਾਂ ਭਗਤ ਕਹਿੰਦੇ ਆ, ਜਾਂ ਗੁਰਸਿੱਖ ਕਹਿ ਦਿੰਦੇ ਆ, ਜਾਂ ਬਾਬਾ ਜੀ ਲਫ਼ਜ਼ ਵਰਤ ਦਿੰਦੇ ਆ। ਉਹ 4 ਭੇਜੇ। ਉਹ ਵੀ ਆ ਗਏ ਗੁਰੂ ਸਾਹਿਬ ਜੀ ਕੋਲ, ਕਹਿਣ ਲੱਗੇ ਮਹਾਰਾਜ ਸਾਨੂੰ ਪਤਾ ਲੱਗਾ ਏ ਤੁਸੀਂ ਰੱਬੀ ਬਾਣੀ ਇਕੱਤਰ ਕਰ ਰਹੇ ਹੋ, ਸਾਰੇ ਭਗਤਾਂ ਦੀ, ਮਹਾਂਪੁਰਖਾਂ ਦੀ ਬਾਣੀ ਜਿਹੜੀ ਇਕੱਠੀ ਕਰ ਰਹੇ ਹੋ, ਗ੍ਰੰਥ ਤਿਆਰ ਹੋ ਰਿਹਾ ਹੈ। ਗੁਰੂ ਸਾਹਿਬ ਕਹਿਣ ਲੱਗੇ ਹਾਂ। ਕਹਿਣ ਲੱਗੇ ਜੀ ਅਸੀਂ ਵੀ ਬੜੇ ਉੱਚੀ ਅਵਸਥਾ ਦੇ ਮਾਲਕ ਭਗਤ ਹਾਂ, ਸਾਡੀ ਬਾਣੀ ਵੀ ਦਰਜ ਕਰ ਲਓ, ਕਿਉਂਕਿ ਮਿਲਾਵਟ ਕਰਨੀ ਹੈ। ਪਰ ਉਹਨਾਂ ਨੂੰ ਇਹ ਨਹੀਂ ਪਤਾ, ਇਹ ਰੱਬੀ ਜੋਤ ਜਿਹੜੀ ਹੈ, ਰੱਬੀ ਜੋਤ ਨੂੰ ਅਸੀਂ ਭੁਲੇਖੇ 'ਚ ਨਹੀਂ ਪਾ ਸਕਦੇ, ਇਹਨੂੰ ਪ੍ਰਭਾ ਨਹੀਂ ਸਕਦੇ। ਇੱਥੇ ਤੇ ਕੋੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਇੱਥੇ ਝੂਠ ਨੂੰ ਕੋਈ ਥਾਂ ਨਹੀਂ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਈ, ਇੱਥੇ ਝੂਠ ਨਹੀਂ ਟਿਕ ਸਕਦਾ। ਗੁਰੂ ਸਾਹਿਬ ਜੀ ਕਹਿਣ ਲੱਗੇ ਠੀਕ ਹੈ ਤੁਸੀਂ ਸੁਣਾਓ। ਉਹਨਾਂ 4 ਨੇ ਆਪਣੀ ਆਪਣੀ ਰਚਨਾ ਸੁਣਾਈ। ਇੱਕ ਸੀ ਕਾਨਾ, ਇੱਕ ਸੀ ਪੀਲੂ, ਸ਼ਾਹ ਹੁਸੈਨ ਤੇ ਛੱਜੂ। ਜਦੋਂ ਉਹਨਾਂ 4 ਦੀ ਰਚਨਾ ਸੁਣੀ ਨਾ, ਕਾਨਾ ਨੇ ਗੱਲ ਕੀਤੀ ਮੈਂ ਉਹ ਹੀਰੇ, ਮੈਂ ਉਹ ਹੀਰੇ, 3 ਲੋਕ ਜਿਨ ਮੋਹੀ ਰੇ। ਗੁਰੂ ਸਾਹਿਬ ਕਹਿਣ ਲੱਗੇ ਨਹੀਂ, ਇਹ ਬਾਣੀ ਉਹ ਹੈ ਜਿਹਦੇ ਵਿੱਚ ਰੱਬ ਬੋਲਦਾ ਹੈ। ਗੁਰੂ ਸਾਹਿਬ ਜੀ ਨੇ ਬਚਨ ਕੀਤੇ ਜੈਸੀ ਮੈਂ ਆਵੈ ਖਸਮ ਕੀ ਬਾਣੀ, ਆਪਣੀ ਨਹੀਂ ਕਿਹਾ, ਖਸਮ ਕੀ ਬਾਣੀ ਆਈ। ਗੁਰੂ ਅਰਜਨ ਸਾਹਿਬ ਦੇ ਬਚਨ ਪੜ੍ਹਦੇ ਨਾ, ਧੁਰ ਕੀ ਬਾਣੀ ਆਈ। ਕਿੱਡੇ ਖੂਬਸੂਰਤ ਬਚਨ ਹੈ। ਸਤਿਗੁਰ ਕੀ ਬਾਣੀ ਸਤ, ਸਤ ਕਰ ਜਾਣ ਹੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਮੈਂ ਦੀ ਤੇ ਗੱਲ ਹੀ ਨਹੀਂ ਗੀ, ਮੈਂ ਇਹਨੂੰ ਤੇ ਖਤਮ ਕਰਨਾ ਸੀ। ਗੁਰੂ ਸਾਹਿਬ ਕਹਿਣ ਲੱਗੇ ਤੁਹਾਡੀ ਰਚਨਾ 'ਚੋਂ ਤੁਸੀਂ ਬੋਲਦੇ ਹੋ, ਪਰੰਤੂ ਇੱਥੇ ਉਹ ਬਾਣੀ ਹੈ ਜਿਹਦੇ ਵਿੱਚ ਰੱਬ ਬੋਲਦਾ ਹੈ, ਅਕਾਲ ਪੁਰਖ ਬੋਲਦਾ ਹੈ, ਪਰਮੇਸ਼ਰ ਬੋਲਦਾ ਹੈ, ਰੱਬੀ ਬਚਨ ਜਿਹਨੂੰ ਕਹਿੰਦੇ ਆਪਾਂ। ਸਭਨਾਂ ਨੇ ਆਪਣੀ ਆਪਣੀ ਸੁਣਾਈ। ਪੀਲੂ ਨੇ ਦੱਸਿਆ ਕਿ ਕਿਤੇ ਕਾਗਜ਼ ਦੀ ਵੀ ਔਰਤ ਬਣੀ ਹੋਵੇ, ਭੁੱਲ ਕੇ ਵੀ ਨਾ ਦੇਖਿਓ। ਕਸਵੱਟੀ ਅੱਗੇ ਖੜੀ ਹੈ, ਸੋ ਕਿਉ ਮੰਦਾ ਆਖੀ ਹੈ, ਜਿਤ ਜੰਮੈ ਰਾਜਾਨ। ਉੱਥੇ ਉਹ ਵੀ ਕੱਚਾ ਹੋ ਗਿਆ। ਜੇ ਛੱਜੂ ਨੇ ਚਬਾਰਿਆਂ ਦੀ ਗੱਲ ਕੀਤੀ, ਗੁਰੂ ਸਾਹਿਬ ਜੀ ਨੇ ਉੱਥੇ ਵੀ ਕਹਿ ਦਿੱਤਾ ਨਹੀਂ, ਇੱਥੇ ਗੱਲ ਚਬਾਰਿਆਂ ਦੀ ਨਹੀਂ, ਇੱਥੇ ਤੇ ਚਰਨ ਧੂੜ ਦੀ ਖੇਡ ਆ ਸਾਰੀ। ਜੇ ਸ਼ਾਹ ਹੁਸੈਨ ਦੀ ਵਾਰੀ ਆਈ, ਉਹਨੇ ਵੀ ਕਹਿ ਦਿੱਤਾ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਕੀ ਨਾ ਜਾਈ ਵੇ ਅੜਿਆ। ਕਹਿਤਾ ਨਹੀਂ, ਇਸ ਬਾਣੀ ਦੇ ਵਿੱਚ ਵੇਖੋ ਗੁਰੂ ਸਾਹਿਬ ਜੀ ਨੇ ਰੱਬੀ ਹੁਕਮ ਕੀ ਦੱਸੇ ਹੈ, ਸੰਤ ਮਿਲੈ ਕਿਛ ਸੁਣੀਐ ਕਹੀਐ। ਚੁੱਪ ਦੀ ਗੱਲ ਕਰਦੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਹਿ ਦਿੱਤਾ ਚੁੱਪ ਹੈ, ਚੁੱਪ ਨਾ ਹੋਵੇ। ਉਹ ਤਾਂ ਕਰਮ ਕਾਂਡ। ਉਸ ਸਮੇਂ ਕਾਨੇ ਨੇ ਕਿਹਾ ਸੀ ਗੁਰੂ ਸਾਹਿਬ ਜੀ ਨੂੰ, ਗੁਰੂ ਜੀ ਇਹ ਦਰਜ ਕਰਨੀ ਪਏਗੀ, ਤੁਹਾਨੂੰ ਪਤਾ ਨਹੀਂ ਅਸੀਂ ਕਿੰਨਾ ਦੇ ਭੇਜੇ ਹੋਏ ਆ। ਜੇ ਸਾਡੀ ਰਚਨਾ ਨਾ ਦਰਜ ਕੀਤੀ ਇਸ ਗ੍ਰੰਥ ਦੇ ਵਿੱਚ, ਯਾਦ ਰੱਖੋ ਤੱਤੀਆਂ ਤਵੀਆਂ ਤੇ ਜਿਉਂਦਿਆਂ ਸਾੜਿਆ ਜਾਵੇਗਾ ਤੁਹਾਨੂੰ। ਜਿਹਨੂੰ ਲਿਖਾਰੀਆਂ ਲਿਖ ਦਿੱਤਾ ਜੀ ਕਾਨੇ ਨੇ ਸਰਾਪ ਦਿੱਤਾ ਸੀ, ਸਰਾਪ ਨਹੀਂ ਸੀ, ਉਹਨੇ ਜੋ ਪਲੈਨਿੰਗ ਸੀ ਸਮੇਂ ਦੀ ਹਕੂਮਤ ਦੀ ਉਹ ਬਿਆਨ ਕਰ ਦਿੱਤੀ ਸੀ। ਉਬਲਦੀਆਂ ਦੇਗਾਂ ਚੋਂ ਬਾਲਿਆ ਜਾਏਗਾ, ਤੁਹਾਨੂੰ ਸੁਕਾ ਸੁਕਾ ਕੇ ਖਤਮ ਕੀਤਾ ਜਾਏਗਾ ਯਾਸਾ ਕਾਨੂੰਨ ਦੇ ਮੁਤਾਬਕ, ਜੇ ਕਿਤੇ ਸਾਡੀ ਰਚਨਾ ਦਰਜ ਨਾ ਕੀਤੀ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਅੱਗੋਂ ਜਵਾਬ ਦਿੱਤਾ ਸੀ, ਇਹ ਤੇ ਅਕਾਲ ਪੁਰਖ ਜਾਣਦਾ ਹੈ ਕਿ ਇਹਦੇ ਕੋਲ ਕਿੰਨਾ ਸਮਾਂ ਹੈ, ਪਰ ਜਿੱਥੋਂ ਤੱਕ ਇਸ ਰੱਬੀ ਬਾਣੀ ਦੀ ਗੱਲ ਹੈ, ਬੇਸ਼ੱਕ ਜੋ ਮਰਜ਼ੀ ਜ਼ੁਲਮ ਮੇਰੇ ਸਰੀਰ ਤੇ ਹੋ ਜਾਣ ਮੈਂ ਝੱਲ ਲਵਾਂਗਾ, ਪਰ ਰੱਬੀ ਬਾਣੀ ਨਾਲ ਖਿਲਵਾੜ ਨਹੀਂ ਹੋਣ ਦੇਵਾਂਗਾ। ਇਹ ਕਾਰਨ ਸੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ। ਇਹ ਨਗਰ ਕੀਰਤਨ ਜਿਹੜੇ ਕੱਢੇ, ਇਹਨਾਂ ਦਾ ਮੁੱਖ ਮਕਸਦ ਹੀ ਹੈ ਇਹ ਕਾਰਨ ਸਾਨੂੰ ਪਤਾ ਲੱਗਣ। ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਿਉਂ ਕੀਤਾ, ਪਤਾ ਤੇ ਲੱਗੇ ਇਸ ਰੱਬੀ ਬਾਣੀ ਕਰਕੇ। ਇਸ ਰੱਬੀ ਬਾਣੀ ਵਿੱਚ ਮਿਲਾਵਟ ਨਹੀਂ ਹੋਣ ਦੇਣੀ।
ਬਾਣੀ ਦੀ ਥਾਂ ਕਿਸੇ ਹੋਰ ਨੂੰ ਨਹੀਂ ਲੈਣ ਦੇਣੀ। ਬੜੀ ਵੱਡੀ ਫਾਈਟ ਚੱਲ ਰਹੀ ਹੈ ਅੱਜ ਵੀ ਸਮਾਜ ਦੇ ਵਿੱਚ, ਸਮਾਜ ਕੀ ਸੰਸਾਰ ਦੇ ਵਿੱਚ ਹੀ, ਜਿੱਥੇ ਸੱਚ ਦੇ ਬਰਾਬਰ ਝੂਠ ਜਿਹੜਾ ਹੈ ਉਹਨੂੰ ਵੀ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਗੁਰੂ ਦੇ ਸਮਾਨ, ਬਾਣੀ ਦੇ ਸਮਾਨ, ਇਹਦੇ ਤੁੱਲ ਹੋਰ ਕੁਛ ਹੈ ਹੀ ਨਹੀਂ। ਇਹਦੇ ਤੁੱਲ ਬਾਕੀ ਜੋ ਕੁਛ ਹੈ ਉਹਨੂੰ ਪਤਾ ਬਾਣੀ 'ਚ ਕੀ ਕਿਹਾ ਹੈ। ਗੁਰੂ ਸਾਹਿਬ ਜੀ ਦਾ ਬਚਨ ਹੈ, ਗੁਰੂ ਜੀ ਕਹਿੰਦੇ ਸਭਸੇ ਉੱਪਰ ਗੁਰ ਸ਼ਬਦ ਵਿਚਾਰ। ਸਭ ਤੋਂ ਉੱਪਰ ਕੀ ਹੈ, ਸ਼੍ਰੋਮਣੀ ਕੀ ਹੈ, ਸ਼ਬਦ ਵਿਚਾਰ। ਇਸ ਤੋਂ ਇਲਾਵਾ ਹੋਰ ਕਥਨੀ ਵਧੋ ਨਾ ਸਗਲੀ ਸ਼ਾਰ। ਸ਼ਾਰ ਕਿਹਨੂੰ ਕਹਿੰਦੇ ਜੀ ਪਤਾ? ਫੋਕਟ ਜਿਹਦੇ 'ਚ ਤੱਤ ਨਾ ਹੋਵੇ। ਲੱਸੀ ਕਹਿ ਲਓ, ਸਵਾਹ ਕਹਿ ਲਓ, ਜਿਹਦੇ 'ਚੋਂ ਤੱਤ ਖਤਮ ਹੋ ਚੁੱਕਿਆ ਹੈ। ਇਸ ਸ਼ਬਦ ਦੀ ਵਿਚਾਰ ਤੋਂ, ਇਸ ਰੱਬੀ ਬਾਣੀ ਤੋਂ ਇਲਾਵਾ ਬਾਕੀ ਜਿੰਨੀ ਵੀ ਜੋ ਵੀ ਅਸੀਂ ਸਾਰੇ ਸਮਝੀ ਬੈਠੇ ਆ ਨਾ, ਉਹ ਸਮਝ ਲਓ ਇਹਦੇ ਬਰਾਬਰ ਖਤਮ ਹੈ, ਜ਼ੀਰੋ ਹੈ। ਉਹਦੇ 'ਚ ਕੁਛ ਨਹੀਂ ਹੈਗਾ, ਤੱਤ ਨਹੀਂ ਹੈ। ਹੁਣ ਬੰਦਾ ਲੱਸੀ 'ਚ ਮਧਾਣੀ ਪਾ ਕੇ ਰਿੜਕੀ ਜਾਵੇ ਕਿ ਮੈਨੂੰ ਮੱਖਣ ਮਿਲ ਜਾਏਗਾ, ਨਹੀਂ ਮਿਲੇਗਾ, ਕਿਉਂਕਿ ਤੱਤ ਵਿੱਚੋਂ ਨਿਕਲ ਚੁੱਕਿਆ ਹੈ, ਤੱਤ ਨਹੀਂ ਹੈ। ਗੁਰੂ ਰਹਿਮਤ ਕਰੇ ਕਿਤੇ ਇਹ ਨੁਕਤੇ ਸਾਡੀ ਸਮਝ ਆ ਜਾਓ। ਐਸੀ ਸ਼ਹਾਦਤ ਦੇ ਮੁੱਖ ਕਾਰਨ ਗੁਰਬਾਣੀ, ਮੁੱਖ ਕਾਰਨ ਕੀ? ਗੁਰਬਾਣੀ। ਦੂਜਾ ਗੁਰਬਾਣੀ ਦਾ ਪ੍ਰਚਾਰ, ਜਿਹੜਾ ਜਹਾਂਗੀਰ ਖੁਦ ਲਿਖਦਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਪਤਾ ਨਹੀਂ ਕਿੰਨੇ ਕੁ ਮੁਸਲਿਮ ਵੀਰ ਜਿਹੜੇ ਆ ਉਹ ਵੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਰਨ ਵਿੱਚ ਆਉਣ ਲੱਗ ਪਏ ਨੇ, ਜੋ ਮੈਨੂੰ ਬਰਦਾਸ਼ਤ ਨਹੀਂ ਹੈ। ਔਰ ਵੇਖੋ ਕਿੱਡੇ ਦੁੱਖ ਦੀ ਗੱਲ, ਦੁੱਖ ਭਰੀ ਕਮਾਲ ਦੀ ਗੱਲ, ਜਿਨ੍ਹਾਂ ਨੇ ਸ਼ਿਕਾਇਤਾਂ ਕਰ ਕਰਕੇ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਸੀ ਨਾ, ਹੁਣ ਹਿਸਟਰੀ ਪੜ੍ਹੀਏ ਤੇ ਸਾਨੂੰ ਇਹ ਸਾਰੀਆਂ ਗੱਲਾਂ ਸਮਝ ਆਉਣਾ। ਇਸ ਲਈ ਮੈਂ ਕਹਿੰਦਾ ਨਾ, ਸਾਡੀ ਤਰਾਸਦੀ ਅਸੀਂ ਪੜ੍ਹਦੇ ਨਹੀਂ ਹੈ। ਮੈਂ ਕਈ ਵਾਰ ਜਦੋਂ ਜਾਣਾ ਕਿਤੇ ਏਅਰਪੋਰਟ ਤੇ ਜਾਂ ਹੋਰਨਾਂ ਥਾਵਾਂ ਤੇ ਜਾਈਦਾ, ਵੇਖੀਦਾ ਹੈ ਕਿ ਜਿੰਨੇ ਗੋਰੇ ਨੇ ਸਭਨਾਂ ਦੇ ਹੱਥਾਂ ਦੇ ਵਿੱਚ ਬੁੱਕ ਹੈ। ਕੋਈ ਪੜ੍ਹ ਰਿਹਾ ਹੈ, ਕੋਈ ਅਖਬਾਰ ਪੜ੍ਹ ਰਿਹਾ ਹੈ, ਕੋਈ ਬੁੱਕ ਪੜ੍ਹ ਰਿਹਾ, ਕੋਈ ਕੁਛ ਪੜ੍ਹ ਰਿਹਾ ਹੈ। ਤੇ ਸਾਡੇ, ਮੈਂ ਵੀ ਤਾਂ ਤੁਹਾਡੇ ਵਰਗਾ ਹੀ, ਆਪਾਂ ਸਾਰੇ ਕੀ ਕਰਦੇ ਹਾਂ, ਕੰਨਾਂ 'ਚੋਂ ਲਾਈਆਂ ਹੁੰਦੀਆਂ ਟੂਟੀਆਂ ਜੀਆਂ, ਤੇ ਕੋਈ ਨਾ ਕੋਈ ਗਾਣਾ ਚੱਲ ਰਿਹਾ ਹੁੰਦਾ, ਨਾਲ ਐ ਸਿਰ ਹਿਲਾਈ ਜਾ ਰਹੇ ਹੁੰਦੇ। ਘਰਾਂ ਦੇ ਵਿੱਚ ਵੀ ਕਿਤੇ ਅਸੀਂ ਆਪਣੇ ਹਿਸਟਰੀ, ਆਪਣੇ ਇਤਿਹਾਸ ਦੀ ਕੋਈ ਬੁੱਕ ਨਹੀਂ ਰੱਖੀ ਕਿ ਕਿਤੇ ਸਾਡੇ ਬੱਚੇ ਪੜ੍ਹ ਲੈਣ। ਤੇ ਜੋ ਸਾਨੂੰ ਟੀਵੀ ਚੈਨਲਾਂ ਤੇ ਵਿਖਾਇਆ ਜਾਂਦਾ ਹੈ ਮੂਵੀਆਂ ਦੇ ਵਿੱਚ, ਉਹ ਤੇ ਤੁਹਾਨੂੰ ਵੀ ਪਤਾ ਹੈ ਸੱਚ ਕੀ ਹੈ ਤੇ ਝੂਠ ਕੀ ਹੈ, ਕੀ ਕੁਛ ਹੁੰਦਾ ਉਹਦੇ 'ਚ। ਖੈਰ, ਗੁਰੂ ਬਖਸ਼ਿਸ਼ ਕਰੇ। ਗੁਰੂ ਅਰਜਨ ਸਾਹਿਬ ਜੀ ਨੂੰ ਦੇ ਖਿਲਾਫ ਸ਼ਿਕਾਇਤਾਂ ਕਰਨ ਵਾਲਿਆਂ 'ਚੋਂ ਸਭ ਤੋਂ ਵੱਡਾ ਮੋਹਰੀ ਪਤਾ ਕੌਣ ਸੀ? ਤਰਨ ਤਾਰਨ ਦੇ ਲਾਗੇ ਸ਼ੇਖ ਫਤਿਹ ਨਾਂ ਸੁਣਿਆ ਹੋਣਾ, ਸ਼ੇਖ ਫਤਿਹ ਦਾ ਨਾਂ ਸੁਣਿਆ ਹੈ ਨਾ? ਉਹ ਸਭ ਤੋਂ ਮੋਹਰੀਆਂ 'ਚ ਸੀ, ਸਭ ਤੋਂ ਵੱਡਾ ਅੱਡਾ ਸੀ ਇਹ ਉਹਨਾਂ ਸਖੀ ਸਰਵਰੀਆਂ ਦਾ, ਜਿਨ੍ਹਾਂ ਦਾ ਚੇਲਾ ਸੀ ਸਭ ਤੋਂ ਵੱਡਾ ਭਾਈ ਮੰਝ, ਭਾਈ ਤੀਰਥਾ ਮੰਝਕੀ ਦਾ। ਮੰਝ ਤਾਂ ਕਹਿੰਦੇ ਭਾਈ ਮੰਝ, ਜਿਹੜਾ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਮਹਾਨ ਗੁਰਸਿੱਖ ਬਣਿਆ, ਤੇ ਜਿਹਦੀ ਕਮਾਈ ਹੋਈ ਸਿੱਖੀ ਨੂੰ ਵੇਖ ਕੇ ਗੁਰੂ ਸਾਹਿਬ ਜੀ ਨੇ ਕਿਹਾ ਸੀ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਆ ਬਰਦਾਸ਼ਤ ਨਹੀਂ ਹੋਇਆ ਉਹਨਾਂ ਲੋਕਾਂ ਕੋਲੋਂ ਕਿ ਸਾਡਾ ਏਡਾ ਵੱਡਾ ਜਿਹੜਾ ਆਗੂ ਸੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਰਨ ਵਿੱਚ ਚਲੇ ਗਿਆ। ਉਹਨਾਂ ਨੇ ਸ਼ਿਕਾਇਤਾਂ ਲਿਖ ਲਿਖ ਕੇ ਬਾਦਸ਼ਾਹ ਦੇ ਕੋਲ ਭੇਜੀਆਂ। ਤੇ ਜਿਹੜੀ ਮੈਂ ਦੁੱਖ ਦੀ ਗੱਲ ਕਹਿਣਾ, ਕਮਾਲ ਦੀ ਦੁੱਖ ਦੀ ਗੱਲ, ਕਿ ਜਿਹੜੇ ਗੁਰੂ ਅਰਜਨ ਸਾਹਿਬ ਜੀ ਦੇ ਇਹ ਕਾਤਲ ਲੋਕ ਸੀ, ਅੱਜ ਦੇ ਅਖਵਾਉਣ ਵਾਲੇ ਬਹੁਤ ਸਾਰੇ ਵੱਡੇ ਵੱਡੇ ਸਿੱਖ ਜਿਹੜੇ ਨੇ, ਉਹ ਜਦੋਂ ਕਿਤੇ ਕਿਸੇ ਦੀ ਗਾਂ ਮੱਝ ਸੂੰਦੀ ਆ ਤੇ ਖੀਰਾਂ ਲੈ ਕੇ ਚੜਾਉਣ ਜਾਂਦੇ ਉੱਥੇ, ਕਿਉਂਕਿ ਪਤਾ ਹੀ ਨਹੀਂ, ਕਦੀ ਪੜ੍ਹਿਆ ਹੀ ਨਹੀਂ। ਮੇਰੇ ਵਰਗੇ ਨੇ ਕਹਾਣੀ ਸੁਣਾਤੀ ਜੀ, ਗੁਰੂ ਅਰਜਨ ਸਾਹਿਬ ਨੇ ਵਰ ਦਿੱਤਾ ਸੀ ਤੁਹਾਡੇ ਕੁੱਤੇ ਵੀ ਖੀਰਾਂ ਨਹੀਂ ਖਾਇਆ ਕਰਨਗੇ। ਗੁਰੂ ਰਹਿਮਤ ਕਰੇ ਕਿਤੇ ਅੱਖਾਂ ਖੋਲੀਏ। ਗੁਰੂ ਬਾਣੀ 'ਚ ਪੜ੍ਹਦੇ ਵੀ ਆ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀਂ ਹੋਰ। ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਸਾਡਾ। ਜੋ ਤੁਹਾਡੇ ਦਿਲ ਕਰਦਾ ਗੁਰੂ ਕੇ ਲੰਗਰਾਂ 'ਚ ਲੈ ਕੇ ਜਾਓ, ਕੋਈ ਕਿਸੇ ਗੁਆਂਢੀ ਭੁੱਖੇ ਨੂੰ ਖਵਾ ਦਿਓ। ਘੱਟੋ ਘੱਟ ਇਹ ਅੱਖਾਂ ਖੋਲ੍ਹ ਕੇ ਦੇਖੀਏ
ਵੀ ਅਸਲ ਦੇ ਵਿੱਚ ਅਸੀਂ ਕਿੱਥੇ ਜਾ ਰਹੇ ਹਾਂ, ਕਿੰਨਾ ਅੱਗੇ ਜਾ ਕੇ ਅਸੀਂ ਨਕਮਸਤਕ ਹੋ ਰਹੇ ਹਾਂ। ਇਹ ਨਗਰ ਕੀਰਤਨ ਇਸੇ ਲਈ ਸੀ ਤਾਂ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਜਾਗਰੂਕ ਕਰਨ ਵਾਸਤੇ ਜਿਹੜੇ ਸਾਡੀ ਸੰਗਤ ਇਕੱਤਰ ਹੋਈ ਉਹਨਾਂ ਨੂੰ ਦੱਸੀਆਂ ਜਾਣ, ਉਹਨਾਂ ਨੂੰ ਸਮਝਾਈਆਂ ਜਾਣ, ਉਹਨਾਂ ਨੂੰ ਪਤਾ ਲੱਗੇ। ਕਈ ਕਹਿੰਦੇ ਨੇ ਸਾਡੇ ਤੇ ਵੱਡੇ ਵਡੇਰੇ ਕਰਦੇ ਆ ਰਹੇ ਸੀ, ਤੁਸੀਂ ਤਾਂ ਭਾਈ ਸਾਹਿਬ ਸ਼ਰਧਾ ਹੀ ਤੋੜਨ ਲੱਗ ਪਏ। ਮੈਂ ਇੱਕੋ ਜਵਾਬ ਦੇਣਾ ਹੁੰਦਾ, ਗੁਰੂ ਨਾਨਕ ਸਾਹਿਬ ਜੀ ਦਾ ਉਹ ਯਾਦ ਕਰੋ ਸੁਰਤ ਵਿੱਚ ਇਤਿਹਾਸ ਦਾ ਪੰਨਾ। ਹਰਿਦੁਆਰ ਦੀ ਧਰਤੀ ਹੈ ਜੀ, ਦੁਨੀਆ ਪਾਣੀ ਪਾ ਰਹੀ ਹੈ ਸੂਰਜ ਨੂੰ ਚੜ੍ਹਦੇ ਪਾਸੇ, ਤੇ ਗੁਰੂ ਬਾਬਾ ਨਾਨਕ ਸੱਚੇ ਪਾਤਸ਼ਾਹ ਜੀ ਲਹਿੰਦੇ ਪਾਸੇ ਪਾਣੀ ਸੁੱਟ ਰਹੇ ਸੀ। ਸਵਾਲ ਤੇ ਉਦੋਂ ਵੀ ਆਇਆ ਸੀ, ਸਾਡੀ ਤੇ ਬੜੀ ਸ਼ਰਧਾ ਸਦੀਆਂ ਤੋਂ ਚੱਲੀ ਆ ਰਹੀ ਹੈ, ਤੁਸੀਂ ਲਹਿੰਦੇ ਪਾਸੇ ਕਿਉਂ? ਤੇ ਗੁਰੂ ਸਾਹਿਬ ਜੀ ਨੇ ਉਸ ਸਮੇਂ ਗੱਲ ਸਮਝਾਈ ਸੀ, ਭਾਈ ਅਸਲ ਦੇ ਵਿੱਚ ਤੁਸੀਂ ਮਨੌਤ ਦੇ ਪਿੱਛੇ ਲੱਗ ਕੇ ਚੱਲ ਰਹੇ ਹੋ, ਤਾਤੇ ਦੇ ਵਿੱਚ ਕੁਛ ਵੀ ਨਹੀਂ। ਜੇ ਤੱਤ ਦੀ ਗੱਲ ਹੈ, ਮੇਰੇ ਤੇ ਖੇਤ ਵੀ ਨੇੜੇ ਆ, ਉੱਥੋਂ ਤੱਕ ਨਹੀਂ ਪਾਣੀ ਪਹੁੰਚ ਰਿਹਾ। ਉਹਨਾਂ ਦੀ ਅੰਨੀ ਸ਼ਰਧਾ ਤੋੜੀ ਸੀ, ਅੰਨੀ ਸ਼ਰਧਾ। ਮੈਂ ਕਹਿੰਦਾ ਸੱਚੀ ਸ਼ਰਧਾ ਦਾ ਸਤਿਕਾਰ ਕਰਦਾ, ਗੁਰੂ ਬਖਸ਼ਿਸ਼ ਕਰੇ ਕਿਤੇ ਸੱਚੀ ਸ਼ਰਧਾ ਸਾਡੇ ਅੰਦਰ ਜਾਗੇ। ਸੱਚੀ ਸ਼ਰਧਾ ਉਹ ਹੈ ਜਿਹੜੀ ਸੱਚੇ ਗੁਰੂ ਦੇ ਵਾਸਤੇ ਹੈ, ਸੱਚ ਦੇ ਵਾਸਤੇ ਹੈ, ਪਰਮਾਤਮਾ ਰੱਬ ਦੇ ਵਾਸਤੇ ਹੈ, ਮਨੌਤਾਂ ਵਾਸਤੇ ਨਹੀਂ। ਖੈਰ ਆਪਾਂ ਹੁਣ ਸ਼ਬਦ ਵਿਚਾਰ ਵਾਲੇ ਪਾਸੇ ਆਈਏ, ਕਿਉਂਕਿ ਇਹ ਜਿਹੜੀ ਸਿੱਧ ਗੋਸ਼ਟ ਦੀ ਬਾਣੀ ਹੈ ਨਾ, ਇਸ ਬਾਣੀ ਦਾ ਵੀ ਅਸਲ ਵਿੱਚ ਤੱਤ ਇਹੀ ਹੈ ਕਿ ਉਹਦੇ ਸਿੱਧ ਲੋਕ, ਯੋਗੀ ਲੋਕ ਨੇ, ਉਹ ਮਨੌਤਾਂ ਦੀ ਜ਼ਿੰਦਗੀ ਜੀ ਰਹੇ ਆ, ਮਨੌਤਾਂ ਨੂੰ ਧਰਮ ਸਮਝੀ ਬੈਠੇ ਆ। ਉਹਨਾਂ ਦਾ ਮੰਨਣਾ ਤੀਰਥ ਜਾਈਏ ਸੁੱਖ ਫਲ ਪਾਈਏ, ਤੀਰਥਾਂ ਤੇ ਜਾਵਾਂਗੇ ਸੁੱਖ ਰੂਪੀ ਫਲ ਮਿਲੇਗਾ। ਉਹਨਾਂ ਦਾ ਮੰਨਣਾ ਪਹਾੜਾਂ ਤੇ ਚੜ੍ਹ ਕੇ ਤਪ ਕਰਾਂਗੇ ਤੇ ਉਹਦਾ ਫਲ ਮਿਲੇਗਾ, ਜੰਗਲਾਂ ਦੇ ਵਿੱਚ ਘਾਹ ਫੂਸ ਖਾ ਕੇ ਅਸੀਂ ਤਪ ਕਰਾਂਗੇ ਉਹਦਾ ਫਲ ਮਿਲੇਗਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਰੱਦ ਕਰ ਦਿੱਤਾ ਸਾਰਾ, ਨਹੀਂ। ਹੁਣ ਉਹ ਸਵਾਲ ਕਰਦੇ ਨੇ, ਫਿਰ ਜੋ ਉਹਨਾਂ ਦੀ ਵਿਚਾਰਧਾਰਾ ਹੈ ਉਹਦੇ ਮੁਤਾਬਕ ਸਵਾਲ ਕਰਦੇ ਨੇ। ਗੁਰੂ ਸਾਹਿਬ ਜੀ ਉਹਨਾਂ ਦੇ ਹਰੇਕ ਸਵਾਲ ਦਾ ਅੱਗੋਂ ਜਵਾਬ ਦਿੰਦੇ ਨੇ, ਤਾਂ ਕਿ ਉਹਨਾਂ ਦੇ ਅੰਦਰ ਜਿਹੜੀ ਅੰਨੀ ਸ਼ਰਧਾ ਬਣੀ ਹੈ, ਅੰਨਾ ਗਿਆਨ ਜਿਹੜਾ ਹੈ ਉਹ ਖਤਮ ਹੋਵੇ, ਸਚਿਆਰ ਹੋਣ, ਸੱਚ ਦਾ ਪ੍ਰਕਾਸ਼ ਹੋਵੇ। ਗੁਰੂ ਦੀ ਸਭ ਤੋਂ ਵੱਡੀ ਖੂਬਸੂਰਤੀ ਕੀ ਹੈ ਕਿ ਗੁਰੂ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ, ਗੁਰੂ ਉਹਦੇ ਅੰਦਰ ਪ੍ਰਕਾਸ਼ ਕਰਦਾ ਹੈ। ਗੁਰੂ ਜੀ ਨੂੰ ਪੁੱਛ ਲਈਏ, ਗੁਰੂ ਜੀ ਕਹਿੰਦੇ ਗੁਰ ਪੂਰਾ ਭੇਟਿਓ ਵਡਭਾਗੀ। ਅੱਗੇ ਕੀ ਕਿਹਾ? ਮਨਹਿ ਭਇਆ ਪ੍ਰਗਾਸਾ। ਵੱਡਿਆਂ ਭਾਗਾਂ ਵਾਲੇ ਲੋਕ ਨੇ ਜਿਹੜੇ ਗੁਰੂ ਦੀ ਸ਼ਰਨ ਚ ਆਉਂਦੇ, ਤੇ ਜਿਹੜੇ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਗੁਰੂ ਇਹੋ ਜਿਹਾ ਸ਼ਬਦ ਦਾ ਦੀਪਕ ਉਹਨਾਂ ਦੇ ਅੰਦਰ ਬਾਲਦਾ ਹੈ, ਜਗਾਉਂਦਾ ਹੈ। ਉਹਨਾਂ ਦੇ ਅੰਦਰ ਸੋਝੀ ਹੋ ਜਾਂਦੀ ਹੈ, ਪ੍ਰਕਾਸ਼ ਹੋ ਜਾਂਦਾ ਹੈ, ਚਾਨਣ ਹੋ ਜਾਂਦਾ ਹੈ। ਉਹਨਾਂ ਨੂੰ ਸਮਝ ਆ ਜਾਂਦੀ ਹੈ ਸੱਚ ਤੇ ਝੂਠ ਦੀ, ਕੱਚ ਤੇ ਪੱਕ ਦੀ ਸਮਝ ਆ ਜਾਂਦੀ, ਪਰਖ ਆ ਜਾਂਦੀ ਹੈ। ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕੀ ਗਲਤ ਹੈ ਕੀ ਸਹੀ ਹੈ। ਉਹ ਫਿਰ ਸੱਚ ਦੇ ਮਾਰਗ ਤੇ ਚੱਲਦੇ ਨੇ, ਉਹ ਫਿਰ ਕੱਚ ਦੇ ਮਾਰਗ ਤੇ ਕਦੇ ਨਹੀਂ ਚੱਲਦੇ। ਗੁਰੂ ਬਖਸ਼ਿਸ਼ ਕਰੇ। ਆਓ ਆਪਾਂ ਹੁਣ ਅੱਜ 23ਵੀਂ ਪੌੜੀ ਜਿਹੜੀ ਹੈ ਉਹਦੀ ਵਿਚਾਰ ਆਰੰਭ ਹੋਣੀ ਹੈ। ਉਹਦੀ ਆਰੰਭਤਾ ਦਾ ਬਚਨ ਹੈ, ਆਦ ਕਉ ਬਿਸਮਾਦ ਵਿਚਾਰ ਕਥੀਅਲੇ ਸੁਨ ਨਿਰੰਤਰ ਵਾਸ ਲੀਆ। ਇੱਥੋਂ ਆਪਾਂ ਵਿਚਾਰ ਆਰੰਭ ਕਰਨੀ ਹੈ। ਪਿਛਲੀਆਂ ਪੌੜੀਆਂ 'ਚ ਇੱਕ ਸਵਾਲ ਆਇਆ ਸੀ ਗੁਰੂ ਸਾਹਿਬ ਜੀ ਦੇ ਸਾਹਮਣੇ। ਉਹ ਸਵਾਲ ਸੀ ਉਹਨਾਂ ਸਿੱਧ ਲੋਕਾਂ ਵੱਲੋਂ ਕਿ ਜਦੋਂ ਕੁਛ ਵੀ ਨਹੀਂ ਸੀ, ਸ੍ਰਿਸ਼ਟੀ ਦਾ ਆਦ ਕੀ ਸੀ, ਇਹ ਰਚਨਾ ਕਿਵੇਂ ਹੋਈ, ਰਚਨਾ ਤੋਂ ਪਹਿਲਾਂ ਕੀ ਕੁਛ ਸੀ। ਗੁਰੂ ਸਾਹਿਬ ਜੀ ਦੇ ਸਾਹਮਣੇ ਇਹ ਸਵਾਲ ਆਇਆ ਸੀ ਕਿ ਗੁਰੂ ਜੀ ਸਾਨੂੰ ਦੱਸੋ, ਇਸ ਸ੍ਰਿਸ਼ਟੀ ਦਾ ਮੂਲ ਕੀ ਹੈ, ਮੁੱਢ ਕੀ ਹੈ, ਇਸ ਸ੍ਰਿਸ਼ਟੀ ਦੀ ਰਚਨਾ ਆਰੰਭ ਹੋਈ ਕਿਵੇਂ। ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਅਸੀਂ ਵਿਚਾਰਾਂ ਜਿਹੜੀਆਂ ਅਸੀਂ ਪ੍ਰਚਲਿਤ ਕਰ ਦਿੱਤੀਆਂ ਗਈਆਂ। ਕਿਸੇ ਨੇ ਕਿਹਾ ਜੀ ਕੰਨ ਦੇ ਵਿੱਚੋਂ ਮੈਲ ਕੱਢੀ ਤੇ ਉਹਦੇ ਤੋਂ ਮਿੱਝ ਉਹ ਜਿਹੜੀ ਸੀ ਧਰਤੀ ਬਣ ਗਈ। ਕਿਸੇ ਨੇ ਕਹਿ ਦਿੱਤਾ ਜੀ ਫਲਾਣੇ ਦੀ ਮਿੱਝ ਤੋਂ ਧਰਤੀ ਬਣੀ ਹੈ। ਕਿਸੇ ਨੇ ਕੁਛ ਤਰੀਕਾ ਵਰਤਿਆ ਆਪਣੀ ਆਪਣੀ ਮੱਤ ਮੁਤਾਬਕ। ਕਹਿਣ ਲੱਗੇ ਮਹਾਰਾਜ ਤੁਸੀਂ ਦੱਸੋ ਹਾਂ, ਇਹ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ, ਸ੍ਰਿਸ਼ਟੀ ਦਾ ਮੂਲ ਕੀ ਹੈ, ਮੁੱਢ ਕੀ ਹੈ, ਜੜ ਕੀ ਹੈ। ਜਦੋਂ ਕੁਛ ਵੀ ਨਹੀਂ ਸੀ ਜੋ ਦਿਖਾਈ ਦੇ ਰਿਹਾ ਹੈ, ਨਾ ਇਹ ਧਰਤੀ ਸੀ, ਨਾ ਇਹ ਚੰਦਰਮਾ ਸੀ, ਨਾ ਸੂਰਜ ਸੀ, ਨਾ ਆਕਾਸ਼ ਸੀ, ਨਾ ਪਾਣੀ ਹਵਾ, ਕੁਛ ਵੀ ਨਹੀਂ ਸੀ।
ਉਦੋਂ ਕੀ ਸੀ? ਪਰਮਾਤਮਾ ਕਿੱਥੇ ਸੀ? ਹੁਣ ਤੇ ਆਪਾਂ ਕਹਿੰਦੇ ਘੱਟ ਘੱਟ ਮੈਂ ਹਰ ਜੂ ਬੱਸਾ, ਉਦੋਂ ਕਿੱਥੇ ਰਹਿੰਦਾ ਸੀ? ਗੁਰੂ ਸਾਹਿਬ ਜੀ ਉਹਦਾ ਫਿਰ ਜਵਾਬ ਦੇ ਰਹੇ ਨੇ ਉਸ ਸਵਾਲ ਦਾ। ਗੁਰੂ ਸਾਹਿਬ ਜੀ ਕਹਿੰਦੇ ਜਦੋਂ ਕੁਛ ਵੀ ਨਹੀਂ ਸੀ ਉਹਨੂੰ ਬਿਆਨ ਹੀ ਕਿਵੇਂ ਕਰੋਗੇ? ਜਦੋਂ ਹੈ ਹੀ ਕੁਛ ਨਹੀਂ ਸੀ। ਆਦਿ ਕੋ ਬਿਸਮਾਦ ਕਥੀਅਲੇ, ਬਿਸਮਾਦ ਦਾ ਅਰਥ ਤਾਂ ਅਚਰਜ, ਹੈਰਾਨ ਕਰ ਦੇਣ ਵਾਲਾ, ਜਿਹਦੇ ਲਈ ਬੋਲ ਨਾ ਹੋਣ, ਹੈਰਾਨ ਕਰ ਦੇਣ ਵਾਲਾ। ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਤੇ ਫਿਰ ਆਪਾਂ ਅਚਰਜ ਹੀ ਕਹਿ ਸਕਦੇ ਹਾਂ, ਭਾਵ ਉਹਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਦੋਂ ਇੱਕ ਹੀ ਸੀ ਕਿ ਸੁਨ ਨਿਰੰਤਰ ਵਾਸ ਲੀਆ। ਸੁਨ ਦਾ ਅਰਥ ਹੁੰਦਾ ਹੈ, ਕਹਿ ਲਓ ਤੁਸੀਂ ਕਿ ਸ਼ਾਂਤ, ਕੋਈ ਹਿਲ ਜੁਲ ਨਾ ਹੋਵੇ, ਕੋਈ ਆਵਾਜ਼ ਨਾ ਹੋਵੇ, ਇੱਕ ਰਸ, ਸ਼ਾਂਤ ਹੀ ਸੀ ਸਾਰਾ ਕੁਛ, ਕੋਈ ਹਿਲ ਜੁਲ ਨਹੀਂ, ਕਿਉਂਕਿ ਕੁਛ ਹੈ ਹੀ ਨਹੀਂ ਸੀ, ਹਿਲਣਾ ਜੁਲਣਾ ਕਿੰਨੇ ਸੀ? ਉਦੋਂ ਕੇਵਲ ਤੇ ਕੇਵਲ ਅਕਾਲ ਪੁਰਖ ਪਰਮਾਤਮਾ ਆਪ ਹੀ ਸੀ। ਪਰਮੇਸ਼ਰ ਆਪ ਹੀ ਸੀ, ਅਕਾਲ ਪੁਰਖ ਆਪ ਹੀ ਸੀ। ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ, ਹੁਣ ਉਸ ਪਰਮੇਸ਼ਰ ਪਰਮਾਤਮਾ ਦੇ ਨਾਲ ਅਸੀਂ ਜੁੜਨਾ ਹੈ। ਇਹਨੂੰ ਸੌਖਾ ਕਰ ਲਈ, ਅਰਥ ਪਕੜ 'ਚ ਆ ਜਾਣਗੇ। ਸਮੁੰਦਰ ਦੇ ਵਿੱਚੋਂ ਬੱਦਲ ਪਾਣੀ ਚੱਕਦੇ ਆ। ਆਪਾਂ ਕਹਿੰਦੇ ਆ ਕਿ ਸਮੁੰਦਰਾਂ ਵਿੱਚੋਂ, ਦਰਿਆਵਾਂ 'ਚੋਂ ਬੱਦਲ ਪਾਣੀ ਲੈ ਕੇ ਜਾਂਦੇ, ਚੱਕਦੇ ਨੇ, ਬਰਸਾਤ ਕਰਦੇ ਨੇ ਪਹਾੜਾਂ 'ਤੇ, ਹੋਰ ਥਾਵਾਂ 'ਤੇ। ਜਦੋਂ ਬਰਸਾਤ ਹੁੰਦੀ ਹੈ, ਉਸ ਪਾਣੀ ਦਾ ਇੱਕ ਸਫ਼ਰ ਆਰੰਭ ਹੋ ਜਾਂਦਾ ਹੈ। ਉਹ ਚਸ਼ਮਿਆਂ ਦੇ ਰੂਪ ਵਿੱਚ ਵਗਣਾ ਸ਼ੁਰੂ ਕਰਦਾ ਹੈ, ਅੱਗੇ ਫਿਰ ਉਹ ਜਾ ਕੇ ਨਾਲਿਆਂ 'ਚ, ਫਿਰ ਨਦੀਆਂ ਦਾ ਰੂਪ ਧਾਰਨ ਕਰਦਾ ਹੈ, ਫਿਰ ਦਰਿਆਵਾਂ, ਤੇ ਫਿਰ ਸਮੁੰਦਰ, ਉਸੇ ਸਮੁੰਦਰ ਵਿੱਚ ਜਾ ਕੇ ਮਿਲ ਜਾਂਦਾ ਹੈ ਜਿੱਥੋਂ ਗਿਆ ਸੀ। ਗੁਰਬਾਣੀ ਕਹਿੰਦੀ ਜਹ ਤੇ ਉਪਜੇ ਤਹਾਂ ਸਮਾਏ। ਇਸੇ ਤਰ੍ਹਾਂ ਮਨੁੱਖ ਦਾ ਵੀ ਇੱਕ ਸਫ਼ਰ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਹੁਕਮ 'ਚੋਂ ਆਇਆ ਹੈ, ਜਨਮ ਹੋਇਆ, ਫਿਰ ਉਹਦਾ ਸਫ਼ਰ ਆਰੰਭ ਹੁੰਦਾ ਹੈ। ਉਹਨੇ ਉਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਹੁਕਮ ਦੇ ਵਿੱਚ ਲੀਨ ਹੋਣਾ ਹੈ। ਉਹਦੇ ਲਈ ਉਹ ਫਿਰ ਸਤ ਸੰਗਤ, ਜਿਵੇਂ ਨਦੀਆਂ ਨਾਲਿਆਂ ਦਾ ਸਾਥ ਕਰਦਾ ਹੈ ਉਹ ਪਾਣੀ, ਉਹ ਜਿਹੜੀ ਨਿਰਮਲ ਬੂੰਦ ਆਕਾਸ਼ ਕੀ ਸੀ, ਕਿਸੇ ਤਰ੍ਹਾਂ ਮੈਂ ਉਸੇ ਸਮੁੰਦਰ ਵਿੱਚ ਪਹੁੰਚ ਜਾਵਾਂ ਜਿੱਥੋਂ ਗਿਆ ਸੀ। ਇਸੇ ਤਰ੍ਹਾਂ ਫਿਰ ਅਸੀਂ ਚਾਹੇ ਗੁਰਦੁਆਰਾ, ਮੰਦਰ, ਮਸਜਿਦ, ਧਰਮ ਅਸਥਾਨ ਜਿੰਨੇ ਵੀ ਹੈ, ਸਤ ਸੰਗਤ, ਇਸੇ ਲਈ ਫਿਰ ਉਹਦਾ ਸਾਥ ਕਰਦੇ ਹਾਂ। ਕਿਸੇ ਤਰੀਕੇ ਨਾਲ ਸਾਡਾ ਜੀਵਨ ਉਸ ਰੱਬੀ ਹੁਕਮ ਦੇ ਵਿੱਚ ਜਾ ਕੇ ਇੱਕਮਿਕ ਹੋ ਜਾਵੇ, ਜਿਸ ਰੱਬੀ ਹੁਕਮ ਦੇ ਵਿੱਚੋਂ ਅਸੀਂ ਆਏ। ਪਰਮੇਸ਼ਰ ਨਾਲ ਇੱਕਮਿਕ ਹੋ ਜਾਣਾ, ਜਿਹਨੂੰ ਗੁਰੂ ਸਾਹਿਬ ਜੀ ਨੇ ਬਾਣੀ 'ਚ ਇੰਝ ਕਿਹਾ ਹੈ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਫਿਰ ਕੀ ਹੁੰਦਾ ਹੈ? ਮਿਟ ਗਏ ਗਵਨ ਪਾਏ ਵਿਸ਼ਰਾਮ। ਵਿਸ਼ਰਾਮ ਦਾ ਅਰਥ ਹੁੰਦਾ ਹੈ ਟਿਕਾਣਾ, ਜਿੱਥੇ ਟਿਕ ਗਏ ਆ, ਟਿਕਾ ਕਹਿ ਲਓ, ਟਿਕਾ ਕਹਿ ਲਓ, ਸੌਖਾ ਅਰਥ ਇਹਦਾ ਟਿਕਾ, ਠਹਿਰ ਜਾਣਾ, ਭਾਵ ਜਿੱਥੇ ਗਾ ਸਫ਼ਰ ਨਹੀਂ ਹੁੰਦਾ। ਗਵਨ ਦਾ ਅਰਥ ਹੁੰਦਾ ਚੱਲਣਾ, ਸਫ਼ਰ ਖਤਮ ਹੋ ਜਾਂਦਾ ਹੈ ਜਦੋਂ ਅਸੀਂ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਨਾਲ ਇੱਕਮਿਕ ਹੋ ਜਾਂਦੇ ਹਾਂ। ਫਿਰ ਸਵਾਲ ਖੜਾ ਹੋਇਆ, ਗੁਰੂ ਨਾਨਕ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨਾਲ ਇੱਕਮਿਕ ਹੋਣਾ ਹੈ, ਉਹਦੇ ਲਈ ਫਿਰ ਤਰੀਕਾ ਕਿਹੜਾ? ਕਿਹੜਾ ਤਰੀਕਾ ਜਿਸ ਤਰੀਕੇ ਨਾਲ ਅਸੀਂ ਇੱਕਮਿਕ ਹੋ ਸਕਦੇ ਹਾਂ? ਉਸ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਰੱਬੀ ਜੋਤ ਨਾਲ ਅਸੀਂ ਇੱਕਮਿਕ ਹੋ ਸਕਦੇ ਹਾਂ। ਉਸ ਵਿਸ਼ਾਲ ਸਮੁੰਦਰ ਵਿੱਚ ਅਸੀਂ ਇੱਕਮਿਕ ਹੋ ਸਕਦੇ ਹਾਂ। ਪਵਨ ਹੈ ਮਹਿ ਪਵਨ ਮਿਲਾਇਆ, ਜੋਤੀ ਮਹਿ ਜੋਤ ਰਲ ਜਾਇਆ। ਉਹ ਕਿਹੜਾ ਤਰੀਕਾ ਹੈ? ਜਿਵੇਂ ਹਵਾ ਹਵਾ ਵਿੱਚ ਇੱਕਮਿਕ ਹੋ ਜਾਂਦੀ ਹੈ, ਜੋਤ ਦੋ ਲਾਈਟਾਂ ਇਕੱਠੀਆਂ ਕਰ ਦਿਓ, ਇੱਕੋ ਰੋਸ਼ਨੀ ਉਹਨਾਂ ਦੀ ਹੋ ਜਾਂਦੀ ਹੈ। ਮਿੱਟੀ ਵਿੱਚ ਮਿੱਟੀ ਮਿਲਾ ਦਿਓ, ਇੱਕ ਹੋ ਜਾਂਦੇ ਨੇ। ਇਸ ਤਰ੍ਹਾਂ ਕਿਹੜਾ ਤਰੀਕਾ ਹੈ ਉਸ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨਾਲ ਇੱਕਮਿਕ ਹੋਣ ਦਾ? ਬੇਸ਼ੱਕ ਪੰਜਾਂ ਤੱਤਾਂ ਦੀ ਗੱਲ ਕੀਤੀ ਗਈ, ਹਵਾ ਹਵਾ 'ਚ ਮਿਲ ਗਈ, ਪਾਣੀ ਪਾਣੀ 'ਚ ਮਿਲ ਗਿਆ, ਮਿੱਟੀ ਮਿੱਟੀ 'ਚ ਮਿਲ ਗਈ। ਇਸੇ ਤਰੀਕੇ ਨਾਲ ਸਾਡੇ ਜਿਹੜੀ, ਜਿਹਨੂੰ ਅਸੀਂ ਆਤਮਾ ਕਹਿੰਦੇ ਆ, ਇਹ ਪਰਮਾਤਮਾ ਨਾਲ ਇੱਕਮਿਕ ਹੋ ਜਾਵੇ। ਤਰੀਕਾ ਕਿਹੜਾ? ਸਾਧਨ ਕਿਹੜਾ? ਕਿਉਂਕਿ ਤਰੀਕੇ ਜਿਹੜੇ ਨੇ, ਇਹਨਾਂ ਨੂੰ ਲੈ ਕੇ ਸਾਰਾ ਟਪੜਾ ਪਿਆ ਹੋਇਆ ਹੈ। ਕੋਈ ਤਰੀਕਾ ਕਿਸੇ ਤਰੀਕੇ ਦਾ ਵਰਤਦਾ ਹੈ,
ਸਾਧਨਾ ਦਾ, ਕੋਈ ਤਰੀਕਾ ਦਾਨ ਪੁੰਨ ਵਾਲਾ ਵਰਤਦਾ ਹੈ, ਕੋਈ ਤਰੀਕਾ ਸਮਾਧੀਆਂ ਵਾਲਾ ਵਰਤ ਰਿਹਾ ਹੈ, ਕੋਈ ਤਰੀਕਾ ਕਿਸੇ ਤਰੀਕੇ ਨਾਲ। ਗੁਰੂ ਸਾਹਿਬ ਜੀ ਨੇ ਫਿਰ ਅੱਗੋਂ ਜਿਹੜਾ ਜਵਾਬ ਦਿੱਤਾ, ਗੁਰੂ ਸਾਹਿਬ ਜੀ ਕਹਿੰਦੇ ਅਕਲਪਤ ਮੁਦਰਾ, ਮੁਦਰਾ ਕਹਿੰਦੇ ਨੇ ਤਰੀਕਾ, ਜੋ ਕਹਿੰਦੇ ਐਸ ਮੁਦਰਾ ਵਿੱਚ ਆਹ ਕੰਮ ਕਰਨਾ। ਜਿਸ ਤਰ੍ਹਾਂ ਜਿਹੜੇ ਯੋਗਾ ਕਰਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ, ਉਹ ਕਹਿੰਦੇ ਐਸ ਮੁਦਰਾ ਵਿੱਚ ਆਹ ਯੋਗਾ ਕਰਨਾ ਹੈ, ਤਰੀਕਾ। ਅਕਲਪਤ ਕਹਿੰਦੇ ਜਿਹੜਾ ਇੱਕ ਹੁੰਦਾ ਕਲਪਤ, ਕਲਪਨਾ, ਬੰਦੇ ਨੇ ਦਿਮਾਗ ਨਾਲ ਕਲਪਿਆ, ਭਾਵ ਫਰਜ਼ੀ, ਫੇਕ ਕਹਿ ਲਓ, ਮਨੁੱਖ ਦੀ ਆਪਣੀ ਘਾੜਤ, ਆਪਣਾ ਖਿਆਲ। ਆਪਾਂ ਕਹਿੰਦੇ ਇਹ ਬੰਦਾ ਤਾਂ ਐਵੇਂ ਬਸ ਕਲਪਨਾ ਦੀ ਦੁਨੀਆ 'ਚ ਫਿਰਦਾ ਹੈ। ਇੱਕ ਹੁੰਦਾ ਅਕਲਪਤ, ਭਾਵ ਜੋ ਕਲਪਨਾ ਨਹੀਂ ਹੈ, ਜੋ ਰੀਅਲ ਹੈ, ਜੋ ਸੱਚ ਹੈ, ਜੋ ਅਸਲੀ ਹੈ, ਉਹਨੂੰ ਕਹਿੰਦੇ ਅਕਲਪਤ। ਕਲਪਤ ਹੋ ਗਿਆ ਕਲਪਨਾ, ਅਕਲਪਤ ਕਹਿੰਦੇ ਜਿਹੜੇ ਕਲਪਨਾ ਤੋਂ ਰਹਿਤ ਹੈ, ਅਸਲੀ। ਅਕਲਪਤ ਮੁਦਰਾ ਭਾਵ ਅਸਲੀ ਤਰੀਕਾ, ਅਸਲੀ ਸਾਧਨ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀਅਲੇ। ਅਸਲੀ ਤਰੀਕਾ ਹੈ ਗੁਰੂ ਦੇ ਗਿਆਨ ਦੀ ਵਿਚਾਰ, ਭਾਵ ਗੁਰੂ ਦੇ ਸ਼ਬਦ ਦੀ ਵਿਚਾਰ। ਗੁਰੂ ਕੀ ਕਹਿ ਰਿਹਾ ਹੈ, ਜੋ ਗੁਰੂ ਕਹਿ ਰਿਹਾ ਹੈ ਉਹਨੂੰ ਅਸੀਂ ਉਹ ਤਰੀਕਾ ਬਣਾ ਲਈਏ, ਉਹਨੂੰ ਅਸੀਂ ਉਹ ਸਾਧਨ ਬਣਾ ਕੇ ਉਹਦੇ ਮੁਤਾਬਕ ਚੱਲੀਏ, ਉਹਨੂੰ ਵਰਤੀਏ। ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀਅਲੇ, ਘਟ ਘਟ ਸਾਚਾ ਸਰਬ ਜੀਆਂ। ਗੁਰੂ ਦਾ ਗਿਆਨ ਕੀ ਹੈ? ਜਿਸ ਪਰਮੇਸ਼ਰ ਨਾਲ ਇੱਕਮਿਕ ਹੋਣਾ ਹੈ ਨਾ, ਉਹ ਸਦਾ ਥਿਰ ਪਰਮੇਸ਼ਰ ਹਰੇਕ ਥਾਂ ਤੇ ਰਮਿਆ ਹੋਇਆ ਹੈ, ਹਰੇਕ ਦੇ ਅੰਦਰ ਰਮਿਆ ਹੋਇਆ ਹੈ। ਉਹ ਕੋਈ ਵਿਸ਼ੇਸ਼ ਜਗ੍ਹਾ ਤੇ ਨਹੀਂ ਹੈ, ਉਹਨੂੰ ਕਿਸੇ ਵਿਸ਼ੇਸ਼ ਤਰੀਕੇ ਨਾਲ ਜਾਂ ਕੋਈ ਸਾਧਨਾ ਕਰਨ ਨਾਲ ਨਹੀਂ ਪਾਇਆ ਜਾਂਦਾ। ਉਹ ਤੇ ਸਭਨਾਂ ਦੇ ਅੰਦਰ ਹੈ, ਸਭ ਥਾਵਾਂ ਤੇ ਹੈ। ਆਪਾਂ ਤੇ ਰੋਜ਼ਾਨਾ ਪੜ੍ਹਦੇ ਵੀ ਹਾਂ, ਘਟ ਘਟ ਮੈਂ ਹਰ ਜੂ ਵਸੈ। ਕਿੱਡਾ ਖੂਬਸੂਰਤ ਬਚਨ ਹੈ ਗੁਰੂ ਸਾਹਿਬ ਜੀ ਦਾ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਜਿਹੜਾ ਪਰਮੇਸ਼ਰ ਸਰਬ ਨਿਵਾਸ, ਸਭਨਾਂ ਦੇ ਵਿੱਚ ਜਿਹੜਾ ਵਰਤ ਰਿਹਾ ਹੈ, ਤੇਰੇ ਸੰਗ ਵੀ ਸਮਾਇਆ ਹੋਇਆ। ਕਿਵੇਂ? ਪੋਹਪ ਮੱਧ ਜਿਉਂ ਬਾਸ ਵਸਤ ਹੈ, ਫੁੱਲ ਵਿੱਚ ਜਿਵੇਂ ਸੁਗੰਧੀ ਹੈ। ਮੁਕਰ ਮਾਹੇ ਜੈਸੇ ਛਾਈ, ਮੁਕਰ ਦਾ ਭਾਵ ਸ਼ੀਸ਼ਾ। ਸ਼ੀਸ਼ੇ ਵਿੱਚ ਆਪਾਂ ਦੇਖੀਏ, ਉਹਦੇ ਵਿੱਚ ਤੇ ਨਹੀਂ ਆਪਾਂ, ਪਰ ਜਦੋਂ ਸਾਹਮਣੇ ਹੁੰਦੇ ਆ ਸਾਨੂੰ ਸਾਡਾ ਅਕਸ ਦਿਖਾਈ ਦਿੰਦਾ ਹੈ। ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਇਹ ਭਾਈ, ਇਸੇ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਜਿਹਨੇ ਤੈਨੂੰ ਪੈਦਾ ਕੀਤਾ ਤੇਰੇ ਅੰਦਰ ਹੈ, ਉਹਨੂੰ ਆਪਣੇ ਅੰਦਰੋਂ ਭਾਲ, ਆਪਣੇ ਅੰਦਰੋਂ ਦੇਖ। ਤਰੀਕਾ ਕਿਹੜਾ? ਕਿਉਂਕਿ ਜਦੋਂ ਵੀ ਕੋਸ਼ਿਸ਼ ਕੀਤੀ ਰੱਬ ਨੂੰ ਬਾਹਰੋਂ ਦੇਖਣ ਦੀ ਕੋਸ਼ਿਸ਼ ਕੀਤੀ ਹੈ, ਬਾਹਰਲੀਆਂ ਥਾਵਾਂ ਤੋਂ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਆਪਣੇ ਜੀਵਨ ਦੇ ਅੰਦਰ ਝਾਤ ਮਾਰ ਕੇ ਉਹਨੂੰ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ। ਇੱਕ ਬਚਨ ਆਉਂਦਾ ਬਾਣੀ ਦਾ, ਪੱਛਮ ਦੇਸ਼ ਹਰੀ ਕਾ ਬਾਸਾ, ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਬਸੈ ਅੱਲ੍ਹ ਮੁਕਾਮਾ। ਪੱਛਮ ਅੱਲ੍ਹ ਮੁਕਾਮਾ, ਦਿਲ ਮਹਿ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਇੱਕ ਕਹਿੰਦਾ ਦੱਖਣ ਵਿੱਚ ਹੈ ਪਰਮਾਤਮਾ, ਉਸ ਦਿਸ਼ਾ ਵੱਲ ਹੈ, ਹਰੀ ਉੱਧਰ ਰਹਿੰਦਾ ਹੈ। ਦੂਜਾ ਕਹਿੰਦਾ ਨਹੀਂ, ਪੱਛਮ ਵੱਲ ਹੈ। ਇਸੇ ਲਈ ਜਦੋਂ ਕਦੇ ਉਹ ਰੱਬ ਨਾਲ ਜੁੜਨ ਦੀ ਗੱਲ ਕਰਦੇ ਹੈ, ਉਹ ਆਪਣੀਆਂ ਦਿਸ਼ਾਵਾਂ ਨੂੰ ਮੁੱਖ ਰੱਖ ਕੇ, ਮੂੰਹ ਕਰਕੇ ਫਿਰ ਉਸ ਪਾਸੇ ਗੱਲ ਕਰਦੇ ਆ। ਸਾਨੂੰ ਤਾਂ ਸਾਖੀ ਬੜੀ ਸੁਣਾਈ ਇੱਕ ਵਿਦਵਾਨਾਂ ਨੇ। ਗੁਰੂ ਨਾਨਕ ਪਾਤਸ਼ਾਹ ਜੀ ਮੱਕੇ ਜਾਂਦੇ ਨੇ ਤੇ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਹੈ, ਭਾਈ ਜਿੱਧਰ ਰੱਬ ਦਾ ਘਰ ਨਹੀਂ ਹੈ ਮੇਰੇ ਪੈਰ ਉਧਰ ਕਰ ਦੇ। ਵੀ ਜੇ ਤੈਨੂੰ ਇੰਝ ਲੱਗਦਾ ਹੈ, ਮਹਿਸੂਸ ਹੋ ਰਿਹਾ ਹੈ ਵੀ ਇਸ ਪਾਸੇ ਸਾਡੇ ਰੱਬ ਦਾ ਘਰ ਹੈ, ਜਿੱਧਰ ਨਹੀਂ ਰੱਬ ਦਾ ਘਰ ਫਿਰ ਉਧਰ ਪੈਰ ਕਰਦੇ ਮੇਰੇ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਉਹ ਜਿਹੜੇ ਪਾਸੇ ਦੇਖਦਾ ਹੈ ਉਸੇ ਪਾਸੇ ਰੱਬ ਦਾ ਘਰ ਹੈ। ਅੱਖਾਂ ਤੋਂ ਪਰਦਾ ਲੱਥ ਗਿਆ। ਗੁਰੂ ਬਖਸ਼ਿਸ਼ ਕਰੇ ਕਿਤੇ ਨੁਕਤਾ ਸਮਝ ਆ ਜਾਏ। ਬੜਾ ਖੂਬਸੂਰਤ ਬਚਨ ਹੈ। ਗੁਰੂ ਸਾਹਿਬ ਜੀ ਕਹਿੰਦੇ, ਬੰਦੇ ਖੋਜ ਦਿਲ ਹਰ ਰੋਜ਼,
ਨਾ ਫਿਰ ਪਰੇਸ਼ਾਨੀ ਮਾਹੀ। ਕਿੱਡਾ ਖੂਬਸੂਰਤ ਬਚਨ ਪੜ੍ਹਦੇ ਆ, ਸਭ ਕਿਛ ਘਰ ਮਹਿ ਬਾਹਰ ਨਾਹੀਂ। ਤੇ ਅੱਗੇ ਕੀ ਕਿਹਾ, ਬਾਹਰ ਟੋਲੇ ਸੋ ਭਰਮ ਭੁਲਾਹੀ, ਗੁਰ ਪ੍ਰਸਾਦ ਜਿਨੀ ਅੰਤਰ ਪਾਇਆ। ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੇ ਨਾਲ ਜਿਨ੍ਹਾਂ ਦੇ ਵੀ ਇੱਕਮਿਕ ਹੋਏ ਨੇ ਨਾ ਜੀਵਨ, ਜਾਂ ਜਿਨ੍ਹਾਂ ਨੂੰ ਵੀ ਰੱਬ ਦੀ ਪ੍ਰਾਪਤੀ ਮਿਲੀ ਹੈ, ਮੈਂ ਬੇਨਤੀ ਕਰਾਂ ਆਪਣੇ ਜੀਵਨ 'ਚੋਂ ਮਿਲੀ ਹੈ। ਜਿਹਨੂੰ ਆਪਣੇ ਜੀਵਨ ਵਿੱਚੋਂ ਰੱਬ ਨਹੀਂ ਨਾ ਦਿਖਾਈ ਦਿੱਤਾ, ਉਹ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਦੇ ਜਿਹੜਾ ਰੱਬ ਦਿਸ ਹੀ ਨਹੀਂ ਸਕਦਾ। ਗੁਰੂ ਸਾਹਿਬ ਜੀ ਨੇ ਕਿਹਾ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਮੇਰੇ ਗੁਰੂ ਨੇ ਗਿਆਨ ਮੈਨੂੰ ਦੱਸਿਆ, ਜਿਸ ਨੂੰ ਆਪਣੇ ਅੰਦਰੋਂ ਰੱਬ ਨਹੀਂ ਨਾ ਦਿਖਾਈ ਦਿੱਤਾ, ਉਹ ਦੂਜੇ ਚੋਂ ਦੇਖ ਹੀ ਨਹੀਂ ਸਕਦਾ। ਗੁਰੂ ਬਖਸ਼ਿਸ਼ ਕਰੇ ਕਿਤੇ ਇਸ ਨੁਕਤੇ ਦੀ ਸਾਨੂੰ ਸਮਝ ਆ ਜਾਵੇ। ਇਸੇ ਲਈ ਵਾਰ-ਵਾਰ ਕਿਹਾ ਜਾਂਦਾ ਹੈ, ਜਦੋਂ ਕਿਤੇ ਜੀਵਨ ਦੇ ਕਰਮਾਂ ਦੀ ਗੱਲ ਚੱਲੀ ਤੇ ਬਚਨ ਕਹਿ ਦਿੱਤਾ ਸੀ, ਆਪ ਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ। ਕਿੱਡਾ ਖੂਬਸੂਰਤ ਬਚਨ ਸੀ ਬਾਬਾ ਜੀ ਦਾ, ਬਾਬਾ ਫਰੀਦ ਜੀ ਦਾ। ਫਰੀਦਾ ਆਪ ਸਵਾਰ ਹੈ, ਆਪਣੇ ਆਪ ਨੂੰ ਸਵਾਰ। ਕੀ ਹੋਵੇਗਾ, ਮੈਂ ਮਿਲੇ। ਜਦੋਂ ਤੂੰ ਆਪਣੇ ਆਪ ਨੂੰ ਸਵਾਰੇਗਾ ਤਾਂ ਮੈਂ ਮਿਲ ਜਾਵਾਂਗਾ। ਇਹ ਤੋਂ ਸੌਖਾ ਹੋਰ ਕੋਈ ਬਚਨ ਹੋ ਸਕਦਾ ਜੀ? ਸੌਖਾ ਹੋਰ ਕੋਈ ਗਿਆਨ ਹੋ ਸਕਦਾ? ਤੂੰ ਬਾਹਰ ਨਾ ਭਾਲਣ ਦੀ ਕੋਸ਼ਿਸ਼ ਕਰ, ਆਪਣੇ ਆਪ ਨੂੰ ਸੁਧਾਰ ਲਾ, ਆਪਣੇ ਆਪ ਨੂੰ ਸਵਾਰ ਲਾ। ਫਰੀਦਾ ਆਪ ਸਵਾਰ ਹੈ, ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਆਪਣੇ ਅੰਦਰ ਦੇਖ ਪਰਮੇਸ਼ਰ ਨੂੰ, ਪਰਮਾਤਮਾ ਨੂੰ ਆਪਣੇ ਅੰਦਰੋਂ ਦੇਖ, ਆਪਣੇ ਜੀਵਨ ਚੋਂ ਦੇਖ, ਆਪਣੀ ਤੱਕਣੀ ਚੋਂ ਦੇਖ, ਆਪਣੇ ਬੋਲਾਂ ਚੋਂ ਦੇਖ, ਆਪਣੇ ਸਰੋਤ ਚੋਂ ਦੇਖ, ਆਪਣੀ ਸੋਚ ਚੋਂ ਦੇਖ, ਆਪਣੀ ਕਰਨੀ ਚੋਂ ਦੇਖ ਪਰਮੇਸ਼ਰ ਨੂੰ। ਜੇ ਤੇ ਤੈਨੂੰ ਤੇਰੀ ਕਰਨੀ ਚੋਂ ਰੱਬ ਦਿਖਾਈ ਦੇ ਰਿਹਾ ਹੈ, ਇਹਦਾ ਮਤਲਬ ਰੱਬ ਦਾ ਮਿਲਾਪ ਤੈਨੂੰ ਹੋ ਚੁੱਕਿਆ ਹੈ। ਜੇ ਤੇਰੀ ਕਰਨੀ ਦੇ ਵਿੱਚ ਵਿਕਾਰ ਦਿਖਾਈ ਦੇ ਰਹੇ ਨੇ, ਝਲਕਦੇ ਪਏ ਨੇ, ਇਹਦਾ ਮਤਲਬ ਫਿਰ ਭਾਵੇਂ ਕਿੰਨਾ ਵੀ ਅਡੰਬਰ ਪਿਆ ਕਰਦਾ ਹੈ, ਜਿੱਥੇ ਮਰਜ਼ੀ ਭਟਕਦਾ ਫਿਰਦਾ ਹੈ, ਅਜੇ ਤੱਕ ਪ੍ਰਮਾਤਮਾ ਨਾਲ ਤੇਰੀ ਇਕਮਿਕਤਾ ਨਹੀਂ ਬਣੀ। ਤੈਨੂੰ ਪਤਾ ਹੀ ਨਹੀਂ ਪ੍ਰਮਾਤਮਾ ਹੈ। ਆਪਣੀ ਕਰਨੀ ਚੋਂ ਦੇਖਣਾ ਹੈ ਪਰਮੇਸ਼ਰ ਨੂੰ। ਜੋ ਮੈਂ ਕਰ ਰਿਹਾ ਕਿ ਇਹਦੇ ਵਿੱਚੋਂ ਰੱਬ ਦਿਖਾਈ ਦਿੰਦਾ, ਕਿਉਂਕਿ ਰੱਬ ਝੂਠ ਨਹੀਂ ਹੈ, ਰੱਬ ਜ਼ੁਲਮ ਨਹੀਂ ਹੈ, ਰੱਬ ਕਿਸੇ ਦਾ ਹੱਕ ਖੋਹਣ ਵਾਲਾ ਨਹੀਂ ਹੈ। ਜੋ ਮੈਂ ਕਰਨੀ ਕਰ ਰਿਹਾ ਕਿ ਇਹਦੇ ਵਿੱਚੋਂ ਮੈਨੂੰ ਰੱਬ ਦਿਖਾਈ ਦੇ ਰਿਹਾ। ਰੱਬ ਜਿਹੜਾ ਉਹ ਤੇ ਦਇਆਵਾਨ ਹੈ, ਦਿਆਲੂ ਹੈ, ਕਿਰਪਾਲੂ ਹੈ, ਉਹ ਰਹਿਮਤ ਕਰਨ ਵਾਲਾ ਹੈ, ਰਹੀਮ ਕਹਿੰਦੇ ਆ, ਕਰਮ ਬਖਸ਼ਿਸ਼ਾਂ ਦੇਣ ਵਾਲਾ ਹੈ, ਕਰੀਮ ਕਹਿੰਦੇ ਹੈ। ਕਿ ਤੇਰੀ ਕਰਨੀ ਦੇ ਵਿੱਚੋਂ ਰਹਿਮ, ਤਰਸ, ਦਇਆ, ਇਹ ਸਾਰੀਆਂ ਚੀਜ਼ਾਂ ਦਿਖਾਈ ਦੇ ਰਹੀਆਂ? ਜੇ ਤੇ ਉਹ ਜੀਵਨ ਦੀ ਕਰਨੀ ਚੋਂ ਦਿਖਾਈ ਦੇ ਰਹੀਆਂ, ਇਹਦਾ ਮਤਲਬ ਰੱਬ ਦਾ ਮਿਲਾਪ ਤੈਨੂੰ ਹੋ ਚੁੱਕਿਆ ਹੈ। ਤੂੰ ਤਾਂ ਰੱਬ ਨਾਲ ਮਿਲਿਆ ਹੋਇਆ। ਫਿਰ ਜੇ ਉਹ ਨਹੀਂ ਦਿਖਾਈ ਦੇ ਰਹੀਆਂ, ਫਿਰ ਨਹੀਂ। ਇਸੇ ਲਈ ਬਚਨ ਹੁੰਦਾ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਬਾਣੀ ਪੜ੍ਹਨੀ, ਸੁਣਨੀ, ਸਤਸੰਗ, ਇਹ ਸਾਧਨ ਨੇ, ਇਹ ਤਰੀਕੇ ਹੈ ਤਾਂ ਕਿ ਸਾਡੀ ਕਰਨੀ ਵਿੱਚੋਂ, ਸਾਡੇ ਵਿਹਾਰ ਵਿੱਚੋਂ, ਸਾਡੀ ਸੋਚ ਵਿੱਚੋਂ ਸਾਨੂੰ ਰੱਬ ਦਿਖਾਈ ਦੇਵੇ। ਜਦੋਂ ਸਾਡੇ ਅੰਦਰੋਂ ਸਾਨੂੰ ਰੱਬ ਦਿਖਾਈ ਦੇਵੇਗਾ ਤੇ ਜਿਸ ਤਰ੍ਹਾਂ ਬਚਨ ਹੁੰਦਾ ਨਾ, ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕਹਿ ਭਾਣੈ ਸਭ ਰੋਗੀ। ਜਿਹਨੇ ਆਪਣੇ ਅੰਦਰੋਂ ਰੱਬ ਨੂੰ ਦੇਖਣਾ, ਸਭਨਾਂ ਵਿੱਚੋਂ ਰੱਬ ਨੂੰ ਫਿਰ ਦੇਖਦਾ ਹੈ। ਕਿਉਂਕਿ ਸਾਧ ਦੇ ਭਾਣੇ ਸਾਰੇ ਸਾਧ ਤੇ ਚੋਰ ਦੇ ਭਾਣੇ ਸਾਰੇ ਹੀ ਚੋਰ। ਕਿਉਂਕਿ ਜੋ ਜਿਹਦੇ ਅੰਦਰ ਹੈ ਉਸੇ ਤਰੀਕੇ ਨਾਲ ਹੀ ਉਹਨੂੰ ਬਾਹਰੋਂ ਦਿਖਾਈ ਦੇਣਾ। ਜੀਏ ਹੋਏ ਸੋ ਉਗਵੈ, ਜੋ ਸਾਡੇ ਅੰਦਰ ਹੈ ਉਹੀ ਪ੍ਰਗਟ ਹੋਣਾ ਜੀ। ਗੁਰੂ ਬਖਸ਼ਿਸ਼ ਕਰਿਆ ਨੁਕਤਾ ਸਮਝ ਆ ਜਾਏ। ਬੜਾ ਸੌਖਾ ਤੇ ਸਰਲ ਹੈ ਪਰਮੇਸ਼ਰ ਪਰਮਾਤਮਾ ਰੱਬ ਦੇ ਮਿਲਾਪ ਦਾ ਫਲਸਫਾ, ਜਿਹਨੂੰ ਉਲਝਾ ਦਿੱਤਾ ਗਿਆ। ਖੈਰ, ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਜਿਹੜਾ ਹਰੇਕ ਹਿਰਦੇ ਵਿੱਚ ਘੱਟ ਵਿੱਚ ਪਰਮੇਸ਼ਰ ਸਰਬ ਵਿਆਪਕ ਹੈ ਨਾ, ਉਸ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਾ ਜਿਹੜਾ ਗਿਆਨ ਗੁਰੂ ਬਖਸ਼ਦਾ ਹੈ, ਗੁਰੂ ਦਿੰਦਾ ਹੈ, ਉਸ ਗਿਆਨ ਦੀ ਵਿਚਾਰ ਕਰਨੀ, ਉਹਨੂੰ ਸਮਝਣਾ,
ਤੇ ਉਹਨੂੰ ਫਿਰ ਅਪਲਾਈ ਕਰਨਾ ਜੀਵਨ ਦੇ ਵਿੱਚ, ਇਹ ਜੇ ਅਕਲਪਤ ਮੁਦਰਾ, ਇਹ ਜੇ ਅਸਲੀ ਤਰੀਕਾ, ਅਸਲੀ ਸਾਧਨ। ਗੁਰਬਚਨੀ ਅਵਿਕਤ ਸਮਾਈ ਹੈ। ਅਵਿਕਤ ਕਹਿੰਦੇ ਜਿਹੜਾ ਅਵਿਅਕਤ ਹੈ, ਭਾਵ ਵਿਅਕਤੀ ਨਹੀਂ ਹੈ, ਸਰੀਰ ਨਹੀਂ ਹੈ, ਆਕਾਰ ਨਹੀਂ ਹੈ, ਪਰਮੇਸ਼ਰ ਅਕਾਲ ਪੁਰਖ ਪਰਮਾਤਮਾ। ਗੁਰੂ ਬਚਨਾਂ ਦੇ ਰਾਹੀਂ ਹੀ, ਗੁਰੂ ਸ਼ਬਦ ਦੇ ਰਾਹੀਂ ਹੀ ਪਰਮੇਸ਼ਰ ਅਕਾਲ ਪੁਰਖ ਨਾਲ ਸਾਡਾ ਜੀਵਨ ਇੱਕਮਿਕ ਹੋ ਸਕਦਾ ਹੈ, ਸਮਾ ਸਕਦਾ ਹੈ ਉਹਦੇ ਵਿੱਚ। ਸਮਾਉਣ ਦਾ ਅਰਥ ਕੀ ਹੁੰਦਾ ਜੀ? ਜਿਵੇਂ ਦਰਿਆ ਦਾ ਪਾਣੀ ਸਮੁੰਦਰ ਵਿੱਚ ਜਾ ਕੇ ਸਮਾ ਜਾਂਦਾ ਹੈ, ਭਾਵ ਸਮੁੰਦਰ ਦਾ ਹਿੱਸਾ ਬਣ ਜਾਂਦਾ ਹੈ, ਉਹਦੀ ਦਰਿਆ ਵਾਲੀ ਹਸਤੀ ਹੋਂਦ ਖਤਮ ਹੋ ਜਾਂਦੀ ਹੈ, ਫਿਰ ਸਮੁੰਦਰ ਦਾ ਰੂਪ ਹੈ, ਸਮੁੰਦਰ ਦਾ ਹਿੱਸਾ ਹੈ। ਇਸੇ ਤਰ੍ਹਾਂ ਜਦੋਂ ਸਾਡਾ ਜੀਵਨ ਬਾਣੀ ਦੇ ਵਿੱਚ, ਬਾਣੀ ਦੇ ਮੁਤਾਬਕ ਹੋ ਜਾਂਦਾ ਹੈ, ਫਿਰ ਜਿਹੜੀ ਵੱਖਰੀ ਹਸਤੀ, ਵੱਖਰਾਪਣ ਜਿਹੜਾ ਹੈ, ਕਹਿ ਲਓ ਤੁਸੀਂ ਜਿਹਨੂੰ ਆਪਾਂ ਹਉਮੈ ਕਹਿ ਦਿੰਦੇ ਹਾਂ, ਵੱਖਰੀ ਹੋਂਦ ਸਾਡੀ ਜਿਹੜੀ ਉਹ ਖਤਮ ਹੋ ਜਾਂਦੀ ਹੈ। ਉੱਥੇ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੀ ਉਹੀ ਅਵਸਥਾ ਵਰਤਦੀ ਹੈ। ਉੱਥੇ ਫਿਰ ਕਿਹਾ ਜਾਂਦਾ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਏ। ਗੁਰੂ ਬਖਸ਼ਿਸ਼ ਕਰੇ। ਗੁਰਬਚਨੀ ਅਵਿਗਤ ਸਮਾਈ ਹੈ, ਤਤ ਨਿਰੰਜਨ ਸਹਿਜ ਲਹੈ। ਜਿਹੜਾ ਗੁਰੂ ਬਚਨਾਂ ਦੇ ਰਾਹੀਂ ਅਕਾਲ ਪੁਰਖ ਪਰਮਾਤਮਾ ਨਾਲ ਇੱਕਮਿਕ ਹੁੰਦਾ ਹੈ, ਤਤ ਦਾ ਅਰਥ ਕੀ ਹੈ? ਅਸਲੀਅਤ ਕਹਿ ਲਓ, ਨਿਚੋੜ ਕਹਿ ਲਓ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਮਿਲਾਪ ਰੂਪੀ ਤਤ ਜਿਹੜਾ ਹੈ, ਉਹਨੂੰ ਲਹੈ ਦਾ ਅਰਥ ਹੁੰਦਾ ਪ੍ਰਾਪਤ ਹੋ ਜਾਣਾ, ਲੈ ਲੈਣਾ, ਮਿਲ ਜਾਣਾ। ਉਹਨੂੰ ਫਿਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਰੂਪੀ ਤਤ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ ਜੀਵਨ ਵਿੱਚ। ਸਹਿਜ ਦਾ ਅਰਥ ਹੁੰਦਾ ਟਿਕਾ, ਉਹਦੇ ਅੰਦਰੋਂ ਫਿਰ ਭਟਕਣਾ ਖਤਮ ਹੋ ਜਾਂਦੀ ਹੈ, ਉਹ ਸੰਤੁਸ਼ਟ ਹੋ ਜਾਂਦਾ ਹੈ। ਸਹਿਜ ਦਾ ਅਰਥ ਕੀ ਹੈ ਜੀ? ਸੰਤੁਸ਼ਟ ਹੋ ਜਾਂਦਾ ਹੈ। ਸਹਿਜ ਦਾ ਅਰਥ ਇਹ ਨਾ ਸਮਝ ਲਿਓ ਕਿ ਬਸ ਜੀ ਉਹ ਚੁੱਪ ਕਰਕੇ ਬੈਠਾ ਹੈ, ਬਸ ਜੀ ਬੜਾ ਸਹਿਜ ਹੈ ਜੀ ਇਹਦੇ ਵਿੱਚ, ਨਾ। ਸਹਿਜ ਦਾ ਅਰਥ ਹੈ ਸੰਤੁਸ਼ਟ ਹੋ ਜਾਣਾ। ਕੋਈ ਹੁਣ ਭੱਜ ਦੌੜ, ਕੋਈ ਤ੍ਰਿਸ਼ਨਾ, ਕੋਈ ਲਾਲਸਾ ਨਹੀਂ। ਜਿਸ ਰਜਾ ਵਿੱਚ ਅਕਾਲ ਪੁਰਖ ਰੱਖ ਰਿਹਾ, ਉਸ ਰਜਾ ਵਿੱਚ ਚੱਲ ਰਹੇ ਹਾਂ, ਉਸ ਰਜਾ ਵਿੱਚ ਰਹਿਣਾ ਹੈ। ਗੁਰੂ ਬਖਸ਼ਿਸ਼ ਕਰੇ, ਆ ਖੂਬਸੂਰਤ ਨੁਕਤਾ ਸਮਝਾ ਰਹੇ। ਸਹਿਜ ਦਾ ਅਰਥ ਟਿਕਾ, ਸੈਟਿਸਫਾਈ। ਸਾਡਾ ਅਫਸੋਸ ਹੈ, ਸਾਡੇ ਕੋਲ ਬਹੁਤ ਕੁਛ ਹੈ ਪਰ ਸੰਤੁਸ਼ਟੀ ਨਹੀਂ ਹੈ। ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ, ਸੰਤੁਸ਼ਟੀ ਨਹੀਂ ਹੈ। ਬਹੁਤ ਕੁਛ ਹੈ, ਸਾਨੂੰ ਵੀ ਪਤਾ ਹੈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਬਹੁਤ ਕੁਛ ਹੈ, ਪਰ ਜੋ ਕੁਛ ਸਾਡੇ ਕੋਲ ਹੈ ਅਸੀਂ ਅਜੇ ਵੀ ਉਹਦੇ 'ਤੇ ਸੈਟਿਸਫਾਈ ਨਹੀਂ ਹਾਂ। ਦੌੜ ਚੱਲ ਰਹੀ ਹੈ, ਭੱਜ ਦੌੜ ਉਸੇ ਤਰੀਕੇ ਨਾਲ ਚੱਲ ਰਹੀ ਹੈ। ਸੰਤੁਸ਼ਟ ਹੋ ਜਾਣਾ, ਸੈਟਿਸਫਾਈ ਹੋ ਜਾਣਾ ਨਹੀਂ, ਹਾਂ ਜੋ ਮੈਨੂੰ ਚਾਹੀਦਾ ਸੀ ਉਹ ਹੈ। ਗੁਰੂ ਬਖਸ਼ਿਸ਼ ਕਰ, ਉਹ ਪ੍ਰਾਪਤ ਉਦੋਂ ਹੁੰਦਾ ਹੈ ਜਦੋਂ ਗੁਰੂ ਬਚਨਾਂ ਦੇ ਮੁਤਾਬਕ ਅਸੀਂ ਆਪਣਾ ਜੀਵਨ ਜਿਉਂਦੇ ਹਾਂ, ਬਾਣੀ ਦੇ ਮੁਤਾਬਕ ਜੀਵਨ ਜਿਉਂਦੇ ਹਾਂ। ਗੁਰੂ ਸਾਹਿਬ ਜੀ ਨੂੰ ਸਵਾਲ ਪੁੱਛੀ ਆਪਾਂ, ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਗੁਰੂ ਬਚਨਾਂ ਦੀ ਗੱਲ ਕਰਦੇ ਹੋ, ਗੁਰੂ ਸ਼ਬਦ ਦੀ ਗੱਲ ਕਰਦੇ ਹੋ, ਕਿ ਇਸ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ? ਅਸੀਂ ਤੇ ਪਤਾ ਨਹੀਂ ਕਿੱਥੇ ਕਿੱਥੇ ਨੰਗੇ ਪੈਰੀ ਫਲਾਣੀ ਥਾਂ ਜਾਣਾ, ਉੱਥੇ ਦੀਵੇ ਜਗਾਉਣੇ, ਉੱਥੇ ਉਹ ਕਰਨਾ, ਉੱਥੇ ਉਹ ਸੁੱਖਣਾ ਸੁੱਖੀ ਚੜ੍ਹਾਈਏ, ਉੱਥੇ ਉਹ ਸੁੱਖਣਾ ਸੁੱਖੀ ਸੀ ਚੜ੍ਹਾਈਏ। ਕੀ ਇਹ ਫਿਰ ਇਹ ਤਰੀਕਾ ਹੋਰ ਕੋਈ ਨਹੀਂ ਹੈਗਾ? ਇੱਕੋ ਹੀ ਤਰੀਕਾ ਹੈ ਕਿ ਜੋ ਗੁਰੂ ਕਹਿ ਰਿਹਾ ਹੈ ਉਹੀ ਜੀਵਨ 'ਚ ਕਰੋ। ਗੁਰੂ ਸਾਹਿਬ ਜੀ ਫਿਰ ਅੱਗੋਂ ਬਖਸ਼ਿਸ਼ ਕਰਦੇ ਨੇ, ਜਵਾਬ ਦਿੰਦੇ ਨੇ, ਨਾਨਕ ਦੂਜੀ ਕਾਰ ਨਾ ਕਰਨੀ। ਕਾਰ ਦਾ ਅਰਥ ਕੀ ਹੁੰਦਾ ਜੀ? ਕੰਮ। ਗੁਰੂ ਸ਼ਬਦ ਤੋਂ ਇਲਾਵਾ ਕੋਈ ਦੂਜਾ ਹੋਰ ਕੰਮ ਨਹੀਂ ਹੈ, ਭਾਵ ਹੋਰ ਤਰੀਕਾ ਨਹੀਂ ਹੈ, ਕੋਈ ਹੋਰ ਜਰੀਆ ਨਹੀਂ ਹੈ ਗੁਰੂ ਸ਼ਬਦ ਤੋਂ ਇਲਾਵਾ, ਰੱਬੀ ਹੁਕਮ ਤੋਂ ਇਲਾਵਾ। ਨਾਨਕ ਦੂਜੀ ਕਾਰ ਨਾ ਕਰਨੀ, ਸੇਵੈ ਸਿੱਖ ਸੋ ਖੋਜ ਲਹੈ। ਸੇਵਾ ਦਾ ਅਰਥ ਕੀ ਹੁੰਦਾ ਹੈ? ਸੇਵਾ ਦਾ ਅਰਥ ਹੁੰਦਾ ਸੇਵਾ ਕਰਨੀ। ਸੇਵਾ ਦਾ ਭਾਵ ਕੀ ਹੈ? ਜੋ ਕਰਨ ਵਾਸਤੇ ਕਿਹਾ ਹੈ ਉਹ ਕਰਨਾ, ਉਹਨੂੰ ਕਹਾਂਗੇ ਸੇਵਾ। ਸਾਡੇ 'ਚ ਇੱਕ ਇਹ ਵੀ ਬੜਾ ਵੱਡਾ ਕਹਿ ਲਓ ਵੀ ਇੱਕ ਆ ਗਿਆ ਹੈ, ਮੈਂ ਇਹਨੂੰ ਦੁਖਾਂਤ ਲਫ਼ਜ਼ ਵਰਤਦਾ ਹੁੰਦਾ। ਅਸੀਂ ਆਪਣੀ ਮਰਜ਼ੀ ਨੂੰ
ਜਿਹੜੀ ਸਾਡੀ ਮਰਜ਼ੀ ਕਰਨੀ ਚਾਹੁੰਦੇ ਉਹਨੂੰ ਸੇਵਾ ਦਾ ਨਾਂ ਦੇ ਦਿੰਦੇ ਆ। ਸੇਵਾਦਾਰ ਦਾ ਹੁਕਮ ਨੂੰ ਮੰਨਣਾ, ਜੋ ਮੈਨੂੰ ਹੁਕਮ ਕੀਤਾ ਹੈ ਉਹਨੂੰ ਸੱਤ ਕਰਕੇ ਮੰਨਣਾ, ਇਹਨੂੰ ਕਿਹਾ ਜਾਂਦਾ ਸੇਵਾ ਕਰਨੀ। ਸੇਵਾ ਕੌਣ ਕਰਦਾ ਜੀ? ਸੇਵਕ। ਸੇਵਕ ਕਿਹਦਾ ਹੁੰਦਾ ਹੈ? ਮਾਲਕ ਦਾ। ਅਰਥ ਕੀ ਹੋਇਆ? ਜੋ ਮਾਲਕ ਨੇ ਹੁਕਮ ਕੀਤਾ ਹੈ ਉਹਨੂੰ ਸੱਤ ਕਰਕੇ ਜਦੋਂ ਮੰਨਣਾ ਹੈ, ਕਰਨਾ ਹੈ, ਉਹਨੂੰ ਕਿਹਾ ਜਾਂਦਾ ਮਾਲਕ ਦੀ ਸੇਵਾ ਕਰ ਰਿਹਾ। ਪਰ ਸਾਡਾ ਅਫਸੋਸ, ਅਸੀਂ ਸੇਵਾ ਨਹੀਂ, ਅਸੀਂ ਆਪਣੀ ਮਰਜ਼ੀ ਨੂੰ ਸੇਵਾ ਦੇ ਨਾਂ ਦੇ ਉੱਤੇ ਥੋਪਣ ਦੀ ਕੋਸ਼ਿਸ਼ ਕਈ ਵਾਰ ਕਰਦੇ ਹਾਂ। ਇਹ ਦੋ ਚੀਜ਼ਾਂ ਨੇ ਬੜਾ ਸਾਨੂੰ ਭਰਮਾਂ 'ਚ ਪਾਇਆ। ਇੱਕ ਆਪਣੀ ਮਰਜ਼ੀ ਨੂੰ ਸ਼ਰਧਾ। ਮੈਨੂੰ ਕਈ ਸੱਜਣ ਮਿਲਦੇ ਕਿਸੇ ਨੂੰ ਕਹਿੰਦੇ ਵੀ ਆ ਗੁਰਬਾਣੀ ਮੁਤਾਬਕ ਇਸ ਤਰ੍ਹਾਂ ਨਹੀਂ। ਭਾਈ ਸਾਹਿਬ ਆਪੋ ਆਪਣੀ ਸ਼ਰਧਾ ਹੁੰਦੀ ਹੈ। ਕਮਾਲ ਦੀ ਗੱਲ, ਆਪਣੀ ਸ਼ਰਧਾ। ਸ਼ਰਧਾ ਤੇ ਪ੍ਰਮਾਤਮਾ ਦੀ ਹੈ, ਗੁਰੂ ਦੀ ਹੈ। ਆਪਣੀ ਸ਼ਰਧਾ ਕਿੱਥੋਂ ਆ ਗਈ? ਆਪਣੀ ਤੇ ਫਿਰ ਮਰਜ਼ੀ ਹੈ। ਇਸੇ ਤਰ੍ਹਾਂ ਸੇਵਾ। ਹੁਣ ਬਜ਼ੁਰਗ ਬਾਬਾ, ਮੈਂ ਸੌਖਾ ਕਰ ਲਵਾਂ, ਅਕਸਰ ਇਹ ਐਗਜ਼ਾਮਪਲ ਦੇਣਾ ਹੁੰਦਾ। ਮੇਰਾ ਬਜ਼ੁਰਗ ਮੈਨੂੰ ਕਹਿੰਦਾ ਪੁੱਤਰ ਮੇਰੇ ਅੰਦਰ ਨਾ ਸਾੜ ਪੈ ਰਿਹਾ, ਤੇਜ਼ਾਬ ਬਣਦਾ, ਮੈਨੂੰ ਠੰਡਾ ਪਾਣੀ ਦੇ। ਮੈਂ ਕਹਿੰਦਾ ਨਹੀਂ ਨਹੀਂ ਬਾਪੂ, ਮੈਂ ਤਾਂ ਸੇਵਾ ਕਰਨੀ ਹੈ ਤੇਰੀ, ਪਾਣੀ ਵੀ ਕੁਛ ਹੈ, ਮੈਂ ਤੈਨੂੰ ਅਦਰਕ ਵਾਲੀ ਗਰਮ ਗਰਮ ਚਾਹ ਪਿਆਉਣਾ, ਸੇਵਾ ਕਰਨੀ ਹੈ, ਕੋਈ ਵਧੀਆ ਚੀਜ਼ ਪਿਆਵਾਂ। ਉਹ ਕਹੇਗਾ ਪੁੱਤਰ ਸਾੜ ਤੇ ਅੱਗੇ ਪੈ ਰਿਹਾ, ਅਦਰਕ ਵਾਲੀ ਚਾਹ ਗਰਮ ਪਿਆ ਕੇ ਹੋਰ ਮੈਨੂੰ ਬਿਮਾਰ ਕਰਨਾ ਹੈ। ਮੈਨੂੰ ਪਾਣੀ ਦੀ ਲੋੜ ਹੈ, ਪਾਣੀ ਦੇ। ਜਿਹੜੀ ਚੀਜ਼ ਦੀ ਜ਼ਰੂਰਤ ਹੈ ਕਰਨ ਦੀ, ਜਦੋਂ ਉਹ ਕਰਦੇ ਆ ਉਹਨੂੰ ਸੇਵਾ ਕਿਹਾ ਜਾਂਦਾ ਹੈ। ਇਹਨੇ ਸੇਵਾ ਕੀਤੀ, ਨਾ ਕਿ ਆਪਣੀ ਮਰਜ਼ੀ। ਗੁਰੂ ਦੀ ਸੇਵਾ ਕੀ ਹੈ? ਗੁਰੂ ਦੀ ਸੇਵਾ ਹੈ ਕਿ ਜੋ ਗੁਰੂ ਜੀ ਕਰਨ ਵਾਸਤੇ ਕਹਿ ਰਹੇ ਨੇ ਸਾਨੂੰ, ਗੁਰੂ ਦੀ ਸੇਵਾ। ਗੁਰੂ ਕਹਿੰਦਾ ਝੂਠ ਨਹੀਂ ਬੋਲਣਾ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਗੁਰ ਦੱਸੈ ਵਾਟ, ਮੁਰੀਦਾ ਜੋਲੀਐ। ਜਿਹੜਾ ਰਸਤਾ ਗੁਰੂ ਦੱਸ ਰਿਹਾ, ਗੁਰੂ ਦਾ ਸਿੱਖ ਮੁਰੀਦ ਬਣ ਕੇ ਉਸ ਰਸਤੇ ਨੂੰ ਫੋਲੋ ਕਰ। ਤੇ ਗੁਰੂ ਕਹਿ ਰਿਹਾ ਹੈ ਸੱਚ ਬੋਲ, ਸੱਚ ਧਰਮ ਹੈ, ਝੂਠ ਨਾ ਬੋਲੀ। ਤੇ ਜਦੋਂ ਅਸੀਂ ਸੱਚ ਬੋਲਦੇ ਹਾਂ, ਸੱਚ ਨੂੰ ਧਰਮ ਮੰਨ ਕੇ ਚੱਲਦੇ ਹਾਂ, ਸਮਝ ਲੈਣਾ ਗੁਰੂ ਦੀ ਸੇਵਾ ਕਰ ਰਹੇ ਹਾਂ। ਭਾਵੇਂ ਉਹ ਜੋਬ 'ਤੇ ਆ, ਭਾਵੇਂ ਬਿਜ਼ਨਸ ਵਿੱਚ ਆ, ਭਾਵੇਂ ਕਿਤੇ ਵੀ ਹੈ, ਜਦੋਂ ਸੱਚ ਨੂੰ ਫੋਲੋ ਕਰਦੇ ਹਾਂ, ਸੱਚ 'ਤੇ ਚੱਲ ਰਹੇ ਹਾਂ। ਗੁਰੂ ਕਹਿੰਦਾ ਫਿੱਕਾ ਨਹੀਂ ਬੋਲਣਾ, ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ। ਫਿੱਕਾ ਨਹੀਂ ਬੋਲਣਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਜਦੋਂ ਗੁਰੂ ਦਾ ਬਚਨ ਮੰਨ ਕੇ ਅਸੀਂ ਜੀਵਨ ਵਿੱਚ ਇਹਨੂੰ ਮੰਨਦੇ ਹਾਂ, ਉਦੋਂ ਗੁਰੂ ਦੀ ਸੇਵਾ ਕਰ ਰਹੇ ਹਾਂ। ਗੁਰੂ ਕਹਿੰਦਾ ਇਹਨਾਂ ਵਿਕਾਰਾਂ ਤੋਂ ਦੂਰ ਰਹਿਣਾ। ਜਦੋਂ ਅਸੀਂ ਉਹਨਾਂ ਵਿਕਾਰਾਂ ਤੋਂ ਦੂਰ ਰਹਿੰਦੇ ਹਾਂ, ਗੁਰੂ ਦੀ ਸੇਵਾ ਕਰ ਰਹੇ ਹਾਂ। ਗੁਰੂ ਬਖਸ਼ਿਸ਼ ਕਰੇ, ਆਹ ਖੂਬਸੂਰਤ ਨੁਕਤਾ ਜੇ ਪਕੜ ਜਾ ਜੇ। ਜੋ ਗੁਰੂ ਕਹਿ ਰਿਹਾ, ਸਿੱਖ ਦੀ ਨਿਸ਼ਾਨੀ ਹੈ ਗੁਰ ਪੁੱਛ ਕਾਰ ਕਮਾਏ। ਹੁਣ ਤੇ ਖੈਰ ਚੀਜ਼ਾਂ ਬਹੁਤ ਬਦਲ ਗਈਆਂ ਇਹਨਾਂ ਕੰਟਰੀਆਂ 'ਚ ਆ ਕੇ, ਤੇ ਵੈਸੇ ਬਹੁਤ ਸਾਰਾ ਸੀ ਚੀਜ਼ਾਂ ਜਿਹੜੀਆਂ ਹੱਥੋਂ ਗਵਾ ਵੀ ਬੈਠੀਆਂ, ਪਰ ਹੁਣ ਉਹਨਾਂ ਦੀ ਕਦਰ ਮਹਿਸੂਸ ਕਰਦੇ ਹਾਂ ਵੀ ਹਾਂ ਉਹ ਚੀਜ਼ਾਂ ਚਾਹੀਦੀਆਂ ਸੀ। ਆਪਣੇ ਬਜ਼ੁਰਗਾਂ ਨੇ ਘਰ ਬਣਾਉਣਾ, ਨੀਂਹ ਰੱਖਣੀ ਹੈ, ਪਹਿਲਾਂ ਹੁੰਦੀ ਸੀ ਅਰਦਾਸ ਕਰੀਏ, ਅਰਦਾਸ ਕਰਕੇ ਫਿਰ ਆਪਾਂ ਕਾਰਜ ਸ਼ੁਰੂ ਕਰਨਾ। ਬੱਚੇ ਦਾ ਵਿਆਹ ਹੋਣਾ, ਕਹਿਣਾ ਪਹਿਲਾਂ ਘਰ 'ਚ ਚਾਹੇ ਸਹਿਜ ਪਾਠ, ਅਖੰਡ ਪਾਠ ਸਾਹਿਬ ਕੁਛ ਵੀ ਕਰਵਾਉਣਾ, ਕਾਹਦੇ ਲਈ? ਅਸੀਂ ਕਾਰਜ ਜਿਹੜਾ ਆਰੰਭਣ ਲੱਗਿਆ ਪਹਿਲਾਂ ਗੁਰੂ ਦੇ ਓਟ ਆਸਰਾ ਲਈਏ। ਇੱਥੋਂ ਤੱਕ ਬਰਾਤ ਵੀ ਚੜ੍ਹਦੀ ਸੀ ਤੇ ਪਹਿਲਾਂ ਕਹਿੰਦੇ ਹੁੰਦੇ ਸੀ ਮੱਥਾ ਟੇਕ ਕੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਫੇਰ ਚੱਲਣਾ ਹੈ। ਮੈਂ ਆਪਣੇ ਬਜ਼ੁਰਗਾਂ ਨੂੰ ਦੇਖਦਾ, ਘਰੋਂ ਕਿਤੇ ਜਾਣਾ ਹੁੰਦਾ ਹੈ, ਉਹ ਜੁੱਤੀ ਲਾ ਕੇ ਪਹਿਲਾਂ ਖਲੋ ਜਾਂਦੇ ਨੇ ਵੀ ਅਰਦਾਸ ਕਰਕੇ ਜਾਣਾ ਹੈ, ਤੁਰਨਾ ਹੈ। ਸੀ ਰੋਟੀ ਪ੍ਰਸ਼ਾਦਾ ਛਕਣ ਲੱਗਦੇ ਸੀ, ਪਹਿਲਾਂ ਹੱਥ ਜੋੜ ਕੇ ਅਰਦਾਸ ਕਰਨੀ। ਅਸਲ ਦੇ ਵਿੱਚ ਇਹ ਚੀਜ਼ਾਂ ਬੜੇ ਖੂਬਸੂਰਤ ਨੁਕਤੇ ਸੀ ਸਾਡੇ, ਕਿਤੇ ਨਾ ਕਿਤੇ ਸਾਡੇ ਕੋਲੋਂ ਵਿਸਰ ਗਏ। ਹੁਣ ਇਹਨਾਂ ਦੀ ਕਦਰ ਜਿਹੜੀ ਮਹਿਸੂਸ ਹੋਣ ਲੱਗ ਪਈ। ਕਿਉਂ? ਕਿਉਂਕਿ ਜੀਵਨ ਦੇ ਵਿੱਚ ਬਹੁਤ ਕੁਝ ਗਵਾ ਬੈਠੇ ਅਸੀਂ। ਘਰਾਂ ਦਾ ਸੁੱਖ ਖਤਮ ਹੋ ਗਿਆ, ਭੋਜਨ ਪਾਣੀ ਜਿਹੜਾ ਸੀ ਉਹੀ ਬਿਮਾਰੀਆਂ ਦੇ ਕਾਰਨ ਬਣ ਲੱਗ ਪਏ। ਜਿਹੜੇ ਕਾਰਜ, ਚਾਹੇ ਆਨੰਦ ਕਾਰਜ, ਕੋਈ ਵਿਆਹ ਦਾ ਕਿਸੇ ਵੀ ਤਰ੍ਹਾਂ ਦਾ ਹੁੰਦਾ ਸੀ, ਬੱਚੇ ਦਾ ਜਨਮ ਹੋਣਾ, ਕਹਿਣਾ ਵੀ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਲੈ ਕੇ ਜਾਣਾ, ਅਰਦਾਸ ਕਰਾਈਏ। ਉਹ ਚੀਜ਼ਾਂ ਖਤਮ ਹੋ ਗਈਆਂ, ਉਹਨਾਂ 'ਚੋਂ ਸੁੱਖ ਮਿਲਣੇ ਖਤਮ ਹੋ ਗਏ। ਜਦੋਂ ਸੁੱਖ ਮਿਲਣੋਂ ਖਤਮ ਹੋ ਗਏ,
ਉਦੋਂ ਫਿਰ ਅਹਿਸਾਸ ਹੋਇਆ, ਹਾਂ ਕੁਛ ਨਾ ਕੁਛ ਗਵਾ ਬੈਠੇ। ਕਿਉਂਕਿ ਜਦੋਂ ਜੜ ਨਾਲੋਂ ਟੁੱਟ ਜਾਈਦਾ ਏ, ਪੇੜ ਮੁੰਡਾ ਹੂੰ ਕੱਟਿਆ ਤਿਸ ਡਾਲ ਸੁਕੰਦੇ, ਫਿਰ ਟਹਿਣੀਆਂ ਤੋਂ ਹਰੇ ਪੱਤਿਆਂ ਦੀ ਛਾਂ ਜਾਂ ਫਲ ਫਰੂਟ ਨਹੀਂ ਜੇ ਮਿਲਦੇ। ਉਦੋਂ ਮਹਿਸੂਸ ਹੋਇਆ। ਪਰ ਕਿੰਨੀ ਖੂਬਸੂਰਤੀ ਹੈ। ਗੁਰੂ ਸਾਹਿਬ ਜੀ ਕਹਿੰਦੇ ਕੋਈ ਗੱਲ ਨਹੀਂ, ਟੁੱਟ ਗਿਆ ਸੀ ਨਾ, ਅੱਜ ਸਮਝ ਆ ਗਈ ਹੈ ਨਾ, ਅੱਜ ਹੀ ਸ਼ਰਨ ਚ ਆ ਗਿਆ ਗੁਰੂ ਦੀ। ਗੁਰੂ ਐਸਾ ਸਮਰੱਥ ਹੈ, ਗਈ ਬਹੋੜ ਜਿਹੜੀ ਜਾ ਚੁੱਕੀ ਤੇਰੇ ਜੀਵਨ ਦੇ ਵਿੱਚੋਂ ਖੇਡ, ਗੁਰੂ ਵਾਪਸ ਲੈ ਆਵੇਗਾ। ਸ਼ਰਨ ਚ ਆ ਗਿਆ, ਜਦੋਂ ਪਤਾ ਲੱਗ ਗਿਆ ਉਦੋਂ ਸ਼ਰਨ ਚ ਆ ਗਿਆ। ਜਦੋਂ ਸੋਝੀ ਹੋ ਗਈ, ਜਦੋਂ ਗਿਆਨ ਮਿਲ ਗਿਆ, ਜਦੋਂ ਪਤਾ ਲੱਗ ਗਿਆ, ਬਸ ਫਿਰ ਉਦੋਂ ਸ਼ਰਨ ਚ ਆ ਜਾ। ਹਾਂ ਹੁਣ ਮੈਨੂੰ ਪਤਾ ਲੱਗ ਗਿਆ, ਮੈਂ ਅੱਜ ਤੋਂ ਗੁਰੂ ਸ਼ਰਨ ਵਿੱਚ। ਗੁਰੂ ਬਖਸ਼ਿੰਦ ਹੈ, ਗੁਰੂ ਰਹਿਮਤਾਂ ਕਰਦਾ ਹੈ, ਬਖਸ਼ਿਸ਼ਾਂ ਦਿੰਦਾ ਹੈ। ਇੱਕ ਛੋਟਾ ਜਿਹਾ ਮੈਂ ਸਾਂਝਾ ਕਰ ਲਾਂ। ਮੇਰੀ ਕੋਸ਼ਿਸ਼ ਹੁੰਦੀ, ਮੈਂ ਜਿਹੜੇ ਵੀ ਕੋਈ ਆਪਣੇ ਪੁਰਾਤਨ ਸਮੇਂ ਦੇ ਗੁਰਸਿੱਖ ਹੋਏ ਨੇ, ਵਿਦਵਾਨ ਹੋਏ ਨੇ, ਚਾਹੇ ਉਹ ਕਿਸੇ ਵੀ ਵਿਚਾਰਧਾਰਾ ਵਾਲੇ, ਮੈਂ ਉਹਨਾਂ ਦੇ ਜੀਵਨੀਆਂ ਜ਼ਰੂਰ ਪੜ੍ਹਦਾ ਹੁੰਦਾ। ਮੇਰੀ ਕੋਸ਼ਿਸ਼ ਹੁੰਦੀ ਵੀ ਇਹਨਾਂ ਦੇ ਜੀਵਨ 'ਤੇ ਦੇਖਾਂ ਵੀ ਜੀਵਨ ਵਿੱਚ ਕਿਹੜੇ ਕਿਹੜੇ ਕੀਮਤੀ ਮੋਤੀ ਨੇ ਜਿਨ੍ਹਾਂ ਨੇ ਇਹਨਾਂ ਦੇ ਜੀਵਨਾਂ ਨੂੰ ਇੰਨਾ ਪ੍ਰਸਿੱਧ ਬਣਾ ਦਿੱਤਾ। ਮੈਂ ਭਾਈ ਵੀਰ ਸਿੰਘ ਜੀ ਦੀ ਜੀਵਨੀ ਪੜ੍ਹ ਰਿਹਾ ਸੀ। ਮੈਂ ਪਹਿਲਾਂ ਬੇਨਤੀ ਕੀਤੀ, ਵਿਚਾਰਧਾਰਾ ਜਿਹੜੀ ਹੈ ਕਿਸੇ ਵੀ ਤਰ੍ਹਾਂ ਦੀ ਹੋਵੇ, ਪਰ ਮੇਰੀ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਮੇਰੇ ਗੁਰੂ ਸਾਹਿਬ ਦਾ ਇੱਕ ਬੜਾ ਖੂਬਸੂਰਤ ਬਚਨ ਹੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਤੇ ਗੁਣ ਕਿਸੇ ਦੇ ਮੁਤਾਜ ਨਹੀਂ, ਨਾ ਜਾਤ ਦੇ, ਨਾ ਜਨਮ ਦੇ, ਤੇ ਨਾ ਅਹੁਦੇ ਦੇ। ਕਿੱਡੇ ਵੱਡੇ ਅਹੁਦੇ ਤੇ ਵੀ ਹੋਵੇ ਹਾਂ, ਤੇ ਜੇ ਗੁਣ ਕਿਸੇ ਨਿਮਾਣੇ ਦੇ ਕੋਲੋਂ ਵੀ ਮਿਲਦਾ ਹੈ ਨਾ, ਉਹ ਗੁਣ ਗ੍ਰਹਿਣ ਕਰ ਲੈਣਾ ਚਾਹੀਦਾ ਹੈ। ਨਾ ਜਾਤ ਦੇ। ਇਸੇ ਕਰਕੇ ਗੁਰਬਾਣੀ ਦੇ ਵਿੱਚ ਮਨੁੱਖ ਨੂੰ ਸਮਝਾਉਣ ਲਈ ਮਛਲੀ ਦੀ ਐਗਜ਼ਾਮਪਲ, ਹੋਰ ਤੇ ਹੋਰ ਛੱਡੋ, ਕੁੱਤੇ ਦੀ ਵੀ ਐਗਜ਼ਾਮਪਲ ਦਿੱਤੀ ਹੈ। ਸੁਆਮੀ ਕੋ ਗ੍ਰਹਿ ਜਿਉ ਸਦਾ ਸੁਆਣ ਤਜਤ ਨਹੀਂ ਨਿਤ, ਐਗਜ਼ਾਮਪਲ ਦਿੱਤੀ ਕੁੱਤੇ ਦੀ ਵੀ। ਇੱਥੋਂ ਤੱਕ ਵੀ ਕਹਿ ਦਿੱਤਾ, ਉਹ ਲੋਭ ਦੇ ਵਿੱਚ ਗ੍ਰਸੇ ਹੋਏ ਮਨੁੱਖ ਦੇਖ, ਜੋ ਕੂਕਰ ਹਰਕਾਇਆ ਧਾਵੈ ਦੈਂਦ ਸਜਾਏ, ਲੋਭੀ ਜੰਤ ਨਾ ਜਾਣਈ ਭਖ ਅਭਖ ਸਭ ਖਾਏ। ਪੰਛੀਆਂ ਤੋਂ ਐਗਜ਼ਾਮਪਲ, ਕੂੰਜਾਂ ਦੀ ਗੱਲ ਕਰ ਗੁਰੂ ਸਾਹਿਬ ਜੀ ਨੇ ਸਾਨੂੰ ਦੱਸੀ, ਊਡੈ ਊਡ ਆਵੈ ਸੈ ਕੋਸਾਂ ਤਿਸ ਪਾਸ਼ੈ ਬਚਰੇ ਸ਼ਰਿਆ। ਪੱਥਰਾਂ ਦੇ ਵਿੱਚ ਰਹਿਣ ਵਾਲੇ ਕੀੜਿਆਂ ਦੀ ਗੱਲ ਤੋਂ ਸਾਨੂੰ ਸਮਝਾਇਆ, ਵੇ ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਸਿੱਖਿਆ ਲੈ। ਕਿਉਂਕਿ ਗੁਣ ਕਿਸੇ ਦੇ ਮੁਤਾਜ ਨਹੀਂ ਹੁੰਦਾ। ਪਾਣੀ ਤੋਂ, ਹਵਾ ਤੋਂ, ਬਨਸਪਤੀ ਤੋਂ ਗੁਰੂ ਸਾਹਿਬ ਜੀ ਨੇ ਸਿੱਖਿਆਵਾਂ ਸਾਨੂੰ ਦਿੱਤੀਆਂ। ਨਾ ਜਾਤ ਦੇ, ਨਾ ਜਨਮ ਦੇ, ਤੇ ਨਾ ਅਹੁਦੇ ਦੇ ਮੁਤਾਜ ਨਹੀਂ ਹੈ ਗੁਣ। ਗੁਣ ਜਿੱਥੋਂ ਮਿਲ ਜੇ। ਖੈਰ, ਭਾਈ ਵੀਰ ਸਿੰਘ ਜੀ ਦੀ ਜੀਵਨੀ ਮੈਂ ਪੜ੍ਹ ਰਿਹਾ ਸੀ, ਉਹਦੇ 'ਚ ਇੱਕ ਉਹਨਾਂ ਦੇ ਜੀਵਨ ਦੀ ਘਟਨਾ ਹੈ, ਜਿਹੜੀ ਘਟਨਾ ਨੇ ਉਹਨਾਂ ਦਾ ਜੀਵਨ ਬਦਲਿਆ ਹੈ। ਮੈਨੂੰ ਬਹੁਤ ਖੂਬਸੂਰਤ ਮੋਤੀ ਲੱਗਾ, ਕਿਉਂਕਿ ਜੋ ਜਿਹਦੇ ਅੰਦਰ ਹੁੰਦਾ ਨੇ ਉਸ ਤਰੀਕੇ ਨਾਲ ਹੀ ਉਸ ਚੀਜ਼ ਵਿੱਚੋਂ ਗ੍ਰਹਿਣ ਕਰਨਾ ਹੁੰਦਾ ਹੈ। ਖੈਰ, ਲੰਬੇਰਾ ਨਾ ਚੱਲ ਜੇ ਪ੍ਰਸੰਗ। ਭਾਈ ਸਾਹਿਬ ਜੀ ਅੰਮ੍ਰਿਤਸਰ ਰਹਿੰਦੇ ਸੀ, ਤੇ ਭਾਈ ਸਾਹਿਬ ਜੀ ਕੋਲ 2-4 ਸੱਜਣ ਆ ਗਏ। ਕਹਿਣ ਲੱਗੇ, ਭਾਈ ਵੀਰ ਸਿੰਘ ਜੀ, ਕਿਉਂਕਿ ਪ੍ਰਸਿੱਧ ਸਾਹਿਤਕਾਰ ਸੀ, ਲੋਕਾਂ ਵਿੱਚ ਨਾਮ ਬੜਾ ਸੀ ਭਾਈ ਵੀਰ ਸਿੰਘ ਦਾ। ਕਹਿਣ ਲੱਗੇ, ਜੀ ਤੁਸੀਂ ਵਿਦਵਾਨ ਸੱਜਣ ਹੋ, ਤੇ ਅਸੀਂ ਤੁਹਾਡੇ ਕੋਲ ਆਏ ਹਾਂ, ਸਾਡੀ ਇੱਕ ਬੇਨਤੀ ਹੈ, ਕਿਸ ਤਰ੍ਹਾਂ ਹੱਲ ਕਰੋ। ਕਹਿਣ ਲੱਗੇ, ਜੀ ਕੀ? ਕਹਿਣ ਲੱਗੇ, ਜੀ ਸਾਡਾ ਇੱਕ ਪਰਿਵਾਰ ਦਾ ਜੀ ਹੈ, ਬੜੇ ਚਿਰਾਂ ਤੋਂ ਬਿਮਾਰ ਚੱਲਿਆ ਆਇਆ ਸੀ। ਹੁਣ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ। ਡਾਕਟਰ ਕਹਿੰਦੇ ਘਰ ਲੈ ਜਾਓ, 2-4 ਦਿਨ ਬਚੇ ਆ ਜ਼ਿੰਦਗੀ ਦੇ। ਹੁਣ ਸਾਨੂੰ ਚਲੋ 2-4 ਦਿਨ ਬਚੇ, ਉਹਦੇ ਚਲੇ ਹੀ ਜਾਣਾ ਉਹਨੇ। ਸਾਨੂੰ ਇਸ ਚੀਜ਼ ਦੇ ਨਾਲ ਇੰਨਾ ਨਹੀਂ, ਕਿਉਂਕਿ ਸਾਨੂੰ ਪਤਾ ਹੈ ਕਿ ਉਹਨੇ ਚਲੇ ਜਾਣਾ, ਉਹ ਤਾਂ ਸੱਚ ਹੈ। ਦੁੱਖ ਇਸ ਗੱਲ ਦਾ ਹੈ ਕਿ ਜਦੋਂ ਦਾ ਘਰ ਲੈ ਕੇ ਗਏ ਆ, ਉਹਨੂੰ ਪਤਾ ਲੱਗ ਗਿਆ 2-4 ਦਿਨ ਬੱਚੇ, ਰੋਣੋਂ ਚੁੱਪ ਨਹੀਂ ਕਰਦਾ, ਤੇ ਉਹ ਰੋਂਦਾ ਜਰਿਆ ਨਹੀਂ ਜਾਂਦਾ। ਸਾਡੇ ਬੱਚੇ ਵੀ ਸਾਰੀ ਰਾਤ ਨਹੀਂ ਸੌਂ ਪਾਉਂਦੇ ਜਦੋਂ ਉੱਚੀ ਉੱਚੀ ਪੁੱਬਾਂ ਮਾਰ ਕੇ ਰੋਂਦਾ ਹੈ। ਤੁਸੀਂ ਵਿਦਵਾਨ ਹੋ, ਥੋੜ੍ਹਾ ਜਿਹਾ ਉਹਨੂੰ ਸਮਝਾਓ, ਘੱਟੋ ਘੱਟ ਰੋਣਾ ਤੇ ਬੰਦ ਕਰ ਦੇਵੇ। ਜੋ ਅਕਾਲ ਪੁਰਖ ਦਾ ਹੁਕਮ ਹੈ, ਜਿੰਨੀ ਲਿਖੀ ਹੈ, ਜਿਸ ਤਰ੍ਹਾਂ ਆਪਣਾ ਲਫ਼ਜ਼ ਵਰਤਦੇ ਹੁੰਦੇ ਆ,
ਭਾਈ ਸਾਹਿਬ ਜੀ ਕਹਿਣ ਲੱਗੇ ਉਹਨੂੰ ਮੇਰੇ ਕੋਲ ਲੈ ਕੇ ਆਓ। ਉਹ ਭਾਈ ਸਾਹਿਬ ਕੋਲ ਲੈ ਆਏ। ਉਸ ਸਮੇਂ ਜਿਹੜੀ ਦਰਬਾਰ ਸਾਹਿਬ ਦੀ ਵੱਡੀ ਪਰਿਕਰਮਾ ਸੀ ਉਹਦੇ ਕਿਸੇ ਕੋਨੇ ਤੇ ਭਾਈ ਸਾਹਿਬ ਬੈਠੇ ਸੀ। ਭਾਈ ਸਾਹਿਬ ਉਹਨੂੰ ਕਹਿਣ ਲੱਗੇ ਕਿ ਸੱਜਣਾ ਦੇਖ, ਗੁਰਬਾਣੀ 'ਚ ਗੁਰੂ ਸਾਹਿਬ ਨੇ ਬੜਾ ਖੂਬਸੂਰਤ ਲਿਖਿਆ ਹੈ, ngਣ ਘਾਲੇ ਸਭ ਦਿਵਸ ਸਾਸ, ਨਹਿ ਵੱਢਣ ਕਟਣ ਤਿਲ ਸਾਰ। ਜਨਮ ਮਰਨ ਇਹ ਪਰਮੇਸ਼ਰ ਦੇ ਹੱਥ ਵਿੱਚ ਹੈ, ਜਨਮ ਮਰਨ ਹਮਰੈ ਵਸ ਨਾ ਹੈ। ਜੋ ਜਿਵੇਂ ਪ੍ਰਮਾਤਮਾ ਨੇ ਬਿੱਧ ਬਣਾਈ ਉਸੇ ਤਰ੍ਹਾਂ ਵਰਤਦੀ ਹੈ, ਉਹਦੇ ਹੁਕਮ ਦੀ ਖੇਡ ਹੈ ਸਾਰੀ। ਹੁਕਮੈ ਆਵਣ ਜਾਣ ਰਹਾਇਆ। ਕਹਿਣ ਲੱਗਾ ਜੀ ਮੈਨੂੰ ਪਤਾ ਹੈ, ਇਸ ਗੱਲ ਦਾ ਮੈਨੂੰ ਪਤਾ ਹੈ। ਭਾਈ ਸਾਹਿਬ ਕਹਿਣ ਲੱਗੇ ਜੇ ਪਤਾ ਹੈ ਤੇ ਫਿਰ ਰੋਂਦਾ ਕਿਉਂ ਹੈ? ਇਹ ਤੇ ਪ੍ਰਮਾਤਮਾ ਜਾਣਦਾ, 2 ਦਿਨ ਬਾਕੀ, 4 ਦਿਨ ਬਾਕੀ, 4 ਸਾਲ ਬਾਕੀ, ਕਿੰਨਾ ਸਮਾਂ ਬਾਕੀ ਹੈ, ਇਹ ਤੇ ਅਕਾਲ ਪੁਰਖ ਨੂੰ ਪਤਾ ਹੋਏਗਾ। ਤੂੰ ਰੋਂਦਾ ਕਿਉਂ ਹੈ? ਸਾਰਾ ਪਰਿਵਾਰ ਦੁਖੀ ਹੈ। ਕਿਤੇ ਉਹਨਾਂ ਨੂੰ ਇਹ ਦੁੱਖ ਪਰਿਵਾਰ ਦਾ ਜੀ ਚਲੇ ਜਾਣਾ ਹੈ, ਦੂਜਾ ਦੁੱਖ ਜਦੋਂ ਵਹਿੰਦੇ ਨੇ ਤੜਫਦਾ, ਕਰ ਕੁਛ ਨਹੀਂ ਸਕਦੇ। ਕਹਿਣ ਲੱਗਾ ਜੀ ਮੈਨੂੰ ਇਸ ਚੀਜ਼ ਦਾ ਦੁੱਖ ਨਹੀਂ ਹੈ ਕਿ ਮੈਂ ਚਲੇ ਜਾਣਾ, ਮੈਨੂੰ ਵੀ ਪਤਾ ਹੈ ਬਿਮਾਰੀ ਇੰਨੀ ਵੱਧ ਚੁੱਕੀ, 2-4 ਦਿਨ ਬਾਕੀ ਹੈ। ਕਹਿਣ ਲੱਗੇ ਦੁੱਖ ਕਾਹਦਾ? ਕਹਿੰਦਾ ਦੁੱਖ ਇਸ ਗੱਲ ਦਾ ਮੈਂ ਸਾਰਾ ਜੀਵਨ ਜਿਹੜਾ ਆਪਣੀ ਮਰਜ਼ੀ ਦੇ ਨਾਲ ਗੁਨਾਹਾਂ ਦੀ ਜ਼ਿੰਦਗੀ ਜੀ ਹੈ, ਮੈਂ ਕਦੇ ਵੀ ਸਤ ਸੰਗਤ ਵਿੱਚ ਜਾ ਕੇ ਜਾਂ ਗੁਰੂ ਦਾ ਕੋਈ ਬਚਨ ਨਾ ਸੁਣਿਆ ਤੇ ਨਾ ਜੀਵਨ ਵਿੱਚ ਕਮਾਇਆ। ਜਦੋਂ ਮੈਂ ਆਪਣੇ ਜੀਵਨ ਵੱਲ ਝਾਤ ਮਾਰਦਾ, ਮੈਂ ਤੇ ਗੁਨਾਹਾਂ ਦੇ ਜਹਾਜ਼ ਲੱਦੇ ਪਏ ਆ। ਦੁੱਖ ਮੈਨੂੰ ਇਸ ਗੱਲ ਦਾ ਹੈ ਮੈਂ ਜ਼ਿੰਦਗੀ ਦੇ ਵਿੱਚ ਕੀ ਕਰਕੇ ਚੱਲਿਆ। ਭਾਈ ਸਾਹਿਬ ਕਹਿਣ ਲੱਗੇ ਇਹ ਗੱਲ ਹੈ? ਕਹਿਣ ਲੱਗਾ ਹਾਂ। ਭਾਈ ਸਾਹਿਬ ਕਹਿਣ ਲੱਗੇ ਫਿਰ ਇੱਕ ਕੰਮ ਕਰ ਲੈ। ਕਹਿਣ ਲੱਗਾ ਜੀ ਕੀ? ਕਹਿਣ ਲੱਗੇ ਸਾਹਮਣੇ ਦਰਬਾਰ ਸਾਹਿਬ, ਉੱਥੇ ਜਾ ਤੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਜਾ ਕੇ ਹੱਥ ਜੋੜ, ਇੱਕ ਗੁਰੂ ਦੇ ਅੱਗੇ ਅਰਦਾਸ ਕਰਕੇ, ਗੁਰੂ ਜੀ ਅੱਜ ਤੱਕ ਮੈਂ ਆਪਣਾ ਜੀਵਨ ਆਪਣੀ ਮਰਜ਼ੀ ਨਾਲ ਜੀਵਿਆ ਹੈ, ਇਹੋ ਜਿਹੇ ਗੁਨਾਹ ਕੀਤੇ ਜਿਨ੍ਹਾਂ ਗੁਨਾਹਾਂ ਦਾ ਫਾੜੇ ਬਿਮਾਰੀ ਮਿਲੀ ਜਿਹੜੀ ਮੌਤ ਦੇ ਦਰਵਾਜ਼ੇ ਤੇ ਲੈ ਆਈ ਹੈ, ਇਹਦਾ ਇਲਾਜ ਕੋਈ ਨਹੀਂ। ਗੁਰੂ ਜੀ ਮੈਨੂੰ ਨਹੀਂ ਪਤਾ ਮੇਰਾ ਜੀਵਨ 2 ਦਿਨ ਬਾਕੀ, 4 ਦਿਨ ਬਾਕੀ, 4 ਸਾਲ ਬਾਕੀ ਹੈ ਜਾਂ ਕਿੰਨਾ ਬਾਕੀ ਹੈ। ਅੱਜ ਮੈਨੂੰ ਅਹਿਸਾਸ ਹੋਇਆ ਹੈ, ਮੈਂ ਦੋਵੇਂ ਹੱਥ ਜੋੜ ਕੇ ਤੁਹਾਡੇ ਅੱਗੇ ਪ੍ਰਣ ਕਰਦਾ, ਜਿੰਨਾ ਵੀ ਜੀਵਨ ਬਾਕੀ ਹੈ ਅੱਜ ਤੋਂ ਇਹ ਜੀਵਨ ਤੁਹਾਡੇ ਹਵਾਲੇ। ਰੋਜ਼ਾਨਾ ਬਾਣੀ ਪੜ੍ਹ ਨਹੀਂ ਸਕਦਾ, ਸੁਣ ਸਮਝ, ਉਹਦੇ ਮੁਤਾਬਕ ਜੀਵਣਾ ਸ਼ੁਰੂ ਕਰ ਦੇ। ਉਹ ਸੱਜਣਾ ਕੋ ਖਿੜਖੜਾ ਕੇ ਹੱਸ ਪਿਆ। ਕਹਿਣ ਲੱਗਾ ਭਾਈ ਵੀਰ ਸਿੰਘ ਜੀ, ਲੋਕ ਤੇ ਕਹਿੰਦੇ ਤੁਸੀਂ ਬੜੇ ਵਿਦਵਾਨ ਹੋ, ਪਰ ਗੱਲ ਤੁਸੀਂ ਬੱਚਿਆਂ ਵਾਲੀ ਕੀਤੀ ਨਾ। ਭਾਈ ਸਾਹਿਬ ਕਹਿੰਦੇ ਕਿਉਂ? ਕਹਿਣ ਲੱਗਾ ਤੁਹਾਨੂੰ ਵੀ ਪਤਾ ਹੈ ਕਿ ਜੀਵਨ ਦੀ ਜਿਹੜੇ ਮੈਂ ਆਖਰੀ ਮੋੜ ਤੇ ਖੜਾ ਹਾਂ, ਸਾਰੀ ਜ਼ਿੰਦਗੀ ਮੈਂ ਗੁਰੂ ਤੋਂ ਟੁੱਟ ਕੇ ਬਤੀਤ ਕੀਤੀ ਹੈ। ਆਹ 2-4 ਦਿਨ ਜੇ ਮੈਂ ਗੁਰੂ ਦੇ ਹਵਾਲੇ ਜੀਵਨ ਕਰਦਿਆਂ, ਸਾਰੀ ਜ਼ਿੰਦਗੀ ਗੁਨਾਹਾਂ ਦੇ ਜਹਾਜ਼ ਮੈਂ ਲੱਦੇ ਨੇ ਜਿਹੜੇ ਕਿ ਉਹ ਬਖਸ਼ੇ ਜਾਣਗੇ। ਬੱਚਿਆਂ ਵਾਲੀ ਗੱਲ ਕੀਤੀ ਜੇ ਨਾ। ਹੁਣ ਭਾਈ ਵੀਰ ਸਿੰਘ ਵੀ ਵਿਦਵਾਨ ਸੀ, ਉਹ ਕਹਿਣ ਲੱਗੇ ਗੁਨਾਹਾਂ ਦੇ ਜਹਾਜ਼ ਲੱਦੇ ਆ। ਕਹਿਣ ਲੱਗਾ ਜੀ। ਭਾਈ ਸਾਹਿਬ ਕਹਿਣ ਲੱਗੇ ਫਿਰ ਇੱਕ ਸਵਾਲ ਦਾ ਜਵਾਬ ਦੇ। ਕਹਿਣ ਲੱਗਾ ਜੀ ਕੀ? ਭਾਈ ਸਾਹਿਬ ਕਹਿੰਦੇ ਜਹਾਜ਼ ਵੱਡਾ ਹੁੰਦਾ ਕਿ ਸਮੁੰਦਰ? ਕਹਿਣ ਲੱਗਾ ਜੀ ਇਹ ਤਾਂ ਭਾਵੇਂ ਕਿਸੇ ਬੱਚੇ ਨੂੰ ਪੁੱਛ ਲਓ ਵੀ ਦੱਸੇਗਾ ਸਮੁੰਦਰ ਬਹੁਤ ਵੱਡਾ ਹੁੰਦਾ। ਇੱਕ ਸਮੁੰਦਰ 'ਚ ਹਜ਼ਾਰਾਂ ਹੀ ਜਹਾਜ਼ ਤੈਰਦੇ ਆ, ਸਮੁੰਦਰ ਬਹੁਤ ਵੱਡਾ ਹੁੰਦਾ ਹੈ। ਭਾਈ ਸਾਹਿਬ ਕਹਿਣ ਲੱਗੇ ਜੇ ਤੂੰ ਗੁਨਾਹਾਂ ਦੇ ਜਹਾਜ਼ ਲੱਦੇ ਨੇ ਨਾ ਤੇ ਮੇਰਾ ਗੁਰੂ ਵੀ ਸਮੁੰਦਰ ਵਰਗਾ ਵਿਸ਼ਾਲ ਹੈ। ਪੜ੍ਹਦੇ ਆ ਨਾ, ਗੁਰ ਸਮੁੰਦ ਨਦੀ ਸਭ ਸਿੱਖੀ। ਉਹ ਸੱਜਣਾ ਹਜ਼ਾਰਾਂ ਜਹਾਜ਼ ਖਰਾਬ ਹੋ ਜਾਂਦੇ ਆ, ਸਮੁੰਦਰ ਦੇ ਵਿੱਚ ਡੁੱਬ ਜਾਂਦੇ, ਗਰਕ ਹੋ ਜਾਂਦੇ, ਨਾਮੋ ਨਿਸ਼ਾਨ ਤੱਕ ਨਹੀਂ ਮਿਲਦਾ। ਇੱਕ ਵਾਰੀ ਆਪਣਾ ਜੀਵਨ ਗੁਰੂ ਦੇ ਹਵਾਲੇ ਕਰਕੇ ਤਾਂ ਦੇਖ, ਜੇ ਕਿਤੇ ਗੁਰੂ ਦੇ ਮੁਤਾਬਕ ਤੂੰ ਜੀਵਨ ਜਿਉਣ ਲੱਗ ਪਿਆ, ਇਹ ਲੱਭਣੇ ਨਹੀਂ ਜਿਹੜੇ ਜਹਾਜ਼ਾਂ ਦੀ ਤੂੰ ਗੱਲ ਪਿਆ ਕਰਦਾ ਹੈ। ਗੁਰੂ ਤੇ ਭਰੋਸਾ ਰੱਖ ਕੇ ਤਾਂ ਵੇਖ, ਗੁਰੂ ਤੇ ਭਰੋਸਾ ਕਰ ਤਾਂ ਸਹੀ। ਅਸੀਂ ਜਦੋਂ ਵੀ ਅਰਦਾਸ ਕਰਦੇ, ਹੁਣ ਵੀ ਅਰਦਾਸ ਹੋਣੀ ਹੈ, ਗੁਰੂ ਦੇ ਕੋਲੋਂ 8 ਖੈਰਾਂ ਮੰਗਦੇ ਹਾਂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। 8 ਖੈਰਾਂ ਮੰਗਦੇ ਹਨ। ਇਹਨਾਂ ਵਿੱਚੋਂ 6ਵੀਂ ਖੈਰ ਭਰੋਸਾ ਦਾਨ ਹੈ। ਇੱਕ ਵਾਰੀ ਗੁਰੂ ਤੇ ਵਿਸ਼ਵਾਸ ਤੇ ਕਰ, ਗੁਰੂ ਤੇ ਭਰੋਸਾ ਤੇ ਕਰ।
ਕਿੱਡਾ ਵੱਡਾ ਭਰੋਸਾ ਹੋਵੇਗਾ ਉਹਨਾਂ ਸਿੱਖਾਂ ਨੂੰ ਜਦੋਂ ਗੁਰੂ ਸਾਹਿਬ ਜੀ ਸਿਰ ਮੰਗ ਰਹੇ ਨੇ, ਮੈਨੂੰ ਸਿਰ ਚਾਹੀਦਾ। ਉਹਨਾਂ ਨੂੰ ਪਤਾ ਗੁਰੂ ਮੌਤ ਨਹੀਂ ਦਿੰਦਾ। ਉੱਠ ਕੇ ਖੜੇ ਹੋ ਗਏ, ਮਹਾਰਾਜ ਹਾਜ਼ਰ ਹੈ, ਗੁਰੂ ਤੇ ਜ਼ਿੰਦਗੀ ਬਖਸ਼ਦਾ ਹੈ। ਕਿੰਨਾ ਭਰੋਸਾ ਹੋਵੇਗਾ। ਤੇ ਜਿਨ੍ਹਾਂ ਦਾ ਭਰੋਸਾ ਨਹੀਂ ਸੀ ਉਹ ਦੌੜ ਕੇ ਚਲੇ ਗਏ ਮਾਤਾ ਜੀ ਕੋਲ। ਗੁਰੂ ਸਾਹਿਬ ਨੂੰ ਪਤਾ ਨਹੀਂ ਕੀ ਹੋ ਗਿਆ। ਭਰੋਸਾ ਕਰਕੇ ਤਾਂ ਦੇਖ, ਵਿਸ਼ਵਾਸ ਗੁਰੂ ਤੇ ਕਰਕੇ ਤਾਂ ਦੇਖ। ਅਰਦਾਸ ਬਾਅਦ ਵਿੱਚ ਸ਼ੁਰੂ ਹੁੰਦੀ ਹੈ। ਜਿਹੜੇ ਪਹਿਲੇ ਪਹਿਰੇ ਹੁੰਦੇ ਆ ਨਾ ਜੀ, ਅਰਦਾਸ ਕਿੱਥੋਂ ਸ਼ੁਰੂ ਹੁੰਦੀ? ਜਿੱਥੋਂ ਅਸੀਂ ਕਹਿੰਦੇ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ। ਪਹਿਲੇ ਜਿੰਨੇ ਪਹਿਰੇ ਆ ਉਹ ਅਸਲ 'ਚ ਅਰਦਾਸ ਦਾ ਹਿੱਸਾ ਨਹੀਂ ਹੈ। ਉਹ ਅਰਦਾਸ ਤੱਕ ਪਹੁੰਚਣ ਦੇ ਲਈ ਸਾਡੀ ਸੁਰਤ ਨੂੰ ਜਗਾਉਣ ਦਾ ਹਿੱਸਾ ਹੈ। ਇਸੇ ਲਈ ਕਿਹਾ ਜਾਂਦਾ ਹੈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਅਰਦਾਸ ਤੇ ਗੁਰੂ ਪਰਮੇਸ਼ਰ ਅੱਗੇ ਕੀਤੀ ਜਾਂਦੀ ਹੈ ਨਾ, ਪਰ ਇਹ ਕਿਹਨੂੰ ਕਿਹਾ ਜਾਂਦਾ ਹੈ? ਬੋਲੋ ਜੀ। ਜਿਹੜੇ ਖੜੇ ਨੇ, ਅਰਦਾਸ ਜਿਨ੍ਹਾਂ ਦੀ ਹੋ ਰਹੀ ਹੈ, ਉਹਨਾਂ ਨੂੰ ਕਿਹਾ ਜਾਂਦਾ ਹੈ, ਤਾਂ ਕਿ ਉਹਨਾਂ ਦਾ ਧਿਆਨ ਉੱਥੇ ਹੋਵੇ। ਉਹਨਾਂ ਨੂੰ ਪਤਾ ਲੱਗੇ ਜਿਸ ਪਰਮੇਸ਼ਰ ਅੱਗੇ ਅਰਦਾਸ ਕਰਨ ਲੱਗੇ ਆ, ਉਸ ਪਰਮੇਸ਼ਰ ਦੇ ਅੱਗੇ ਅਰਦਾਸ ਕਰਨ ਤੋਂ ਪਹਿਲਾਂ ਸਾਡੀ ਸੁਰਤ ਜਿਹੜੀ ਹੈ ਉਹਦੇ ਵਿੱਚ ਕੀ ਕੀ ਸਾਡੇ ਧਿਆਨ 'ਚ ਹੋਣਾ ਚਾਹੀਦਾ ਹੈ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਕਿਉਂਕਿ ਸੁਰਤ ਉੱਥੇ ਨਹੀਂ ਸਾਡੇ। ਕਈ ਵਾਰ ਮੇਰੇ ਵਰਗੇ ਨੂੰ ਤਾਂ ਉਦੋਂ ਪਤਾ ਲੱਗਦਾ ਨਾਲ ਦਾ ਮੱਥਾ ਟੇਕਣ ਡਿਆ ਹੁੰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਤੇ ਬਹੁਤੇ ਮੇਰੇ ਵਰਗੇ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੇ ਕਿਹਾ ਹੁੰਦਾ ਭਾਈ ਸਾਹਿਬ ਜੀ ਸਾਡੀ ਆਹ ਅਰਦਾਸ ਕਰ ਦਿਓ। ਧਿਆਨ ਹੁੰਦਾ ਭਾਈ ਸਾਹਿਬ ਸਾਡਾ ਨਾਂ ਲੈ ਰਹੇ ਕਿ ਨਹੀਂ ਲੈ ਰਹੇ। ਬਾਈ ਮਿਸਟੇਕ ਕਿਤੇ ਭਾਈ ਸਾਹਿਬ ਨੂੰ ਨਾਂ ਵਿਸਰ ਗਿਆ ਅਰਦਾਸ ਵਿੱਚ। ਵੈਸੇ ਤੇ ਅਸੀਂ ਸਾਰੇ ਜਾਣਦੇ ਪ੍ਰਮਾਤਮਾ ਤੇ ਅੰਤਰਜਾਮੀ ਹੈ, ਸਭ ਦੀਆਂ ਜਾਣਦਾ, ਉਹਨੂੰ ਦੱਸਣ ਦੀ ਵੀ ਲੋੜ ਨਹੀਂ, ਫਿਰ ਬੋਲਿਆ ਸਭ ਕੁਝ ਜਾਣਦਾ। ਪਰ ਜੇ ਕਿਤੇ ਭਾਈ ਸਾਹਿਬ ਜੀ ਨੂੰ ਨਾਂ ਵਿਸਰ ਗਿਆ, ਨਹੀਂ ਲੈ ਸਕੇ, ਫਿਰ ਕੀ ਚੱਲਦੇ ਹੁੰਦੇ? ਉਦੋਂ ਹੀ ਖੜਿਆ ਹੀ ਸਾਡਾ ਨਾਂ ਨਹੀਂ ਨਾ ਲਿਆ। ਕਮੇਟੀ ਨਾਲ ਕਰਦੇ ਗੱਲ, ਭਾਈ ਸਾਹਿਬ ਦੀ ਛੁੱਟੀ ਕਰਨੀ ਚਾਹੀਦੀ। ਮੈਂ ਪੈਸੇ ਦਿੱਤੇ, ਮੈਂ ਆਪਣਾ ਅਰਦਾਸ ਕਹੀ ਸੀ ਭਾਈ ਸਾਹਿਬ ਨੂੰ ਸਾਡਾ ਨਾਂ ਲੈ ਕੇ ਕੀਤੀ ਜਾਵੇ। ਤੇ ਜੇ ਕਿਤੇ ਨਾਂ ਦੇ ਵਿੱਚ ਥੋੜ੍ਹੀ ਜਿਹੀ ਅੱਗਾ ਪਿੱਛਾ ਕਿਸੇ ਅੱਖਰ ਦਾ ਹੋ ਗਿਆ, ਸੁਰਤ ਵਿੱਚ ਇਹ ਨਹੀਂ ਹੈ ਕਿ ਕੀ ਕਿਹਾ ਜਾ ਰਿਹਾ ਹੈ, ਅਰਦਾਸ ਦੇ ਬਾਕੀ ਕੀ ਕੁਝ ਬੋਲਿਆ ਜਾ ਰਿਹਾ ਹੈ, ਬਸ ਉੱਥੇ ਖੜੀ ਹੁੰਦੀ ਹੈ। ਇਸੇ ਲਈ ਵਾਰ-ਵਾਰ ਕਹਿਣਾ ਪੈਂਦਾ ਤਿੰਨਾਂ ਦਾ ਧਿਆਨ ਧਰ ਕੇ ਬੋਲੋ ਜੀ। ਨਹੀਂ ਤੇ ਜਦੋਂ ਭਾਈ ਸਾਹਿਬ ਜੀ ਕਹਿਣ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਭਾਈ ਸਾਹਿਬ ਭਾਈ ਮਣੀ ਸਿੰਘ ਸਾਡੀ ਸੁਰਤ 'ਚ ਆ ਜਾਂਦੇ। ਭਾਈ ਸਾਹਿਬ ਨੂੰ ਕਹਿਣ ਦੀ ਲੋੜ ਨਾ ਪੈਂਦੀ, ਆਪ ਮੁਹਾਰੇ ਸਾਡੀ ਅੰਦਰ ਆਤਮਾ ਕਹਿੰਦੀ ਵਾਹਿਗੁਰੂ। ਚਰਖੜੀਆਂ ਤੇ ਚੜੇ ਵਾਹਿਗੁਰੂ, ਆਰਿਆਂ ਨਾਲ ਚਰਵਾਏ ਵਾਹਿਗੁਰੂ। ਭਾਈ ਸਾਹਿਬ ਨੂੰ ਕਹਿਣ ਦੀ ਫਿਰ ਲੋੜ ਨਾ ਪੈਂਦੀ। ਕਿਉਂ ਕਹਿਣ ਦੀ ਲੋੜ ਪਈ? ਕਿਉਂਕਿ ਸੁਰਤ ਉੱਥੇ ਨਹੀਂ ਹੈ, ਧਿਆਨ ਉੱਥੇ ਨਹੀਂ ਹੈ। ਜੇ ਧਿਆਨ ਉੱਥੇ ਹੋਵੇ ਤਾਂ ਫਿਰ ਇਹ ਸ਼ਬਦ ਕਦੇ ਨਾ ਸਾਨੂੰ ਭੁੱਲਣ, ਜਿਹੜੀਆਂ 8 ਖੈਰਾਂ ਮੰਗਦੇ ਆਪਾਂ ਸਿੱਖਾਂ ਨੂੰ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ। ਫਿਰ ਭਰੋਸਾ ਹੋਣਾ ਚਾਹੀਦਾ। ਸਾਡਾ ਤਾਂ ਭਰੋਸਾ ਪਤਾ ਕਿਸ ਤਰ੍ਹਾਂ ਦਾ? ਮੈਂ ਦਿੱਲੀ ਹੁੰਦਾ ਸੀ, ਗੁਰਦੁਆਰਾ ਬੰਗਲਾ ਸਾਹਿਬ ਕਥਾ ਕਰਕੇ ਜੋ ਕਈ ਉੱਠਣਾ ਨਾ, ਕਈ ਸਿੰਘ ਮਿਲ ਪੈਣੇ ਜਿਹੜੇ ਆਏ ਹੁੰਦੇ ਸੀ ਬਾਹਰੋਂ। ਭਾਈ ਸਾਹਿਬ ਅਸੀਂ ਨਾ ਆਹ ਕਾਰਜ ਹੈ ਅਤੇ ਅਰਦਾਸ ਕਰਵਾ ਲਈ ਹੈ, ਹੁਣ ਅਸੀਂ ਗੁਰਦੁਆਰਾ ਸੀਸਗੰਜ ਸਾਹਿਬ ਚੱਲੇ ਅਰਦਾਸ ਕਰਾਉਣ। ਅਤੇ ਮੈਂ ਸਵਾਲ ਕਰਨਾ ਉਹਨਾਂ ਨੂੰ, ਕਿਉਂਕਿ ਮੇਰਾ ਥੋੜ੍ਹਾ ਸ਼ੁਰੂ ਤੋਂ ਹੀ ਇਹੋ ਜਿਹਾ ਹਿਸਾਬ ਲਿਆ। ਮੈਂ ਕਹਿਣਾ ਜੀ ਇੱਥੇ ਅਰਦਾਸ ਕਰਾਈ ਅਤੇ ਹੁਣ ਸੀਸਗੰਜ ਸਾਹਿਬ ਅਰਦਾਸ ਕਰਵਾਉਣ ਚੱਲੇ, ਕੋਈ ਹੋਰ ਅਰਦਾਸ ਕਰਨੀ ਹੈ? ਨਹੀਂ ਇਹੀ ਕਰਨੀ, ਕਿਤੇ ਨਾ ਕਿਤੇ ਤਾਂ ਸੁਣੀ ਜਾਊ। ਅਤੇ ਮੈਂ ਸਵਾਲ ਕਰਦਾ ਹੁੰਦਾ ਜੇ ਇਹਦੇ ਅੱਗੇ ਅਰਦਾਸ ਕੀਤੀ ਫਿਰ ਉੱਤੇ ਭਰੋਸਾ ਤਾਂ ਨਹੀਂ ਨਾ, ਚੱਲ ਇਹ ਨਾ ਵੀ ਸੁਣੂਗਾ ਦੂਜਾ ਸੁਣ ਲੂ। ਅਰਦਾਸ ਕਰਕੇ ਦੇ ਅੱਗੇ ਰਹੇ ਜੀ। ਖਲੀਲ ਜਬਰਾਨ ਨੇ ਇੱਕ ਲਤੀਫਾ ਲਿਖਿਆ ਹੈ। ਲਤੀਫੇ ਦਾ ਅਰਥ ਹੁੰਦਾ ਇੱਕ ਕਹਾਣੀ, ਥੋੜ੍ਹਾ ਜਿਹਾ ਹਾਸ ਰਸ ਹੈ ਪਰ ਸਿੱਖਿਆ ਬੜੀ ਖੂਬਸੂਰਤ ਮਿਲਦੀ। ਉਹ ਕਹਿੰਦਾ ਕੁਝ ਸਮਾਂ ਇਹੋ ਜਿਹਾ ਆਇਆ ਕਿ ਮੀਂਹ ਨਾ ਪਿਆ ਅਤੇ ਸਾਰੇ ਲੋਕ ਪਰੇਸ਼ਾਨ ਹੋ ਗਏ, ਫਸਲ ਕਿਵੇਂ ਹੋਵੇਗੀ, ਅੰਨ ਕਿੱਥੋਂ ਆਏਗਾ। ਅਖੀਰ ਸਾਰਿਆਂ ਫੈਸਲਾ ਕੀਤਾ ਵੀ ਜਿਹੜਾ ਆਪਣਾ ਧਰਮ ਸਥਾਨ ਹੈ ਨਾ, ਚਲੋ ਚੱਲ ਕੇ ਉੱਥੇ ਅਰਦਾਸ ਬੇਨਤੀ ਕਰੀਏ ਵੀ ਰੱਬ ਮੀਂਹ ਪਾਵੇ। ਅਤੇ ਸਾਰੇ ਹੀ ਤੁਰ ਪਏ ਜਿੰਨੇ ਵੀ ਪਿੰਡ ਦੇ ਲੋਕ ਸੀ। ਇੱਕ ਬਜ਼ੁਰਗ ਪਿੰਡ ਦਾ ਸਿਆਣਾ ਸੀ, ਉਹ ਅੱਗੋਂ ਮਿਲ ਪਿਆ, ਕਹਿੰਦਾ ਕਿੱਥੇ ਚੱਲੇ ਹੋ? ਕਹਿਣ ਲੱਗੇ ਜਿਹੜਾ ਆਪਣਾ ਧਰਮ ਸਥਾਨ ਉੱਥੇ ਚੱਲੇ ਆ। ਕਹਿੰਦੇ ਕੀ ਗੱਲ ਹੋ ਗਈ?
ਕਹਿਣ ਲੱਗੇ ਵੀ ਇੰਨੇ ਚਿਰ ਤੋਂ ਮੀਂਹ ਨਹੀਂ ਪੈ ਰਿਹਾ ਤੇ ਫਸਲਾਂ ਸੁੱਕ ਰਹੀਆਂ ਨੇ, ਅਰਦਾਸ ਕਰਨੀ ਹੈ ਕਿ ਮੀਂਹ ਪਵੇ। ਕਹਿਣ ਲੱਗਾ ਅੱਛਾ ਅਰਦਾਸ ਕਰਨੀ ਮੀਂਹ ਪਵੇ, ਤੇ ਛਾਤਾ ਤੇ ਕਿਸੇ ਨੇ ਵੀ ਨਹੀਂ ਲਿਆ ਤੁਹਾਡੇ ਚੋਂ। ਕਹਿਣ ਲੱਗੇ ਜੀ ਕਿਉਂ? ਕਹਿੰਦੇ ਤੁਸੀਂ ਅਰਦਾਸ ਕੀਤੀ, ਮੀਂਹ ਪੈਣ ਲੱਗ ਪਿਆ ਤੇ ਭਿੱਜ ਜਾਓਗੇ। ਕਹਿਣ ਲੱਗੇ ਬੱਦਲ ਦਿਖਾਈ ਦਿੰਦੇ ਕਿਤੇ, ਅਰਦਾਸ ਹੀ ਕਰਨ ਚੱਲੇ ਜੇ ਕਿਹੜਾ ਮੀਂਹ ਪੈ ਚੱਲਿਆ। ਭਰੋਸਾ ਨਹੀਂ ਹੈ, ਵਿਸ਼ਵਾਸ ਨਹੀਂ ਹੈ ਗੁਰੂ ਪਰਮੇਸ਼ਰ ਤੇ। ਇਸੇ ਲਈ ਜੇ ਕਿਸੇ ਨੇ ਜੋ ਕਿਹਾ, ਇਨਸਾਨ ਉਹੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਮਨ ਮਤੀ ਕਰਮ ਕਾਂਡ ਸਾਰੇ ਕਿਉਂ? ਇਸੇ ਲਈ ਕਿਉਂਕਿ ਗੁਰੂ ਪਰਮੇਸ਼ਰ ਤੇ ਭਰੋਸਾ ਹੀ ਨਹੀਂ ਹੈ, ਵਿਸ਼ਵਾਸ ਨਹੀਂ। ਭਾਈ ਵੀਰ ਸਿੰਘ ਕਹਿਣ ਲੱਗੇ ਇੱਕ ਵਾਰੀ ਗੁਰੂ ਤੇ ਵਿਸ਼ਵਾਸ ਕਰਕੇ ਤਾਂ ਵੇਖ, ਉਹ ਗੁਰੂ ਤੇ ਭਰੋਸਾ ਕਰਕੇ ਤਾਂ ਦੇਖ। ਭਾਈ ਵੀਰ ਸਿੰਘ ਜੀ ਦੇ ਅੱਗੇ ਲਿਖੀ ਜਿਹੜੀ ਗੱਲ, ਮੈਂ ਫਿਰ ਬੇਨਤੀ ਕਰਾਂ, ਕਈ ਵਾਰ ਅਸੀਂ ਛਿਲਕੇ ਤੋਂ ਫਿਸਲ ਜਾਂਦੇ ਹਾਂ, ਤੱਤ ਰਹਿ ਜਾਂਦਾ ਹੈ, ਤੇ ਮੈਂ ਕੋਸ਼ਿਸ਼ ਕਰਦਾ ਤੱਤ ਨੂੰ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਸਭ ਨੇ ਜਿਹੜੇ ਲਿਖਾਰੀ ਹੁੰਦੇ ਉਹਨਾਂ ਲਿਖਤ ਜਿਹੜੀ ਹੈ ਆਪਣੇ ਮੁਤਾਬਕ ਲਿਖਣੀ ਹੁੰਦੀ ਹੈ, ਪਰ ਅਸੀਂ ਉਹਦੇ ਚੋਂ ਤੱਤ ਲੈਣਾ ਹੁੰਦਾ ਹੈ। ਖੈਰ ਭਾਈ ਵੀਰ ਸਿੰਘ ਜੀ ਲਿਖਦੇ, ਕਹਿੰਦੇ ਇਸ ਘਟਨਾ ਨੂੰ 2 ਦਿਨ ਬੀਤ ਗਏ। 2 ਦਿਨ ਤੋਂ ਬਾਅਦ ਵਾਲੀ ਰਾਤ, ਤੇ ਰਾਤ ਵੀ ਕਰੀਬਨ ਅੱਧਿਓਂ ਟੱਪ ਗਈ, ਤੇ ਭਾਈ ਵੀਰ ਸਿੰਘ ਨੂੰ ਸੁਪਨਾ ਆ ਰਿਹਾ ਹੈ। ਕੀ ਸੁਪਨਾ ਆ ਰਿਹਾ? ਜਿਸ ਤਰ੍ਹਾਂ ਭਾਈ ਵੀਰ ਸਿੰਘ ਨਾ ਉੱਥੇ ਪ੍ਰਕਰਮਾਂ ਦੇ ਬਾਹਰ ਹੀ ਬੈਠੇ ਹੋਏ ਨੇ, ਵਾਹਿਗੁਰੂ, ਭਾਈ ਵੀਰ ਸਿੰਘ ਪ੍ਰਕਰਮਾਂ ਦੇ ਵਿੱਚ ਦੀ ਜਾ ਰਹੇ ਨੇ, ਤੇ ਉਹ ਸੱਜਣ ਉੱਥੇ ਬੈਠਾ ਹੋਇਆ ਹੈ। ਜੋ ਭਾਈ ਸਾਹਿਬ ਥੋੜ੍ਹੇ ਜਿਹੇ ਅੱਗੇ ਲੰਘੇ ਨਾ, ਉਹਨੇ ਆਵਾਜ਼ ਮਾਰੀ, ਕਹਿਣ ਲੱਗਾ ਵੀਰ ਸਿਆ। ਭਾਈ ਸਾਹਿਬ ਨੇ ਮੁੜ ਕੇ ਦੇਖਿਆ, ਵੇਖਿਆ ਉਹੀ ਸੱਜਣ ਬੈਠਾ ਹੈ। ਕਹਿਣ ਲੱਗੇ ਜੀ ਦੱਸੋ? ਕਹਿਣ ਲੱਗਿਆ ਮੈਨੂੰ ਗੁਰੂ ਰਾਮਦਾਸ ਦੇ ਘਰੋਂ ਪ੍ਰਸ਼ਾਦ ਮਿਲ ਗਿਆ ਏ, ਮੈਂ ਖਾ ਲਿਆ ਏ, ਆ ਥੋੜ੍ਹਾ ਜਿਹਾ ਬਚਿਆ, ਲੈ ਤੂੰ ਵੀ ਖਾ ਲਾ। ਭਾਈ ਵੀਰ ਸਿੰਘ ਜੀ ਕਹਿੰਦੇ ਇੱਕਦਮ ਮੈਨੂੰ ਜਾਗ ਆ ਗਈ, ਇਹ ਕਿਹੋ ਜਿਹਾ ਸੁਪਨਾ? ਕਹਿੰਦੇ ਸਵੇਰ ਹੋਈ, ਮੈਂ ਕਿਸੇ ਬੰਦੇ ਨੂੰ ਭੇਜਿਆ ਪਤਾ ਕਰੋ ਹਾਂ ਕਿਵੇਂ ਆ ਉਹ। ਪਤਾ ਲੱਗਾ ਜੀ ਉਹ ਰਾਤੀ ਚੜ੍ਹਾਈ ਕਰ ਗਿਆ। ਭਾਈ ਵੀਰ ਸਿੰਘ ਜੀ ਕਹਿੰਦੇ ਜੋ ਮੈਂ ਉਹਦੇ ਚੋਂ ਫਿਰ ਤੱਤ ਲਿਆ, ਜਿਹੜਾ ਤੱਤ ਕੋਸ਼ਿਸ਼ ਕਰੀਏ ਕਿਤੇ ਸਾਡੀ ਵੀ ਸਮਝ ਆ ਜਾਏ। ਕਹਿੰਦੇ ਮੈਂ ਤੱਤ ਇਹ ਲਿਆ, ਉਸ ਰਾਤੀ ਹੀ ਸੁਪਨੇ 'ਚ ਵੀ ਮੈਨੂੰ ਇਹ ਗੱਲ ਕਹਿ ਕੇ ਅਹਿਸਾਸ ਕਰਾ ਕੇ ਗਿਆ, ਸੱਜਣਾ ਵੇਖ ਤੂੰ ਕਿਹਾ ਸੀ ਮੈਂ ਆਪਣਾ ਜੀਵਨ ਗੁਰੂ ਦੇ ਹਵਾਲੇ ਕੀਤਾ ਤੇ ਗੁਰੂ ਨੇ ਬਖਸ਼ ਲਿਆ ਹੀ, ਆ ਥੋੜ੍ਹਾ ਜਿਹਾ ਪ੍ਰਸ਼ਾਦ ਤੂੰ ਵੀ ਛਕ ਲੈ, ਭਾਵ ਅੱਜ ਤੋਂ ਬਾਅਦ ਤੂੰ ਵੀ ਗੁਰੂ ਦੇ ਹਵਾਲੇ ਕਰ ਦੇ ਆਪਣਾ ਜੀਵਨ, ਤੂੰ ਵੀ ਬਖਸ਼ਿਆ ਜਾਏਗਾ, ਤੂੰ ਵੀ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ, ਗੁਰੂ ਦੇ ਮੁਤਾਬਕ ਤੂੰ ਵੀ ਜੀਵਨ ਜਿਉਣਾ ਸ਼ੁਰੂ ਕਰ ਦੇ, ਤੂੰ ਵੀ ਬਖਸ਼ਿਆ ਜਾਏਗਾ। ਭਾਈ ਵੀਰ ਸਿੰਘ ਜੀ ਲਿਖਦੇ ਉਸ ਦਿਨ ਤੋਂ ਬਾਅਦ ਮੇਰੀ ਕਲਮ ਨੇ ਕਾਲਪਨਿਕ ਸਾਹਿਤਕਾਰੀ ਲਿਖਣੀ ਬੰਦ ਕਰਤੀ। ਮੈਂ ਕਾਲਪਨਿਕ ਗੀਤ ਨਹੀਂ ਲਿਖਾਂਗਾ, ਜਿਹੜੇ ਪਹਿਲਾਂ ਲਿਖੇ ਜਾਂ ਇਤਿਹਾਸ ਲਿਖਾਂਗਾ ਜਾਂ ਮੈਂ ਬਾਣੀ ਦੇ ਬਾਰੇ ਲਿਖਾਂਗਾ। ਅੱਜ ਤੋਂ ਜੀਵਨ ਗੁਰੂ ਦੇ ਹਵਾਲੇ। ਜਦੋਂ ਖੰਡੇ ਬਾਟੇ ਦੀ ਪਾਹੁਲ ਛਕਾਉਂਦੇ 5 ਪਿਆਰੇ ਕੀ ਕਹਿੰਦੇ ਨੇ? ਅੱਜ ਤੋਂ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਤੁਹਾਡੀ ਮਾਤਾ ਸਾਹਿਬ ਕੌਰ, ਅੱਜ ਤੋਂ ਤੁਸੀਂ ਗੁਰੂ ਦੇ ਹਵਾਲੇ, ਗੁਰੂ ਦਾ ਦਿੱਤਾ ਹੋਇਆ ਜੀਵਨ ਜਿਉਣਾ ਹੈ। ਜਿਹੜਾ ਮੱਥਾ ਟੇਕਦੇ ਆ, ਮੱਥਾ ਟੇਕਣ ਦਾ ਭਾਵ ਕੀ? 2 ਵਾਰ ਮੱਥਾ ਟੇਕਦੇ ਆਉਂਦੇ ਆ, ਫਿਰ ਬੈਠ ਜਾਂਦੇ ਆਪਾਂ, ਫਿਰ ਜਾਣ ਲੱਗਿਆ ਮੱਥਾ ਟੇਕਦੇ ਆ। ਮੱਥਾ ਤੇ ਇੱਕ ਵਾਰ ਟੇਕਿਆ ਵੀ ਪ੍ਰਵਾਨ ਹੈ, 2 ਵਾਰ ਕਿਉਂ ਟੇਕਦੇ ਆ? ਟੇਕਣਾ ਵੀ 2 ਵਾਰ ਹੀ ਹੈ, ਇਹ ਨਾ ਕਿਤੇ ਕਹਿ ਦਿਓ ਕਿ ਭਾਈ ਸਾਹਿਬ ਨੇ ਕਿਹਾ 1 ਵਾਰ ਟੇਕਿਆ ਪ੍ਰਵਾਨ ਹੈ, 2 ਵਾਰ ਟੇਕਣਾ ਹੈ। ਪਰ ਉਹਦਾ ਕਾਰਨ ਕੀ ਹੈ? ਦੋਨੋਂ ਵਾਰ ਮੱਥਾ ਟੇਕਣ ਦਾ ਮਕਸਦ ਹੈ, ਆਉਂਦਿਆਂ ਮੱਥਾ ਟੇਕਣ ਦਾ ਭਾਵ ਹੈ ਜੋ ਬੁੱਧੀ ਜੋ ਕੁਛ ਮੇਰਾ ਸੀ ਸਾਰਾ ਪਾਸੇ, ਸਤਿਗੁਰੂ ਮੈਂ ਆਪਣੇ ਆਪ ਨੂੰ ਤੇਰੇ ਹਵਾਲੇ ਕਰਦਾ। ਬੈਠਦੇ ਆ, ਸੁਣਦੇ ਆ, ਜਾਣ ਲੱਗਿਆ ਮੱਥਾ ਕਿਉਂ ਟੇਕਦੇ ਆ? ਗੁਰੂ ਜੀ ਆ ਸਿਰ ਝੁਕਾ ਕੇ ਤੁਹਾਡੇ ਅੱਗੇ ਪ੍ਰਣ ਕਰਕੇ ਚੱਲਿਆ, ਜੋ ਕੁਝ ਮੈਂ ਤੁਹਾਡੀ ਸਿੱਖਿਆ ਸੁਣੀ ਹੈ, ਹੁਣ ਬਾਹਰ ਜਾ ਕੇ ਜੀਵਨ ਵਿੱਚ ਇਹੀ ਕੁਛ ਕਮਾਵਾਂਗਾ। ਆਹ 2 ਵਾਰ ਮੱਥਾ ਟੇਕਣ ਦਾ ਭਾਵ। ਜ਼ਿੰਦਗੀ ਬੀਤ ਚੱਲੀ ਮੱਥਾ ਟੇਕਦੇ ਆ, ਨਾ ਹਵਾਲੇ ਕੀਤਾ ਆਪਣੇ ਆਪ ਨੂੰ, ਤੇ ਨਾ ਬਾਹਰ ਜਾ ਕੇ ਉਹ ਕਮਾਇਆ ਜੋ ਗੁਰੂ ਨੇ ਸਾਨੂੰ ਕਮਾਉਣ ਦੀ ਕਿਹਾ ਬਾਣੀ ਰਾਹੀਂ। ਗੁਰੂ ਬਖਸ਼ਿਸ਼ ਕਰੇ। ਗੁਰੂ ਸਾਹਿਬ ਜੀ ਕਹਿੰਦੇ ਸੇਵਾ ਸਿੱਖ, ਜਿਹੜਾ ਸਿੱਖ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ। ਸੇਵਾ ਦਾ ਅਰਥ ਕੀ? ਸੇਵਾ ਕਰਨੇ ਭਾਵ ਹੁਕਮ ਨੂੰ ਮੰਨਣਾ, ਗੁਰੂ ਦੇ ਬਚਨਾਂ ਨੂੰ, ਗੁਰੂ ਦੇ ਹੁਕਮ ਨੂੰ ਮੰਨਦਾ ਹੈ, ਪ੍ਰੈਕਟੀਕਲ ਜੀਵਨ ਵਿੱਚ ਕਮਾਉਂਦਾ ਹੈ। ਸੋ ਖੋਜ ਲਹੈ ਉਹ ਸਿੱਖ ਆਪਣੇ ਜੀਵਨ ਦੇ ਵਿੱਚੋਂ ਹੀ ਉਸ ਅਕਾਲ ਪੁਰਖ ਪਰਮਾਤਮਾ ਨੂੰ ਭਾਲ ਲੈਂਦਾ ਹੈ, ਭਾਵ
ਲੱਭ ਲੈਂਦਾ ਹੈ, ਪ੍ਰਾਪਤ ਕਰ ਲੈਂਦਾ ਹੈ। ਉਹਦੇ ਜੀਵਨ ਵਿੱਚ ਹੀ ਉਹਦਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਉਹਨੂੰ ਮਿਲ ਜਾਂਦਾ ਹੈ। ਹੁਕਮ ਬਿਸਮਾਦ, ਹੁਕਮ ਪਛਾਣ ਹੈ, ਉਹਦੀ ਨਿਸ਼ਾਨੀ ਕੀ ਹੈ? ਉਹਦੀ ਨਿਸ਼ਾਨੀ ਹੈ ਜਿਹੜਾ ਅਕਾਲ ਪੁਰਖ ਪਰਮਾਤਮਾ ਦਾ ਰੱਬੀ ਹੁਕਮ ਹੈ ਨਾ, ਬੜਾ ਅਚਰਜ ਹੈ, ਉਹ ਬਦਲਿਆ ਨਹੀਂ ਜਾ ਸਕਦਾ। ਰੱਬੀ ਹੁਕਮ ਬਦਲਿਆ ਜਾਏ, ਹੁਕਮ ਦਾ ਅਰਥ ਹੀ ਹੁੰਦਾ ਕਿ ਜਿਹੜਾ ਬਦਲਿਆ ਨਾ ਜਾਵੇ। ਹੁਕਮ ਦਾ ਅਰਥ ਕੀ ਹੈ? ਆਰਡਰ। ਆਰਡਰ ਬਦਲਿਆ ਨਹੀਂ ਜਾਂਦਾ, ਫੈਸਲੇ ਬਦਲੇ ਜਾਂਦੇ ਆ। ਹੁਕਮ ਦਾ ਅਰਥ ਹੈ ਜਿਹੜਾ ਲਾਗੂ ਹੋ ਜਾਣਾ, ਉਹਨੂੰ ਮੰਨਣਾ ਹੀ ਮੰਨਣਾ ਹੈ। ਜੇ ਗੁਰੂ ਨੇ ਹੁਕਮ ਕੀਤਾ ਹੈ ਨਾ, ਬੇਸ਼ੱਕ ਵਿਦਵਾਨਾਂ ਨੇ ਲਿਖਿਆ ਹੈ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ। ਕੀ ਆਰਡਰ ਹੈ ਸਾਨੂੰ ਜੀ? ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਪ੍ਰਗਟ ਗੁਰਾਂ ਕੀ। ਇਹਦਾ ਅਰਥ ਕੀ ਹੈ? ਗੁਰੂ ਦਾ ਪ੍ਰਤੱਖ ਸਰੂਪ ਕੀ ਹੈ? ਗੁਰੂ ਗ੍ਰੰਥ ਜੀ। ਕਾਸ਼ ਕਿਤੇ ਮੰਨ ਲਈਏ ਆਪਾਂ, ਕਾਲਪਨਿਕ ਤਸਵੀਰਾਂ ਤੋਂ ਖਹਿੜਾ ਛੁੱਟ ਜਾਵੇ ਸਾਡਾ। ਆਰਡਰ ਦਾ ਅਰਥ ਕੀ ਹੈ? ਮੰਨਣਾ। ਤੇ ਆਰਡਰ ਕੀ ਹੈ? ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਪ੍ਰਗਟ ਦਾ ਅਰਥ ਕੀ ਹੁੰਦਾ? ਪ੍ਰਤੱਖ। ਦੇਹ ਦਾ ਅਰਥ ਕੀ ਹੈ? ਸਰੂਪ। ਗੁਰੂ ਦਾ ਪ੍ਰਤੱਖ ਸਰੂਪ ਕੀ ਹੈ? ਉਹ ਹੈ ਗੁਰੂ ਗ੍ਰੰਥ ਜੀ ਮਾਨਿਓ। ਫਿਰ ਅੱਗੇ ਹੋਰ ਕੀ ਕਿਹਾ? ਜੋ ਪ੍ਰਭ ਕੋ ਮਿਲਬੋ ਚਾਹੈ ਕੀ ਕਰੇ ਜੀ? ਖੋਜ ਸ਼ਬਦ ਮੈਂ ਲੈ। ਇਹ ਆਰਡਰ ਹੈ, ਇਹ ਹੁਕਮ ਹੈ। ਤੇ ਹੁਕਮ ਦਾ ਅਰਥ ਹੁੰਦਾ ਨਾ ਲਾਗੂ ਕਰ ਲੈਣਾ, ਮੰਨ ਲੈਣਾ। ਆਰਡਰ ਮੰਨਿਆ ਜਾਂਦਾ, ਹੁਕਮ ਕਦੇ ਬਦਲਦਾ ਨਹੀਂ, ਇਸ ਲਈ ਉਹ ਅਚਰਜ ਹੈ। ਹੁਕਮ ਬਿਸਮਾਦ, ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਹੁਕਮ ਹੈ, ਜੋ ਅਕਾਲ ਪੁਰਖ ਦਾ ਨਿਯਮ ਹੈ, ਜੋ ਉਹਦਾ ਸਿਸਟਮ ਹੈ, ਉਹ ਬਦਲਿਆ ਨਹੀਂ ਜਾ ਸਕਦਾ। ਲੱਖਾਂ ਕੋਈ ਕਵੇ ਮੈਂ ਅਰਦਾਸ ਕਰਾਂਗਾ ਧੀ ਤੋਂ ਪੁੱਤ ਬਣ ਜਾਏਗਾ, ਹੋ ਹੀ ਨਹੀਂ ਸਕਦਾ, ਕਿਉਂਕਿ ਉਹਦਾ ਹੁਕਮ ਬਦਲਿਆ ਨਹੀਂ ਜਾਂਦਾ। ਉਹਦਾ ਹੁਕਮ ਅਟੱਲ ਹੈ, ਉਹਦਾ ਹੁਕਮ ਅਟੱਲ ਹੈ। ਪਰਮੇਸ਼ਰ ਦਾ ਹੁਕਮ ਅਟੱਲ ਹੈ। ਕਿਤੇ ਸਾਡੀਆਂ ਅੱਖਾਂ ਖੁੱਲ ਜਾਣ। ਸਾਨੂੰ ਲੁੱਟ ਲਿਆ ਉਹਨਾਂ ਲੋਕਾਂ ਨੇ ਜਿਹੜੇ ਦਾਅਵਾ ਕਰਦੇ ਨੇ ਅਸੀਂ ਰੱਬ ਦਾ ਹੁਕਮ ਬਦਲ ਦਿੰਦੇ ਹਾਂ। ਕਹਾਣੀਆਂ ਵੀ ਉਹੋ ਜਿਹੀਆਂ ਸੁਣਾਤੀਆਂ ਬਣਾ ਬਣਾ ਕੇ, ਕਿਤੇ ਗੁਰੂ ਸਾਹਿਬਾਂ ਦੇ ਨਾਂ ਦੇ ਨਾਲ ਜੋੜਤੀਆਂ, ਕਿਤੇ ਹੋਰ ਕਈ ਚੀਜ਼ਾਂ ਨਾਲ ਜੋੜਤੀਆਂ। ਰੱਬ ਦਾ ਹੁਕਮ ਆ ਸੀ ਤੇ ਉਹ ਜੀ ਬਦਲ ਕੇ ਆ ਕਰਤਾ, ਤੇ ਨਾਲ ਫਿਰ ਗੁਰਬਾਣੀ ਦੀਆਂ ਪੰਗਤੀਆਂ, ਕਿਉਂਕਿ ਅਰਥ ਹੁਣ ਆਪਾਂ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਪਤਾ ਲੱਗੂ ਨਾ। ਤੇ ਫਿਰ ਅਗਲੇ ਪਾਸੇ ਕੀ ਕਰਤਾ ਉਹਨਾਂ ਨੇ? ਪੰਗਤੀਆਂ ਉਹੋ ਜਿਹੀਆਂ ਚੁਣੀਆਂ ਤੇ ਅਰਥ ਉਹਨਾਂ ਦੇ ਉਹੋ ਜਿਹੇ ਕੀਤੇ ਕਿ ਅਸੀਂ ਵੀ ਉਹਨਾਂ ਦੀ ਹਾਂ 'ਚ ਹਾਂ ਮਿਲਾਉਣ ਲੱਗ ਪਏ। ਕਹਿੰਦੇ ਜੀ ਗੁਰੂ ਸਾਹਿਬ ਕਹਿੰਦੇ ਹਮਰੀ ਬਾਂਦੀ ਭਗਤ ਛਡਾਵੈ, ਬੰਦ ਹੈ ਭਗਤ ਨਾ ਛੂਟੈ ਮੋਹ। ਫਿਰ ਰੱਬ ਕਹਿੰਦਾ ਮੇਰੀ ਜਿਹੜੀ ਕੀਤੀ ਹੈ ਉਹਨੂੰ ਭਗਤ ਛਡਾ ਸਕਦੇ ਆ। ਬਾਂਦੀ ਦਾ ਅਰਥ ਕੀ ਹੁੰਦਾ ਹੈ? ਗੁਲਾਮ, ਮਾਇਆ। ਇਸ ਮਾਇਆ ਤੋਂ ਭਗਤ ਆਪਣੇ ਜੀਵਨ ਨੂੰ ਆਜ਼ਾਦ ਕਰ ਲੈਂਦੇ ਨੇ। ਅਰਥ ਕਿਤੇ ਸਮਝੀਏ ਤੇ ਸਹੀ ਸ਼ਬਦ ਦੇ। ਪਰ ਜਿਹੜਾ ਪਿਆਰ ਦਾ ਬੰਧਨ ਭਗਤਾਂ ਦਾ ਹੈ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਨਾਲ, ਪਰਮਾਤਮਾ ਉਹਨੂੰ ਕਦੇ ਵਿਸਾਰਦਾ ਨਹੀਂ, ਉਹ ਸਦਾ ਨਾਲ ਨਿਭਦਾ ਹੈ। ਅਰਥ ਬੜੇ ਸੌਖੇ, ਉਹਨੂੰ ਹੋਰ ਪਾਸੇ ਲੈ ਗਏ। 99% ਧਰਮ ਸਥਾਨਾਂ ਤੇ ਲੋਕ ਜਾਂਦੇ ਜਾਂ ਧਰਮ ਕਰਮ ਕਰਦੇ ਆ, ਉਹਦਾ ਕਾਰਨ ਇਹੀ ਹੁੰਦਾ ਹੈ ਜੋ ਰੱਬੀ ਹੁਕਮ ਹੈ ਇਹ ਸਾਨੂੰ ਮਨਜ਼ੂਰ ਨਹੀਂ, ਅਸੀਂ ਐਕਸੈਪਟ ਨਹੀਂ ਕਰਦੇ, ਇਹ ਬਦਲੇ, ਇਹ ਬਦਲੇ। ਫਿਰ ਗੁਰੂ ਸਾਹਿਬ ਨੂੰ ਮੇਰੇ ਵਰਗੇ ਕਈ ਭਾਈ ਇਹੋ ਜਿਹੇ ਹੁੰਦੇ ਨੇ, ਫਿਰ ਗੁਰਬਾਣੀ ਦੀਆਂ ਪੰਗਤੀਆਂ ਸੁਣਾ ਸੁਣਾ ਕੇ ਗੁਰੂ ਸਾਹਿਬ ਨੂੰ ਸਮਝਾਉਂਦੇ ਨੇ, ਗੁਰੂ ਜੀ ਐਸ ਮਾਂ ਵਾਕ ਅਨੁਸਾਰ ਆ ਕਰੋ, ਐਸ ਮਾਂ ਵਾਕ ਅਨੁਸਾਰ ਆ ਕਰੋ। ਗੁਰਬਾਣੀ ਦੀਆਂ ਪੰਗਤੀਆਂ ਸੁਣਾਉਂਦੇ ਨੇ ਗੁਰੂ ਨੂੰ, ਗੁਰੂ ਜੀ ਆਹ ਮਾਂ ਵਾਕ ਹੈ, ਇਹਦੇ ਮੁਤਾਬਕ ਤੁਸੀਂ ਇੰਜ ਕਰੋ। ਇਹ ਗੁਰਬਾਣੀ ਸਾਡੇ ਲਈ ਹੈ, ਗੁਰੂ ਨੇ ਸਾਨੂੰ ਸੁਣਾਈ ਹੈ, ਅਸੀਂ ਜੀਵਨ ਵਿੱਚ ਕਮਾਉਣੀ ਹੈ, ਨਾ ਕਿ ਗੁਰੂ ਨੂੰ ਅਸੀਂ ਸਿੱਖਿਆ ਦੇਣ ਲਈ ਵਰਤਣੀ ਹੈ। ਸਤਿਗੁਰੂ ਬਖਸ਼ਿਸ਼ ਕਰਨ। ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੀ ਨਿਸ਼ਾਨੀ ਕੀ ਹੈ?
ਜਿਹੜੇ ਪਰਮੇਸ਼ਰ ਨਾਲ ਇੱਕਮਿਕ ਹੁੰਦੇ ਨੇ। ਹੁਕਮ ਬਿਸਮਾਦ, ਉਹ ਪਰਮਾਤਮਾ ਦੇ ਹੁਕਮ ਨੂੰ ਅਚਰਜ ਮੰਨਦੇ ਨੇ, ਸਭ ਤੋਂ ਸੁਪਰੀਮ ਮੰਨਦੇ ਨੇ। ਹੁਕਮ ਪਛਾਣੈ, ਉਹ ਹੁਕਮ ਨੂੰ ਸਮਝਦੇ ਨੇ, ਉਹਨੂੰ ਪਹਿਚਾਣਦੇ ਨੇ। ਜੀ ਜੁਗਤ ਸੱਚ ਜਾਣੈ ਸੋਈ, ਉਹ ਆਪਣੇ ਜੀਵਨ ਦੀ ਮਰਿਆਦਾ ਜਿਹੜੀ ਹੈ ਉਸ ਸੱਚੇ ਹੁਕਮ ਦੇ ਮੁਤਾਬਕ ਜਿਹੜੀ ਬਣਾਉਂਦੇ ਨੇ, ਹੁਕਮ ਦੇ ਵਿੱਚ ਚੱਲਦੇ ਨੇ, ਹੁਕਮ ਤੋਂ ਬਾਹਰ ਨਹੀਂ। ਤੇ ਜਿਹੜੇ ਹੁਕਮ ਤੋਂ ਬਾਹਰੇ ਹੋ ਜਾਂਦੇ ਨੇ, ਹੁਕਮ ਨਾ ਜਾਣੈ ਬਹੁਤਾ ਰੋਵੈ, ਅੰਤਰ ਧੋਖਾ ਨੀਂਦ ਨਾ ਸੋਵੈ। ਉਹ ਕਦੇ ਸੁੱਖ ਦੀ ਨੀਂਦੇ ਨਹੀਂ ਸੌਂਦੇ। ਉਹ ਆਪਣੇ ਜੀਵਨ 'ਚ ਆਪਣੇ ਆਪ ਨੂੰ ਬਹੁਤ ਵੱਡਾ ਧੋਖਾ ਦੇ ਰਹੇ ਹੁੰਦੇ ਨੇ, ਜਿਹੜੇ ਪਰਮੇਸ਼ਰ ਦੇ ਹੁਕਮ ਨੂੰ ਨਹੀਂ ਸਮਝਦੇ ਤੇ ਹੁਕਮ ਤੋਂ ਬਾਹਰੇ ਹੋ ਕੇ ਚੱਲਦੇ ਨੇ, ਹੁਕਮ ਤੋਂ ਬਾਹਰਾ ਹੋ ਕੇ ਜਿਹੜੇ ਜੀਵਨ ਜਿਉਂਦੇ ਨੇ। ਗੁਰੂ ਬਖਸ਼ਿਸ਼ ਕਰੇ। ਹੁਕਮ ਬਿਸਮਾਦ, ਅਕਾਲ ਪੁਰਖ ਦਾ ਹੁਕਮ ਅਚਰਜ ਹੈ। ਹੁਕਮ ਪਛਾਣੈ, ਉਸ ਹੁਕਮ ਨੂੰ ਸਮਝਦੇ ਨੇ, ਪਹਿਚਾਣਦੇ ਨੇ। ਜੀ ਜੁਗਤ, ਜੁਗਤ ਦਾ ਅਰਥ ਹੁੰਦਾ ਤਰੀਕਾ, ਜੁਗਤੀ ਮਰਿਆਦਾ, ਜੀਵਨ ਦੀ ਮਰਿਆਦਾ। ਸੱਚ ਜਾਣੈ ਸੋਈ, ਉਹ ਰੱਬੀ ਹੁਕਮ ਨੂੰ ਆਪਣੇ ਜੀਵਨ ਦੀ ਮਰਿਆਦਾ ਜਿਹੜੀ ਹੈ ਉਹ ਹੈ ਹੀ ਅਸਲ ਦੇ ਵਿੱਚ ਰੱਬੀ ਹੁਕਮ। ਇੱਥੇ ਤੇ ਮਰਿਆਦਾ ਦੇ ਨਾਂ ਦੇ ਉੱਤੇ ਵੀ ਬੜੇ ਬਖੇੜੇ ਖੜੇ ਕਰਦੇ। ਇਹ ਵੇਖੋ ਜੀ, ਸਾਡੇ ਮਹਾਂਪੁਰਖਾਂ ਦੀ ਆਹ ਮਰਿਆਦਾ ਸੀ, ਉਹ ਮਰਿਆਦਾ ਤੇ ਗੁਰੂ ਪਰਮੇਸ਼ਰ ਦੀ ਹੈ। ਵਿਅਕਤੀ ਦੀ ਮਰਿਆਦਾ ਕਿੱਥੋਂ ਆ ਗਈ? ਗੁਰੂ ਬਖਸ਼ਿਸ਼ ਕਰੇ ਕਿ ਧਿਆਨ ਨੁਕਤਾ ਸਮਝ ਆ ਜਾਏ। ਇਹ ਗੁਰਬਾਣੀ ਸਾਡੇ ਜੀਵਨ ਦੀ ਮਰਿਆਦਾ ਏ। ਇਸ ਗੁਰਬਾਣੀ ਦੇ ਮੁਤਾਬਕ ਜੀਵਨ ਜਿਉਣਾ, ਮਰਿਆਦਾ ਵਿੱਚ ਰਹਿ ਕੇ ਜੀਵਨ ਜਿਉਣਾ ਹੈ। ਮਰਿਆਦਾ ਰੱਬ ਦੀ ਹੈ। ਵਿਅਕਤੀਆਂ ਨੇ ਇਸ ਮਰਿਆਦਾ ਵਿੱਚ ਰਹਿ ਕੇ ਜੀਵਨ ਕਿਵੇਂ ਜਿਉਣਾ ਹੈ, ਉਹਦੇ ਲਈ ਕੁਝ ਤਰੀਕੇ ਜਾਂ ਕਹਿ ਲਓ ਕੁਝ ਜਿਹੜੇ ਨੇ ਉਹ ਬਣਾਏ ਹੋਏ ਨੇ, ਸਿਸਟਮ ਨੇ। ਜਿਵੇਂ ਜੇ ਰੋਟੀ ਖਾਣੀ ਹੈ ਕਿਹੜੇ ਤਰੀਕੇ ਨਾਲ ਖਾਣੀ ਹੈ, ਜੇ ਪਾਣੀ ਪੀਣਾ ਕਿਹੜੇ ਤਰੀਕੇ ਨਾਲ ਪੀਣਾ ਹੈ, ਉਹ ਤਰੀਕੇ ਉਹਨਾਂ ਨੇ ਦੱਸੇ ਨੇ। ਇਸ ਜੀਵਨ ਦੀ ਮਰਿਆਦਾ ਗੁਰਬਾਣੀ ਨੂੰ ਅਸੀਂ ਆਪਣੇ ਜੀਵਨ ਵਿੱਚ ਕਮਾਉਣਾ ਕਿਵੇਂ ਹੈ। ਗੁਰੂ ਬਖਸ਼ਿਸ਼ ਕਰੇ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਫਿਰ ਜਦੋਂ ਜੀਵਨ ਦੀ ਮਰਿਆਦਾ ਸ਼ਬਦ ਨੂੰ ਬਣਾ ਲੈਂਦੇ ਨੇ, ਫਿਰ ਹੁੰਦਾ ਕੀ ਹੈ? ਆਪ ਮੇਟ, ਉਹ ਆਪਾ ਭਾਵ ਆਪਣੇ ਅੰਦਰੋਂ ਖਤਮ ਕਰ ਲੈਂਦੇ ਨੇ। ਆਪਣੀ ਵੱਖਰੀ ਹਸਤੀ, ਵੱਖਰੀ ਹੋਂਦ ਖਤਮ ਕਰ ਦਿੰਦੇ ਨੇ। ਉਹਨਾਂ ਅੰਦਰ ਮੈਂ, ਹਉ, ਇਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ। ਨਿਰਾਲਮ ਹੋਵੈ ਅੰਤਰ ਸਾਚ, ਜੋਗੀ ਕਹੀਐ ਸੋਈ, ਉਹ ਆਪਾ ਭਾਵ ਖਤਮ ਕਰ ਲੈਂਦੇ ਨੇ। ਉਹ ਹਰ ਤਰ੍ਹਾਂ ਦੇ ਕਹਿ ਲਓ ਤੁਸੀਂ ਜਿਹੜੇ ਮਾਇਆ ਦੇ ਗੁਣ ਨੇ, ਇਹਨਾਂ ਤੋਂ ਆਪਣੇ ਆਪ ਨੂੰ ਨਿਰਲੇਪ ਰੱਖਦੇ ਨੇ, ਉੱਪਰ ਰੱਖਦੇ ਨੇ, ਨਿਰਾਲੇ ਰਹਿੰਦੇ ਨੇ। ਉਹਨਾਂ ਦੇ ਜੀਵਨ ਦੇ ਵਿੱਚ ਕੇਵਲ ਤੇ ਕੇਵਲ ਸੱਚ ਹੁੰਦਾ ਹੈ। ਉਹ ਕਦੇ ਝੂਠ ਦਾ ਜੀਵਨ ਨਹੀਂ ਜਿਉਂਦੇ, ਉਹ ਸੱਚ ਦਾ ਜੀਵਨ ਜਿਉਂਦੇ ਨੇ। ਅਸਲੀ ਰੱਬ ਦੇ ਜੋਗੀ ਉਹ ਕਹੇ ਜਾਂਦੇ ਨੇ। ਫਿਰ ਜੋਗੀ ਦਾ ਅਰਥ ਇਹ ਨਹੀਂ ਕਿ ਉਹਨੇ ਇਹੋ ਜਿਹੇ ਕੱਪੜੇ ਪਾ ਲਏ, ਜਟਾਵਾਂ ਵਧਾ ਲਈਆਂ, ਕਰਮੰਡਲ ਲੈ ਲਿਆ ਹੱਥ ਦੇ ਵਿੱਚ, ਦੂਜਾ ਕੋਈ ਹੋਰ ਤਰੀਕਾ ਆਪਣੇ ਕੋਲ ਵਰਤ ਲਿਆ, ਜਾਂ ਇਹੋ ਜਿਹੀ ਮਾਲਾ ਰੱਖ ਲਈ। ਨਾ ਨਾ ਨਾ, ਇਹ ਜੋਗੀ ਨਹੀਂ ਹੈ। ਜੋਗੀ ਦਾ ਅਰਥ ਕੀ ਹੈ? ਜੋਗੀ ਦਾ ਅਰਥ ਹੁੰਦਾ ਹੈ ਯੋਗ ਹੋਣਾ, ਲਾਇਕ ਹੋਣਾ, ਪਰਮੇਸ਼ਰ ਦੇ ਲਾਇਕ ਹੋ ਜਾਣਾ, ਉਹਦੇ ਯੋਗ ਹੋ ਜਾਣਾ, ਉਹਦੇ ਨਾਲ ਜੁੜਨਾ। ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੇ ਅੰਦਰ ਸੱਚ ਹੁੰਦਾ ਹੈ, ਇਸ ਲਈ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੇ ਜੋਗੀ ਕਹੇ ਜਾਂਦੇ ਨੇ। ਉਹ ਰੱਬ ਦੇ ਲਾਇਕ ਕਹੇ ਜਾਂਦੇ ਨੇ। ਜੀਵਨ, ਉਹ ਜੀਵਨ ਪਰਮਾਤਮਾ ਦੇ ਦਰ ਤੇ ਕਬੂਲ ਪੈਣ ਵਾਲੇ ਨੇ। ਔਰ ਇੱਕ ਪੌੜੀ ਆਪਾਂ ਥੋੜ੍ਹਾ ਜਿਹਾ ਸਾਂਝੀ ਕਰ ਲਈ, ਫਿਰ ਸਮਾਪਤੀ ਕਰਦੇ ਹਾਂ। ਅਵਿਕਤ ਤੋਂ ਨਿਰਮਾਇਲ ਉਪਜੇ, ਕਿਉਂਕਿ ਜਿਹੜਾ ਸਵਾਲ ਸੀ ਇਹ ਉਹਦੇ ਜਵਾਬ ਦਾ ਹੀ ਦੂਸਰਾ ਹਿੱਸਾ ਹੈ। ਨਿਰਗੁਣ ਤੇ ਸਰਗੁਣ ਸੀਗਾ, ਕਿਉਂਕਿ ਸਵਾਲ ਸੀ ਨਾ ਕਿ ਸ੍ਰਿਸ਼ਟੀ ਦਾ ਮੂਲ ਕੀ ਹੈ, ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਉਹ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਨੇ ਜਦੋਂ ਆਪਣੀ ਆਪ ਨੂੰ ਆਕਾਰ ਦੇ ਰੂਪ ਦੇ ਵਿੱਚ ਬਣਾਇਆ, ਇਹ ਸਾਰੀ ਰਚਨਾ ਬਣ ਗਈ। ਇਹ ਸਾਰੀ ਰਚਨਾ ਬਣ ਗਈ। ਇਹ ਬਾਡੀ, ਤੁਹਾਡੀ ਬਾਡੀ, ਇਹ ਜੋ ਦਿਖਾਈ ਦੇ ਰਿਹਾ ਹੈ, ਇਹ ਸਾਰੀ ਪਰਮੇਸ਼ਰ ਪਰਮਾਤਮਾ ਦਾ ਸਰਗੁਣ ਸਰੂਪ ਹੈ। ਇਹਨੂੰ ਰੱਬ ਨਾਲ ਮਿਲਣ ਦੀ ਲੋੜ ਨਹੀਂ ਹੈ, ਇਹ ਉਹਦਾ ਹੀ ਰੂਪ ਹੈ। ਮਿਲਣਾ ਅਸੀਂ ਹੈ ਜਿਹੜੇ ਇਸ ਬਾਡੀ ਦੇ ਵਿੱਚ ਜੀਵਨ ਜੀ ਰਹੇ ਹਾਂ, ਰਹਿ ਰਹੇ ਹਾਂ। ਅਸਾਂ ਲੋਕਾਂ ਨੇ ਮਿਲਣਾ ਹੈ। ਇਹ ਸਰੀਰ ਪਰਮੇਸ਼ਰ ਪਰਮਾਤਮਾ ਨਾਲ ਪਹਿਲਾਂ ਹੀ ਇੱਕ ਮਿੱਕ ਹੈ, ਮਿੱਟੀ ਤੋਂ ਬਣਿਆ ਹੈ,
ਪੰਜਾਂ ਤੱਤਾਂ ਦਾ ਹੈ। ਪੰਜੇ ਤੱਤ ਪਰਮੇਸ਼ਰ ਪਰਮਾਤਮਾ ਦੇ ਨਾਲ ਇੱਕਮਿਕ ਨੇ। ਹਵਾ ਕਹਿ ਲਓ, ਪਾਣੀ ਕਹਿ ਲਓ, ਆਕਾਸ਼ ਕਹਿ ਲਓ, ਧਰਤੀ ਕਹਿ ਲਓ, ਇਹ ਜਿੰਨੇ ਤੱਤ ਨੇ ਇਹ ਸਾਰੇ ਪਹਿਲਾਂ ਹੀ ਇੱਕਮਿਕ ਨੇ। ਅਸੀਂ ਪਰਮੇਸ਼ਰ ਪਰਮਾਤਮਾ ਨਾਲ ਇੱਕਮਿਕ ਹੋਣਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਇਸ ਲਈ ਬਾਣੀ 'ਚ ਵੀ ਬਚਨ ਦਾ, ਜੋ ਦਿਸੈ ਸੋ ਤੇਰਾ ਰੂਪ, ਜੋ ਦਿਖਾਈ ਦੇ ਰਿਹਾ ਇਹ ਪਰਮੇਸ਼ਰ ਤੇਰਾ ਰੂਪ ਹੈ। ਜਿੰਨੀ ਕੁਦਰਤ ਹੈ ਜਿਹੜੀ ਦਿਖਾਈ ਦੇ ਰਹੀ ਹੈ ਦ੍ਰਿਸ਼ਟਮਾਨ, ਇਹ ਸਾਰੀ ਪਰਮੇਸ਼ਰ ਦਾ ਰੂਪ ਹੈ। ਇਹਨੇ ਪਰਮੇਸ਼ਰ ਨਾਲ ਨਹੀਂ ਮਿਲਣਾ, ਅਸੀਂ ਪਰਮੇਸ਼ਰ ਨਾਲ ਮਿਲਣਾ ਹੈ। ਅਸੀਂ ਪਰਮੇਸ਼ਰ ਤੋਂ ਦੂਰ ਹਾਂ। ਇਹ ਤਾਂ ਸਾਰੇ ਉਹਦੇ ਹੁਕਮ 'ਚ ਹੀ ਚੱਲ ਰਹੇ ਆ। ਦੁਨੀਆ ਦਾ ਕੋਈ ਸਰੀਰ ਰੋਕ ਸਕਦਾ ਕਿ ਮੇਰੇ ਤੇ ਵੱਡੇਪਣ ਆਵੇ? ਉਹ ਤੇ ਉਹਦੇ ਹੁਕਮ 'ਚ ਹੈ। ਜੋ ਉਪਜੋ ਸੋ ਬਿਨਸ ਹੈ, ਹੁਕਮ 'ਚ ਹੈ। ਜੇ ਕੋਈ ਉਹਦੇ ਹੁਕਮ 'ਚ ਨਹੀਂ ਹੈ, ਉਹ ਅਸੀਂ ਹਾਂ ਜਿਹੜੇ ਇਸ ਸਰੀਰ ਦੇ ਵਿੱਚ ਰਹਿ ਰਹੇ ਹਾਂ। ਇਹ ਤੇ ਪਰਮੇਸ਼ਰ ਨੇ ਸਾਨੂੰ ਕਹਿ ਲਓ ਕਿ ਇੱਕ ਵਹੀਕਲ ਦਿੱਤਾ ਹੈ, ਸਾਧਨ ਦਿੱਤਾ ਹੈ, ਜਾਂ ਕਹਿ ਲਓ ਇੱਕ ਇਮਾਰਤ ਦਿੱਤੀ ਹੈ, ਘਰ ਦਿੱਤਾ ਹੈ। ਗੁਰੂ ਬਖਸ਼ਿਸ਼ ਕਰੇ। ਨਿਰਗੁਣ ਤੇ ਸਰਗੁਣ ਥੀਆ, ਸਤਿਗੁਰ ਪਰਚੈ ਪਰਮ ਪਦ ਪਾਈਐ। ਇਹਦੇ ਵਿੱਚ ਰਹਿਣ ਵਾਲੇ ਜਿਨ੍ਹਾਂ ਨੂੰ ਸਤਿਗੁਰੂ ਤੇ ਪਰਚੇ ਦਾ ਪਤੀਜ ਜਾਣਾ, ਯਕੀਨ ਬਣ ਜਾਣਾ, ਜਿਨ੍ਹਾਂ ਦਾ ਸਤਿਗੁਰੂ ਤੇ ਯਕੀਨ ਬਣ ਗਿਆ, ਪਰਮ ਪਦ ਪਾਈਐ, ਉਸ ਜੀਵਨ ਦੀ ਅਵਸਥਾ ਉੱਤਮ ਹੋ ਗਈ, ਉੱਚੀ ਹੋ ਗਈ। ਸਾਚੈ ਸ਼ਬਦ ਸਮਾਏ ਲਿਆ, ਉਹ ਸੱਚੇ ਸ਼ਬਦ ਦੇ ਰਾਹੀਂ ਜਾਂ ਸੱਚੇ ਸ਼ਬਦ ਦੇ ਜ਼ਰੀਏ ਅਕਾਲ ਪੁਰਖ ਪ੍ਰਮਾਤਮਾ ਨਾਲ ਇੱਕਮਿਕ ਹੋ ਗਏ, ਸਮਾ ਗਏ। ਏਕੇ ਕਉ ਸੱਚ ਏਕਾ ਜਾਣੈ। ਉਹ ਇੱਕ ਅਕਾਲ ਪੁਰਖ ਪਰਮੇਸ਼ਰ ਪ੍ਰਮਾਤਮਾ, ਕੇਵਲ ਤੇ ਕੇਵਲ ਇੱਕ ਪਰਮੇਸ਼ਰ ਨੂੰ ਜਾਣਦੇ, ਜਿਹੜਾ ਪਰਮੇਸ਼ਰ ਸਦਾ ਸਥਿਰ ਰਹਿਣ ਵਾਲਾ ਹੈ, ਸੱਚ ਹੈ। ਹਉਮੈ ਦੂਜਾ ਦੂਰ ਕੀਆ, ਉਹ ਆਪਣੀ ਵੱਖਰੀ ਹਸਤੀ ਤੇ ਜਿਹੜਾ ਦੂਜਾ ਭਾਵ ਹੈ ਪਰਮੇਸ਼ਰ ਤੋਂ ਇਲਾਵਾ ਕੋਈ ਹੋਰ, ਇਹਨਾਂ ਨੂੰ ਦੂਰ ਕਰ ਦਿੰਦੇ ਨੇ। ਸੋ ਜੋਗੀ ਉਹ ਨੇ ਪਰਮੇਸ਼ਰ ਦੇ ਲਾਇਕ, ਗੁਰ ਸ਼ਬਦ ਪਛਾਣੈ, ਉਹ ਗੁਰੂ ਸ਼ਬਦ ਦੀ ਪਹਿਚਾਣ ਕਰਦੇ ਨੇ, ਭਾਵ ਗੁਰੂ ਸ਼ਬਦ ਨਾਲ ਸਾਂਝ ਬਣਾਉਂਦੇ ਨੇ। ਅੰਤਰ ਕਮਲ ਪ੍ਰਗਾਸ ਥੀਆ, ਉਹਨਾਂ ਦੇ ਜੀਵਨ ਦੇ ਵਿੱਚ ਹਿਰਦਾ ਰੂਪੀ ਕਮਲ ਸਦਾ ਖਿੜਿਆ ਰਹਿੰਦਾ ਹੈ। ਜੀਵਤ ਮਰੈ, ਉਹ ਜਿਉਂਦੇ ਜੀ ਇਹਨਾਂ ਵਾਸ਼ਨਾਵਾਂ, ਇਹਨਾਂ ਵਿਕਾਰਾਂ ਦੇ ਵੱਲੋਂ ਮਰੇ ਹੁੰਦੇ ਨੇ, ਭਾਵ ਉਹ ਇਹਨਾਂ ਦਾ ਜੀਵਨ ਨਹੀਂ ਜਿਉਂਦੇ। ਤਾਂ ਸਭ ਕੁਛ ਸੁੱਝੈ, ਇਸੇ ਕਰਕੇ ਉਹਨਾਂ ਨੂੰ ਜੀਵਨ ਦੀ ਹਰ ਸੱਚਾਈ ਦੀ ਸਮਝ ਹੈ। ਅੰਤਰ ਜਾਣੈ ਸਰਬ ਦਇਆ, ਉਹ ਆਪਣੇ ਅੰਦਰ ਜਿਸ ਪਰਮੇਸ਼ਰ ਨੂੰ ਦੇਖਦੇ ਨੇ, ਸਭਨਾਂ ਦੇ ਅੰਦਰ ਜਦੋਂ ਉਸ ਨੂੰ ਦੇਖਦੇ ਨੇ, ਉਹਨਾਂ ਦੇ ਅੰਦਰ ਫਿਰ ਸਭਨਾਂ ਦੇ ਪ੍ਰਤੀ ਦਇਆ, ਇਹ ਰੱਬੀ ਗੁਣ ਜਿਹੜਾ ਹੈ ਇਹ ਪੈਦਾ ਹੁੰਦਾ ਹੈ। ਨਾਨਕ ਤਾਂ ਕਉ ਮਿਲੈ ਵਡਾਈ, ਆਪ ਪਛਾਣੈ ਸਰਬ ਜੀਆਂ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਉਹਨਾਂ ਨੂੰ ਵਡਿਆਈ ਕਹਿ ਲਓ, ਸੋਭਾ ਕਹਿ ਲਓ, ਪਰਮੇਸ਼ਰ ਵਾਹਿਗੁਰੂ ਦੀ ਨਜ਼ਰ ਵਿੱਚ ਪ੍ਰਾਪਤ ਹੁੰਦੀ ਹੈ, ਜਿਹੜੇ ਆਪਣੇ ਆਪ ਨੂੰ ਸਭਨਾਂ ਦੇ ਵਿੱਚੋਂ ਮਹਿਸੂਸ ਕਰਦੇ, ਜਿਸ ਪਰਮੇਸ਼ਰ ਦੀ ਰੱਬੀ ਜੋਤ ਮੇਰੇ ਅੰਦਰ ਹੈ ਉਹ ਦੂਜਿਆਂ ਦੇ ਵਿੱਚ ਦੇਖਦੇ ਨੇ। ਇਸੇ ਪੌੜੀ ਨੂੰ ਜਿਹੜਾ 6 ਜੁਲਾਈ ਨੂੰ ਅਗਲਾ ਦੀਵਾਨ ਹੋਵੇਗਾ, ਉਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਹੋਰ ਖੋਲਾਂਗੇ, ਸਮਝਾਂਗੇ ਗੁਰੂ ਸਾਹਿਬ ਸਾਨੂੰ ਕੀ ਇਸ ਰੱਬੀ ਬਾਣੀ ਵਿੱਚ ਉਪਦੇਸ਼ ਦੇ ਰਹੇ ਨੇ। ਅੱਜ ਇੱਥੇ ਸਮਾਪਤੀ ਕਰਦੇ ਹਾਂ। ਗੁਰੂ ਰਹਿਮਤ ਕਰੇ ਜੀ, ਇਹ ਰੱਬੀ ਬਾਣੀ ਸਾਡਾ ਜੀਵਨ ਬਣ ਜਾਵੇ, ਤਾਂ ਕਿ ਜੀਵਨ ਦੀ ਰੋਹ ਰੀਤੀ ਗੁਰੂ ਆਸ਼ੇ ਅਨੁਸਾਰ ਹੋ ਜਾਵੇ। ਭੁੱਲਾਂ ਚੁੱਕਾਂ ਦੀ ਮਾਫੀ ਦੇਣੀ ਜੀ, ਪਿਆਰ ਵਿੱਚ ਭਿੱਜ ਕੇ ਰਸਨਾ ਦੀ ਸਾਂਝ ਪਾਉਂਦਿਆਂ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।